गुड मॉर्निंग जी साਰਿਆਂ ਨੂੰ। Good morning, sir. Good morning. गुड मॉर्निंग। Good morning, sir. गुड मॉर्निंग जी। गुड मॉर्निंग। ਅਸੀਂ ਡਿਸਕਸ ਕਰ ਰਹੇ ਸੀ ਪੰਜਾਬ ਲੈਂਡ ਰੈਵਨਿਊ ਐਕਟ 1887 ਪਾਰਟੀਸ਼ਨ ਚੈਪਟਰ 9। ਅਸੀਂ ਕੱਲ ਡਿਸਕਸ ਕੀਤਾ ਸੀਗਾ ਸੈਕਸ਼ਨ 118। ਇੱਕ ਤਾਂ ਲੈਂਡ ਰੈਵਨਿਊ ਐਕਟ ਦਾ ਸੈਕਸ਼ਨ 118 ਨਿਕਾਲ ਲਓ ਜੀ, ਤੇ ਜਿਨ੍ਹਾਂ ਕੋਲ ਇਹ ਪੰਜਾਬੀ ਦੀ ਬੁੱਕ ਹੈਗੀ ਹੈ ਇਹ ਵਾਲੀ, ਜੇ ਕਿਸੇ ਕੋਲ ਪੰਜਾਬੀ ਦੀ ਬੁੱਕ ਹੈਗੀ ਹੈ ਤਾਂ ਇਹਦਾ ਪੇਜ ਨਿਕਾਲੋ 175 ਤੇ ਨਾਲ ਹੀ ਤੁਸੀਂ ਆਪਣੇ ਪਾਸ ਰੱਖ ਲਓ। ਜੇ ਕਿਸੇ ਨੇ ਤੁਸੀਂ ਜਿਹੜੀਆਂ ਅਮੈਂਡਮੈਂਟਸ ਹੋਈਆਂ ਸੀਗੀਆਂ, ਅਮੈਂਡਮੈਂਟਸ ਦੀ ਜਿਹੜੀ ਮੈਂ ਕਾਪੀ ਕੱਲ PDF ਭੇਜ ਦਿੱਤੀ ਸੀਗੀ, ਇਹ ਵੀ ਆਪਣੇ ਪਾਸ ਰੱਖ ਲਓ ਜੀ। ਇਹ ਤਿੰਨੇ ਬੁੱਕਸ ਨਾਲ ਨਾਲ ਪੈਰਲ ਚੱਲਣਗੀਆਂ। ਆਪਾਂ ਡਿਸਕਸ ਕੀਤਾ ਸੀ ਸੈਕਸ਼ਨ 118, ਜਿਹਦੇ ਵਿੱਚ ਕੀ ਸੀਗਾ, ਅਸੀਂ ਡਿਸਾਈਡ ਕੀਤਾ ਸੀਗਾ ਕੁਐਸਚਨ ਆਫ ਟਾਈਟਲ ਐਂਡ ਵੋਟ ਆਫ ਪਾਰਟੀਸ਼ਨ। ਪਾਰਟੀਸ਼ਨ ਦੀ ਪ੍ਰੋਸੀਡਿੰਗ ਅੱਗੇ ਵਧਣ ਤੋਂ ਪਹਿਲਾਂ, ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਰੈਵਨਿਊ ਆਫੀਸਰ ਨੇ ਦੇਖਣਾ ਹੁੰਦਾ ਹੈ ਕਿ ਕੁਐਸਚਨ ਆਫ ਟਾਈਟਲ ਯਾਨੀ ਕਿ ਮਾਲਕੀ ਦਾ ਕੋਈ ਡਿਸਪਿਊਟ ਜੇ ਹੋਵੇ ਤਾਂ ਕੁਐਸਚਨ ਆਫ ਟਾਈਟਲ ਐਂਡ ਮੋਡ ਆਫ ਪਾਰਟੀਸ਼ਨ। ਮੋਡ ਆਫ ਪਾਰਟੀਸ਼ਨ ਮਤਲਬ ਤਕਸੀਮ ਕਿੱਦਾਂ ਕਰਨੀ ਹੈ, ਟੱਕ ਕਿਵੇਂ ਬਣਾਉਣੇ ਨੇ, ਚੰਗੀ ਨਾਲ ਚੰਗੀ ਜ਼ਮੀਨ ਦੇਣੀ ਹੈ, ਮਾੜੀ ਨਾਲ ਮਾੜੀ ਜ਼ਮੀਨ ਦੇਣੀ ਹੈ, ਜਾਂ ਫਰੰਟ ਕੇ ਜੇ ਕੋਈ ਜ਼ਮੀਨ ਫਰੰਟ ਦੇ ਉੱਪਰ ਲੱਗਦੀ ਹੈ, ਮੇਨ ਰੋਡ ਦੇ ਉੱਪਰ ਲੱਗਦੀ ਹੈ, ਪ੍ਰਪੋਰਸ਼ਨਲ ਫਰੰਟ ਦੇਣਾ ਹੈ। ਚਾਰ ਭਾਈ ਨੇ ਜੇ 2 ਕਿੱਲੇ ਜ਼ਮੀਨ ਲੱਗਦੀ ਹੈ, ਅੱਧਾ ਅੱਧਾ ਕਿੱਲਾ ਚਾਰਾਂ ਨੂੰ ਅੱਧਾ ਕਿੱਲਾ ਫਰੰਟ ਦੇ ਦਿੱਤਾ ਜਾਣਾ ਹੈ। ਯਾਨੀ ਕਿ ਇਟ ਇਜ਼ ਕਾਲਡ ਮੋਡ ਆਫ ਪਾਰਟੀਸ਼ਨ। ਤਕਸੀਮ ਦਾ ਤਰੀਕਾ ਕੀ ਹੋਏਗਾ, ਮੋਟਰਾਂ ਕਿਵੇਂ ਸਮਝੀਆਂ ਜਾਣਗੀਆਂ, ਜਿਹੜੇ ਕੋਈ ਸਾਂਝੀ ਥਾਂ ਹੈਗੀ ਹੈ ਉਹਨੂੰ ਅਸੀਂ ਕਿਵੇਂ ਡਿਸਾਈਡ ਕਰਨਾ ਹੈ, ਕਾਮਨ ਰੱਖਣੀ ਹੈ ਜਾਂ ਕਿਹੜਾ ਰਕਬਾ ਵਿੱਚੋਂ ਪਾਰਟੀਸ਼ਨ ਨਹੀਂ ਕਰਨਾ, ਇਹ ਸਾਰਾ ਕੁਝ ਮੋਡ ਆਫ ਪਾਰਟੀਸ਼ਨ ਦੇ ਵਿੱਚ ਆ ਜਾਂਦਾ ਹੈ। ਮੋਡ ਆਫ ਪਾਰਟੀਸ਼ਨ ਤੇ ਕੁਐਸਚਨ ਆਫ ਟਾਈਟਲ ਡਿਸਾਈਡ ਕਰਨ ਤੋਂ ਬਾਅਦ ਅਸੀਂ ਕਾਰਵਾਈ ਅੱਗੇ ਆਰੰਭ ਕਰਦੇ ਹਾਂ ਜੀ। ਪਾਰਟੀਸ਼ਨ ਕਿਵੇਂ ਸਟਾਰਟ ਹੁੰਦੀ ਹੈ, ਫਿਰ 175 ਬੁੱਕ ਹੈਗੀ ਹੈ, ਪੇਜ ਹੈਗਾ, ਇਹਦੇ ਵਿੱਚ ਕੀ ਹੁੰਦਾ ਹੈ ਜੀ, ਤਕਸੀਮ ਦੀ ਕਾਰਵਾਈ ਆਰੰਭ ਕਰਨਾ। ਉਪਰੋਕਤ ਸਾਰੇ ਝਗੜਿਆਂ ਦਾ ਫੈਸਲਾ ਹੋਣ ਉਪਰੰਤ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ। ਇਹ ਮੈਂ ਪੜ੍ਹਿਆ 26.2 ਜਿਸ ਦੌਰਾਨ ਨਿਮਨਲਿਖਤ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ। ਕੀ ਕਾਰਵਾਈ ਕੀਤੀ ਜਾਂਦੀ ਹੈ ਜੀ? ਸਭ ਤੋਂ ਪਹਿਲਾਂ ਨਕਸ਼ਾ ਊੜਾ। ਨਕਸ਼ਾ ਊੜਾ ਹੁਣ ਕਿਵੇਂ ਪ੍ਰੈਕਟੀਕਲ ਚੱਲ ਰਿਹਾ ਹੈ ਵੀ ਨਕਸ਼ਾ ਊੜਾ ਕਈ ਜਿਹੜੇ ਪਟੀਸ਼ਨਰਸ ਹੈਗੇ, ਐਪਲੀਕੈਂਟ ਹੈਗੇ ਨੇ, ਆਪਣੀ ਐਪਲੀਕੇਸ਼ਨ ਦੇ ਨਾਲ ਹੀ ਅਟੈਚ ਕਰ ਦਿੰਦੇ ਆ। ਜੇਕਰ ਨਕਸ਼ਾ ਊੜਾ ਐਪਲੀਕੇਸ਼ਨ ਦੇ ਨਾਲ ਨਹੀਂ ਲੱਗ ਕੇ ਆਉਂਦਾ ਤਾਂ ਰੈਵਨਿਊ ਆਫੀਸਰ ਨੇ ਕਾਨੂੰਗੋ ਹਲਕਾ ਦੇ ਰਾਹੀਂ ਪਟਵਾਰੀ ਹਲਕਾ ਤੋਂ ਨਕਸ਼ਾ ਊੜਾ ਦੀ ਮੰਗ ਕਰਨੀ ਹੈ। ਸਭ ਤੋਂ ਪਹਿਲਾਂ ਮਾਲ ਅਫਸਰ, ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੀ ਅਦਾਲਤ ਵੱਲੋਂ ਕਾਨੂੰਗੋ ਹਲਕਾ ਨੂੰ ਹੁਕਮ ਭੇਜਿਆ ਜਾਂਦਾ ਹੈ ਕਿ ਤਕਸੀਮ ਕਰਾਈ ਜਾਣ ਵਾਲੀ ਖੇਵੜ ਦਾ ਨਕਸ਼ਾ ਊੜਾ ਬਣਾ ਕੇ ਭੇਜਿਆ ਜਾਵੇ। ਕਾਨੂੰਗੋ ਹਲਕਾ ਚੈੱਕ ਕਰਦਾ ਹੈ ਤੇ ਪਟਵਾਰੀ ਹਲਕਾ ਵੱਲੋਂ ਤਕਸੀਮ ਕਰਾਈ ਜਾਣ ਵਾਲੀ ਖੇਵੜ ਦਾ ਨਕਸ਼ਾ ਊੜਾ ਬਣਾ ਕੇ ਭੇਜਿਆ ਜਾਵੇ। ਕਾਨੂੰਗੋ ਹਲਕਾ ਤੇ ਪਟਵਾਰੀ ਹਲਕਾ ਵੱਲੋਂ ਰਿਕਾਰਡ ਦੀ ਘੋਖ ਕਰਕੇ ਸੰਬੰਧਿਤ ਖੇਵੜ ਦਾ ਨਕਸ਼ਾ ਊੜਾ ਤਿਆਰ ਕੀਤਾ ਜਾਂਦਾ ਹੈ। ਅੱਗੇ ਨਕਸ਼ਾ ਊੜਾ ਦਾ ਨਮੂਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਇਹਦੇ ਵਿੱਚ ਵੀ ਦਿੱਤਾ ਹੋਇਆ ਹੈਗਾ, ਤੁਸੀਂ ਇਹਦੀ ਵੀ ਦੇਖ ਸਕਦੇ ਹੋ ਬੁੱਕ ਦੇ ਵਿੱਚ। ਪਿੱਛੇ ਪਾਸੇ ਲੱਗਿਆ ਹੋਇਆ ਨੈਕਸਸ ਲੱਗੇ ਹੋਏ ਸਾਰੇ, ਨਕਸ਼ਾ ਊੜਾ, ਨਕਸ਼ਾ ਆੜਾ, ਨਕਸ਼ਾ ਏਡੀ, ਸਨਰ, ਐਪਲੀਕੇਸ਼ਨ ਫॉर ਪਾਰਟੀਸ਼ਨ, ਉਹ ਸਾਰੇ ਜਿਹੜੇ ਨੈਕਸਸ ਨੇ ਇਸ ਬੁੱਕ ਦੇ ਵਿੱਚ ਲੱਗੇ ਹੋਏ ਨੇ। ਤੇ ਵੈਸੇ ਵੀ ਤੁਹਾਨੂੰ ਜਾਣਕਾਰੀ ਹੈਗੀ ਹੈ, ਸਾਰਿਆਂ ਨੂੰ ਪਤਾ ਨਕਸ਼ਾ ਊੜਾ ਕਿਵੇਂ ਬਣਦਾ ਹੈ। ਠੀਕ ਹੈ ਜੀ। ਨਕਸ਼ਾ ਊੜਾ ਪਾਠਕਾਂ ਦੀ ਜਾਣਕਾਰੀ ਲਈ ਇਸ ਕਿਤਾਬ ਵਿੱਚ ਦਰਜ ਜਮ੍ਹਾਂਬੰਦੀ ਦੀ ਖੇਵਟ 3/5 ਦੇ ਹਿੱਸੇਦਾਰਾਂ ਵੱਲੋਂ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ। ਚਲੋ ਨਕਸ਼ਾ ਊੜਾ ਬਣਾਇਆ ਜਾਏਗਾ ਜੀ। ਠੀਕ ਹੈ। ਨਕਸ਼ਾ ਊੜਾ ਜਦੋਂ ਪਟਵਾਰੀ ਹਲਕਾ ਕੋਲੋਂ ਕਾਨੂੰਗੋ ਰਾਹੀਂ ਰੈਵਨਿਊ ਕੋਡ ਦੇ ਵਿੱਚ ਆ ਗਿਆ, ਫਿਰ ਅਸੀਂ ਕੀ ਕਰਾਂਗੇ? ਨਕਸ਼ਾ ਊੜਾ ਸੰਬੰਧੀ ਇਤਰਾਜ਼, ਫਿਰ ਤਰ੍ਹਾਂ ਨੂੰ ਅਸੀਂ ਜਿਹੜਾ ਕੇਸ ਹੈਗਾ ਅਗਲੀ ਨਕਸ਼ਾ ਊੜਾ ਆਉਣ ਉਪਰੰਤ ਫਿਰ ਅਸੀਂ ਨੈਕਸਟ ਫਿਰ ਡੇਟ ਦੇਵਾਂਗੇ ਇੱਕ ਵੀ ਨਕਸ਼ਾ ਊੜਾ ਪਰ ਜੇ ਕਿਸੇ ਨੂੰ ਕੋਈ ਇਤਰਾਜ਼ ਹੈਗਾ ਤਾਂ ਉਹ ਅਗਲੀ ਤਰੀਕ ਤੇ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਨਕਸ਼ਾ ਊੜਾ ਸੰਬੰਧੀ ਇਤਰਾਜ਼ 26.2.2 ਪਟਵਾਰੀ ਹਲਕਾ ਵੱਲੋਂ ਨਕਸ਼ਾ ਊੜਾ ਪ੍ਰਾਪਤ। ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ, ਪ੍ਰੋਸੀਡਿੰਗਸ, ਕਾਰਵਾਈਆਂ ਕਿਵੇਂ ਕਿਵੇਂ ਕਰੀਆਂ ਜਾਂਦੀਆਂ ਨੇ, ਇਹ ਤੁਹਾਡੇ ਲੈਂਡ ਰੈਵਨਿਊ ਐਕਟ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ। ਇਹ ਕਾਰਵਾਈਆਂ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਆ ਜਾਂਦੀਆਂ ਨੇ, ਪਰ ਇਹ ਬੁੱਕ ਦੇ ਵਿੱਚ ਚਲੋ ਅਸੀਂ ਦਰਜ ਕੀਤਾ ਹੋਇਆ ਹੈਗਾ। ਪਟਵਾਰੀ ਹਲਕਾ ਵੱਲੋਂ ਨਕਸ਼ਾ ਊੜਾ ਪ੍ਰਾਪਤ ਹੋਣ ਉਪਰੰਤ ਅਦਾਲਤ ਵੱਲੋਂ ਧਿਰਾਂ ਪਾਸੋਂ ਇਤਰਾਜ਼ ਮੰਗੇ ਜਾਂਦੇ ਨੇ। ਇਤਰਾਜ਼ ਸੁਣਨ ਉਪਰੰਤ ਜਦੋਂ ਨਕਸ਼ਾ ਊੜਾ ਪਾਸ ਹੋ ਜਾਵੇ ਤਾਂ ਤਰੀਕਾ ਤਕਸੀਮ ਸੰਬੰਧੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ। ਹੈ ਜੀ, ਇਹ ਸਾਰਾ ਸੈਕਸ਼ਨ 118 ਚ ਆ ਜਾਂਦਾ ਜੀ। ਸਾਰਾ ਕੁਝ ਇਹ ਸਾਰਾ ਸੈਕਸ਼ਨ 118 ਦੇ ਵਿੱਚ ਹੀ ਆ ਜਾਂਦਾ ਜੀ ਟੋਟਲ। ਤਰੀਕਾ ਤਕਸੀਮ ਆਪਾਂ ਪਾਸ ਕਰ ਦਿੱਤਾ ਜੀ। ਮੰਨ ਲਓ
ਤਰੀਕਾ ਤਕਸੀਮ ਨਕਸ਼ਾ ਉੜੇ ਤੋਂ ਬਾਅਦ ਪਾਸ ਕਰਦੇ ਹਾਂ, ਨਕਸ਼ਾ ਉੜੇ ਦੀ ਕਾਰਵਾਈ ਪਹਿਲਾਂ ਹੋ ਜਾਂਦੀ ਹੈ। ਤਰੀਕਾ ਤਕਸੀਮ ਪਾਸ ਹੋ ਗਿਆ, ਧਿਰਾਂ ਦੇ ਤਰੀਕਾ ਤਕਸੀਮ ਦੇ ਇਤਰਾਜ਼ ਸੁਣ ਲਏ। ਇਤਰਾਜ਼ ਸੁਣਨ ਤੋਂ ਬਾਅਦ ਜੇਕਰ ਮੌਕਾ ਕੋਸ਼ਿਸ਼ ਇਹ ਹੁੰਦੀ ਹੈ ਵੀ ਤਰੀਕਾ ਤਕਸੀਮ ਪਾਸ ਕਰਨ ਤੋਂ ਪਹਿਲਾਂ ਰੈਵਨਿਊ ਆਫਿਸਰ ਤਕਸੀਮ ਅਧੀਨ ਅਰਾਜੀ ਦਾ ਮੌਕਾ ਦੇਖ ਲਵੇ। ਮੌਕਾ ਦੇਖ ਕੇ ਤਰੀਕਾ ਤਕਸੀਮ ਜ਼ਿਆਦਾ ਪਾਸ ਕਰਨ ਦਾ ਜਿਹੜਾ ਹੈਗਾ ਸੰਭਾਵਨਾ ਬਹੁਤ ਵਧੀਆ ਹੁੰਦੀ ਹੈ, ਤੇ ਉਹਦੇ ਤੇ ਅਪੀਲਸ ਵਗੈਰਾ ਜਿਹੜੀਆਂ ਪਾਰਟੀਆਂ ਸੈਟੀਸਫਾਈ ਹੋ ਜਾਂਦੀਆਂ। ਤੁਹਾਨੂੰ ਵੀ ਮੌਕੇ ਤੇ ਜਾ ਕੇ ਪਤਾ ਚੱਲ ਜਾਂਦਾ ਹੈ ਵੀ ਕਿਹੜੀ ਜ਼ਮੀਨ ਚੰਗੀ ਹੈ, ਕਿਹੜੀ ਜ਼ਮੀਨ ਮਾੜੀ ਹੈ, ਕਿਸ ਤਰ੍ਹਾਂ ਪਾਰਟੀਸ਼ਨ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਮੌਕੇ ਦੀ ਕਾਰਵਾਈ ਜ਼ਰੂਰ ਪਾਣੀ ਚਾਹੀਦੀ ਹੈ। ਆਪਣੇ ਫਾਈਲ ਦੇ ਉੱਪਰ ਮੌਕਾ ਦੇਖ ਕੇ ਹੀ ਤਰੀਕਾ ਤਕਸੀਮ ਜਿਹੜਾ ਤੁਹਾਡਾ ਪਾਸ ਹੋਣਾ ਚਾਹੀਦਾ ਹੈ। ਇਤਰਾਜ਼ ਜੇ ਕਿਸੇ ਦੇ ਪਾਰਟੀ ਦੇ ਹੈਗੇ ਤਾਂ ਇਤਰਾਜ਼ ਦਾ ਜਿਹੜਾ ਨਿਪਟਾਰਾ ਹੈ ਉਹ ਵੀ ਤੁਸੀਂ ਸਪੈਸੀਫਿਕ ਆਰਡਰ ਪਾਸ ਕਰਕੇ ਕਰਨਾ ਹੁੰਦਾ ਹੈ। ਇਹ ਨਹੀਂ ਹੈਗਾ ਵੀ ਤਰੀਕਾ ਤਕਸੀਮ ਪਾਸ ਕੀਤਾ ਜਾਂਦਾ, ਇਤਰਾਜ਼ ਸੁਣੇ ਗਏ, ਤਰੀਕਾ ਤਕਸੀਮ ਪਾਸ ਕੀਤਾ ਜਾਂਦਾ ਨਹੀਂ। ਤਰੀਕਾ ਤਕਸੀਮ ਪਾਸ ਕਰਨ ਤੋਂ ਪਹਿਲਾਂ ਹਰ ਪਾਰਟੀ ਦੇ ਇਤਰਾਜ਼ ਨੂੰ ਕੰਸੀਡਰ ਕਰਨਾ ਹੈ। ਤੁਸੀਂ ਰੱਦ ਕਰਨਾ ਤਾਂ ਵੀ ਰੀਜ਼ਨ ਦੇਣਾ ਹੈ, ਜੇ ਨਕਸ਼ਾ ਪਾਸ ਕਰਨਾ ਤਾਂ ਵੀ ਰੀਜ਼ਨ ਦੇਣੇ ਨੇ ਵੀ ਇਹਦਾ ਜਿਹੜਾ ਜੋ ਇਤਰਾਜ਼ ਨੇ ਇਹ ਗਲਤ ਸਮਝੇ ਜਾਂਦੇ ਨੇ, ਜਾਂ ਉਹਦੇ ਨਕਸ਼ੇ ਤੁਸੀਂ ਮੋਡ ਆਫ ਪਾਰਟੀਸ਼ਨ ਕੋਈ ਮੋਡੀਫਿਕੇਸ਼ਨ ਕਰਨੀ ਹੈ ਕਿਸੇ ਦੇ ਇਤਰਾਜ਼ਾਂ ਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ, ਤਾਂ ਵੀ ਤੁਸੀਂ ਰੀਜ਼ਨ ਦੇਣਾ ਹੈਗਾ। ਫਿਰ ਕੀ ਤਰੀਕਾ ਤਕਸੀਮ ਪਾਸ ਹੋ ਗਿਆ, ਮੰਨ ਲਓ ਇਸ ਬੁੱਕ ਦੇ ਵਿੱਚ ਦਿਖਾਇਆ ਗਿਆ ਅਨੁਲਗ ਸੀ ਦੇ ਵਿੱਚ ਪੰਨਾ ਨੰਬਰ 184 ਤੇ ਤਰੀਕਾ ਨਕਸ਼ਾ ਮੋਡ ਆਫ ਪਾਰਟੀਸ਼ਨ ਤਿਆਰ ਕਰਕੇ ਦਿਖਾਇਆ ਗਿਆ। ਤੁਸੀਂ ਬਾਅਦ ਦੇਖ ਲੈਣਾ, ਇਹ 184 ਦੇ ਉੱਪਰ ਦਿੱਤਾ ਹੋਇਆ ਜੀ ਤਰੀਕਾ ਤਕਸੀਮ ਦੀ ਕਾਪੀ ਫॉर ਸੈਂਪਲ। ਦੈਨ ਅੱਗੇ ਕੀ ਹੁੰਦਾ ਹੈ, ਤਰੀਕਾ ਤਕਸੀਮ ਤੋਂ ਬਾਅਦ ਕਾਨੂੰਗੋ ਹਲਕਾ ਵੱਲੋਂ ਨਕਸ਼ਾ ਆੜਾ ਦੀ ਤਿਆਰੀ। ਫਿਰ ਇਸ ਤੋਂ ਬਾਅਦ ਅਸੀਂ ਨਕਸ਼ਾ ਆੜਾ ਬਣਾਉਂਦੇ ਹਾਂ। ਨਕਸ਼ਾ ਆੜਾ ਕੀ ਹੁੰਦਾ ਜੀ, ਨਕਸ਼ਾ ਆੜੇ ਦੇ ਵਿੱਚ ਕਾਨੂੰਗੋ ਹਲਕਾ ਆਪਣਾ ਸੰਮਨ ਭੇਜ ਕੇ ਪਾਰਟੀਆਂ ਨੂੰ ਨੋਟਿਸ ਦੇ ਕੇ ਮੌਕਾ ਰੱਖਦਾ ਖੇਤ ਦੇ ਵਿੱਚ। ਖੇਤ 'ਚ ਮੌਕਾ ਰੱਖ ਕੇ ਜਿਵੇਂ ਤਰੀਕਾ ਤਕਸੀਮ ਦੇ ਵਿੱਚ ਡਾਇਰੈਕਸ਼ਨਸ ਦਿੱਤੀਆਂ ਹੁੰਦੀਆਂ ਨੇ, ਉਹਨਾਂ ਡਾਇਰੈਕਸ਼ਨਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਕਿਹੜੇ ਕਿਹੜੇ ਪਾਰਟੀ ਦਾ ਟੱਕ ਅਲੱਗ ਬਣਾਇਆ ਜਾਣਾ ਹੈ, ਕਿਹੜੀਆਂ ਕਿਹੜੀਆਂ ਪਾਰਟੀਆਂ ਦਾ ਟੱਕ ਸਾਂਝਾ ਬਣਾਇਆ ਜਾਣਾ ਹੈ, ਕਿਵੇਂ ਪਾਰਟੀਸ਼ਨ ਕੀਤੀ ਜਾਂਦੀ ਹੈ। ਧਿਰਾਂ ਦੀ ਹਾਜ਼ਰੀ ਦੇ ਵਿੱਚ ਧਿਰਾਂ ਦੀ ਹਾਜ਼ਰੀ ਲਗਾ ਕੇ ਆਪਣੀ ਉੱਥੇ ਮੌਜੂਦਗੀ ਦਿਖਾ ਕੇ ਵੀ ਹਾਂ ਮੈਂ ਇੱਥੇ ਪਹੁੰਚਿਆ ਇੰਨੀ ਤਰੀਕ ਨੂੰ, ਪਟਵਾਰੀ ਹਲਕਾਂ ਦੇ ਰਾਹੀਂ ਪਹਿਲਾਂ ਨੋਟਿਸ ਭੇਜਿਆ ਜਾਏਗਾ ਕਾਨੂੰਗੋ ਹਲਕਾ ਵੱਲੋਂ ਵੀ ਇੰਨੀ ਤਰੀਕ ਨੂੰ ਮੈਨੇ ਮੌਕਾ ਦੇਖਣ ਦੇ ਲਈ ਆਉਣਾ ਹੈ, ਤੇ ਸੰਬੰਧਿਤ ਧਿਰਾਂ ਮੌਕੇ ਤੇ ਹਾਜ਼ਰ ਰਹਿਣ। ਉੱਥੇ ਪਾਰਟੀਆਂ ਦੀ ਹਾਜ਼ਰੀ ਲਗਾ ਕੇ ਤੇ ਤਰੀਕਾ ਤਕਸੀਮ ਦੇ ਮੁਤਾਬਕ ਜਾਂ ਮੌਕੇ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਨਕਸ਼ਾ ਆੜਾ ਬਣਾ ਕੇ ਪਟਵਾਰੀ ਹਲਕਾ ਵੱਲੋਂ ਕਾਨੂੰਗੋ ਹਲਕਾ ਵੱਲੋਂ ਭੇਜਿਆ ਜਾਵੇਗਾ। ਉਹਦੇ ਵਿੱਚ ਕੀ ਹੈ, ਉਹੀ ਧਿਆਨ ਰੱਖਣਾ ਵੀ ਜਿਹੜੀਆਂ ਮੋਟਰਾਂ ਟਿਊਬਵੈਲ ਜਿਹੜਾ ਕਿਸੇ ਦੇ ਟੱਕ ਦੇ ਵਿੱਚ ਆ ਗਿਆ ਫਿਰ ਤਾਂ ਠੀਕ ਹੈ, ਉਸ ਨੂੰ ਦਿੱਤਾ ਜਾਣਾ ਹੈ, ਪਰ ਜੇ ਕੋਈ ਸਾਂਝੇ ਤੌਰ ਤੇ ਵਰਤਿਆ ਜਾ ਰਿਹਾ ਹੈ ਤਾਂ ਉਹਨੂੰ ਸਾਂਝਾ ਰੱਖਣਾ ਹੈ। ਜਿਵੇਂ ਵੀ ਤਰੀਕਾ ਤਕਸੀਮ 'ਚ ਦਰਸਾਇਆ ਗਿਆ ਹੋਵੇ ਉਸ ਤਰੀਕੇ ਦੇ ਨਾਲ ਨਕਸ਼ਾ ਆੜਾ ਬਣਾਇਆ ਜਾਵੇਗਾ। ਫਿਰ ਕੀ ਹੋ ਜੀ, ਨਕਸ਼ਾ ਆੜਾ ਬਣ ਕੇ ਆ ਗਿਆ ਤਹਿਸੀਲ ਆਪਣੀ ਕੋਰਟ ਦੇ ਵਿੱਚ ਰੈਵਨਿਊ ਆਫਿਸਰ ਕੋਲੇ। ਦੈਨ ਧਿਰਾਂ ਪੇਸ਼ ਹੋਈਆਂ, ਵਕੀਲ ਪੇਸ਼ ਹੋਏ, ਫਿਰ ਮੌਕਾ ਦਿੱਤਾ ਜਾਵੇਗਾ ਧਿਰਾਂ ਨੂੰ ਵੀ ਨਕਸ਼ਾ ਆੜਾ ਦੇਖ ਲਓ, ਇਹਦੀ ਕਾਪੀ ਲੈ ਲਓ, ਤੇ ਤੁਸੀਂ ਜਿਸ ਨੂੰ ਵੀ ਕੋਈ ਇਤਰਾਜ਼ ਹੈਗਾ ਨੈਕਸਟ ਪੇਸ਼ੀ ਤੇ ਤੁਸੀਂ ਆਪਣੇ ਇਤਰਾਜ਼ ਦੇ ਸਕਦੇ ਹੋ। ਜੇ ਕਿਸੇ ਨੂੰ ਕੋਈ ਆਬਜੈਕਸ਼ਨ ਹੈ, ਜੇ ਕਿਸੇ ਨੂੰ ਠੀਕ ਹੈ ਨਕਸ਼ਾ ਆੜਾ ਪਾਸ ਹੈ ਤਾਂ ਵੀ ਲਿਖ ਕੇ ਦਿਓ, ਆਪਣੇ ਸਟੇਟਮੈਂਟ ਰਿਕਾਰਡ ਕਰਵਾਓ ਵੀ ਨਕਸ਼ਾ ਆੜਾ ਪਾਸ ਹੈ, ਸਾਨੂੰ ਪਾਸ ਕਰਤਾ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇਕਰ ਇਤਰਾਜ਼ ਹੈ ਕਿਸੇ ਨੂੰ ਤਾਂ ਆਪਦੇ ਆਬਜੈਕਸ਼ਨ ਦੇ ਸਕਦਾ ਹੈ। ਇਹਦੇ 'ਚ 2-3 ਮੌਕੇ ਸਾਨੂੰ ਦੇ ਦੇਣੇ ਚਾਹੀਦੇ ਹੁੰਦੇ ਨੇ ਤਾਂ ਕਿ ਕੋਈ ਬੰਦਾ ਇਹ ਨਾ ਕਹੇ ਬਾਅਦ ਦੇ ਵਿੱਚ ਮੈਨੂੰ ਸਮਾਂ ਨਹੀਂ ਮਿਲਿਆ, ਮੈਨੂੰ ਓਪਰਚੁਨਿਟੀ ਦਿੱਤੀ ਗਈ। ਘੱਟੋ ਘੱਟ 3 ਮੌਕੇ ਦੇ ਕੇ ਅਸੀਂ ਤਰੀਕਾ ਜਿਹੜਾ ਤਕਸੀਮ ਹੈ, ਜੇ ਕੋਈ ਆਬਜੈਕਸ਼ਨਸ ਨਹੀਂ ਆਉਂਦੇ ਕਿਸੇ ਦੇ ਤਾਂ ਤਰੀਕਾ ਪਾਸ ਕਰ ਦੇਵਾਂਗੇ। ਜੇ ਕਿਸੇ ਦੇ ਇਤਰਾਜ਼ ਆਏ ਨੇ ਤਾਂ ਜਿਹੜੇ ਇਤਰਾਜ਼ ਨੇ ਇਤਰਾਜ਼ਾਂ ਨੂੰ ਦੇਖਦੇ ਹੋਏ ਰੀਜ਼ਨ ਦਿੰਦੇ ਹੋਏ ਆਪਾਂ ਉਹਦੇ 'ਚ ਮੋਡੀਫਿਕੇਸ਼ਨ ਵੀ ਕਰ ਸਕਦੇ ਹਾਂ। ਮੋਡੀਫਿਕੇਸ਼ਨ ਜੇ ਕਰਾਂਗੇ ਤਾਂ ਅਸੀਂ ਜਿਹੜਾ ਨਕਸ਼ਾ ਆੜਾ ਤਰਮੀਮੀ ਮੰਗਾਵਾਂਗੇ ਫਿਰ ਦੁਬਾਰਾ। ਜੇਕਰ ਅਸੀਂ ਇਸ ਨੂੰ ਪਾਸ ਕਰਦੇ ਹਾਂ ਤਾਂ ਉਹਦੇ ਜਿਹੜੇ ਆਬਜੈਕਸ਼ਨਸ ਨੇ ਜੇ ਰੱਦ ਕਰਕੇ ਪਾਸ ਕਰਦੇ ਹਾਂ ਤਾਂ ਰੀਜ਼ਨ ਦੇਣੇ ਪੈਣਗੇ ਵੀ ਇਹਦੇ ਜਿਹੜੇ ਇਤਰਾਜ਼ ਨੇ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ ਤੇ ਮੈਂ ਨਕਸ਼ਾ ਆੜਾ ਜਿਹੜਾ ਹੈਗਾ ਪਾਸ ਕਰਦਾ। ਠੀਕ ਹੈ ਜੀ, ਨਕਸ਼ਾ ਆੜਾ ਪਾਸ ਕਰਨ ਤੋਂ ਬਾਅਦ ਕੀ ਹੁੰਦਾ, ਫਿਰ ਨਕਸ਼ਾ ਈਡੀ ਮੰਗਵਾਇਆ ਜਾਂਦਾ ਹੈ। ਨਕਸ਼ਾ ਈਡੀ ਕੀ ਹੁੰਦਾ, ਨਕਸ਼ਾ ਆੜਾ ਦਾ ਹੀ ਪਾਰਟ ਹੁੰਦਾ ਹੈ। ਇਹਦੇ ਵਿੱਚ ਕੋਈ ਜਿਹੜੀ ਚੇਂਜਸ ਹੈਗੀ ਹੈ ਨਹੀਂ ਹੁੰਦੀਆਂ, ਤੇ ਜਸਟ ਇੱਕ ਤਰ੍ਹਾਂ ਦੇ ਖਿਤੌਨੀਆਂ ਬਣਾਈਆਂ ਜਾਂਦੀਆਂ ਨੇ। ਨਕਸ਼ਾ ਆੜਾ ਦੇ ਵਿੱਚ ਜਿਹੜੇ ਟੱਕ ਨਕਸ਼ਾ ਆੜਾ ਦੇ ਮੁਤਾਬਕ ਜਿਹੜੇ ਟੱਕ ਬਣ ਗਏ ਉਹਨਾਂ ਟੱਕਾਂ ਦੀਆਂ ਨਵੀਆਂ ਖਿਤੌਨੀਆਂ ਬਣਾ ਕੇ ਤਿਆਰ ਕੀਤੀਆਂ ਜਾਂਦੀਆਂ ਨੇ। ਫਿਰ ਵੀ ਜੇ ਕਿਤੇ ਲਿਖਾ ਪੜ੍ਹੀ ਦੇ ਵਿੱਚ ਕੋਈ ਗਲਤੀ ਫਲਤੀ ਰਹਿ ਜਾਂਦੀ ਹੈ, ਇਸੇ ਕਰਕੇ ਨਕਸ਼ਾ ਈਡੀ ਦਾ ਜਿਹੜਾ ਇਤਰਾਜ਼ ਹੈ ਫਿਰ ਦੁਬਾਰਾ ਪਾਰਟੀਆਂ ਨੂੰ ਦਿੱਤੇ ਜਾਂਦੇ ਨੇ, ਸੁਣਨ ਦਾ ਮੌਕਾ ਦਿੱਤਾ ਜਾਂਦਾ ਹੈ। 26.2.7 ਵਿੱਚ ਪੜ੍ਹ ਰਹੇ ਹਾਂ ਜੀ, ਨਕਸ਼ਾ ਈਡੀ ਸੰਬੰਧੀ ਇਤਰਾਜ਼ ਮਿਸਲ ਤੇ ਨਕਸ਼ਾ ਈਡੀ ਸ਼ਾਮਲ ਹੋਣ ਉਪਰੰਤ ਈਡੀ ਸੰਬੰਧੀ ਇਤਰਾਜ਼ ਮੰਗੇ ਜਾਂਦੇ ਨੇ। ਇਤਰਾਜ਼ਾਂ ਸੰਬੰਧੀ ਕਾਰਵਾਈ ਖਤਮ ਹੋਣ ਉਪਰੰਤ ਨਕਸ਼ਾ ਈਡੀ ਤੇ ਫੈਸਲਾ ਸੁਣਾਇਆ ਜਾਂਦਾ ਹੈ। ਜੇਕਰ ਕਿਸੇ ਧਿਰ ਨੂੰ ਫੈਸਲਾ ਮਨਜ਼ੂਰ ਨਾ ਹੋਵੇ ਤਾਂ ਕਿਹੜਾ ਇਹ ਜਿੰਨੀਆਂ ਕਾਰਵਾਈਆਂ ਅਸੀਂ ਕਰਦੇ ਹਾਂ ਸਾਰੀਆਂ ਇਹ ਸੈਕਸ਼ਨ 118 ਦੇ ਤਹਿਤ ਕਰਦੇ ਹਾਂ। ਅਸੀਂ 118 ਦੇ ਵਿੱਚ ਕੀ ਹੈ, ਥੋੜਾ ਹੋਰ ਐਲੋਬੋਰੇਟ ਕੀਤਾ ਗਿਆ ਇਸ ਨੂੰ
ਤੁਸੀਂ ਜਿਹੜੀਆਂ ਇਹ ਮੈਂ ਕੱਲ ਤੁਹਾਨੂੰ ਅਮੈਂਡਮੈਂਟਸ ਭੇਜੀਆਂ ਸੀਗੀਆਂ ਇਹਨਾਂ ਵੱਲ ਧਿਆਨ ਮਾਰੋ। ਸਾਰੀਆਂ ਕਾਰਵਾਈਆਂ ਹੋਣ ਉਪਰੰਤ ਜਿਹੜਾ ਮੋਡ ਆਫ ਪਾਰਟੀਸ਼ਨ ਹੈ ਸਾਡਾ ਇੱਕ ਕੰਪਰੀਹੈਂਸਿਵ ਆਰਡਰ ਹੈਗਾ। ਇਹਦੇ ਵਿੱਚ ਕੀ ਹੈ, ਇੱਕ 118 ਦੇ ਤਹਿਤ ਹੀ ਜਿਹੜਾ ਅਸੀਂ ਨਕਸ਼ਾ ਆੜਾ ਬਣਾਉਂਦੇ ਹਾਂ, ਸਪੈਸੀਫਿਕ ਪੋਰਸ਼ਨ ਦਿੰਦੇ ਹਾਂ ਪਾਰਟੀਆਂ ਨੂੰ, ਹਰ ਮਲਕ ਦਾ ਟੱਕ ਬਣਾਉਂਦੇ ਹਾਂ ਜਿਹਦੀ ਪਾਰਟੀਸ਼ਨ ਹੋ ਰਹੀ ਹੈ। It has been made clear in this section that the revenue officer shall allot specific portion of the partition land to the various applicants. ਵੱਖਰੇ ਵੱਖਰੇ ਪੋਰਸ਼ਨ ਜਿਹੜਾ ਇਸ ਐਕਟ ਇਸ ਸੈਕਸ਼ਨ ਦੇ ਤਹਿਤ ਬਣਾ ਕੇ ਦਿੰਦੇ ਅਸੀਂ, ਜਿਹੜਾ ਨਕਸ਼ਾ ਆੜਾ ਹੈ ਇਸੇ ਸੈਕਸ਼ਨ ਦੇ ਤਹਿਤ ਬਣਦਾ ਹੈ। It is also clarified that in case the partition proceeding have reached finality by virtue of an order passed under 118 cannot be brought to halt by any applicant withdraw therefrom। ਜਦੋਂ ਨਕਸ਼ਾ ਆੜਾ ਪਾਸ ਹੋ ਗਿਆ, ਤਰੀਕਾ ਤਕਸੀਮ ਪਾਸ ਹੋ ਗਿਆ, ਫਿਰ ਕੋਈ ਪਾਰਟੀ ਵਿਡਰੋ ਨਹੀਂ ਕਰ ਸਕਦੀ ਆਪਣੇ ਕੇਸ ਨੂੰ। ਕੱਲ ਵੀ ਡਿਸਕਸ ਕੀਤਾ ਸੀਗਾ। Just to overcome a situation where an applicant who is not satisfied, ਜਦੋਂ ਕੋਈ ਪਾਰਟੀ ਕਹਿੰਦੀ ਹੈ ਮੇਰਾ ਨਕਸ਼ਾ ਦਾ ਆੜਾ ਮੇਰੇ ਖਿਲਾਫ ਬਣ ਗਿਆ ਜੀ, ਮੈਂ ਤਾਂ ਵਾਪਸ ਲੈਣਾ ਜੀ, ਇਹ ਇਸ ਸਟੇਜ ਤੇ ਆ ਕੇ ਉਹ ਨਕਸ਼ਾ ਆੜਾ ਵਾਪਸ ਨਹੀਂ ਲੈ ਸਕਦਾ, ਆਪਣਾ ਕੇਸ ਨੂੰ ਵਾਪਸ ਨਹੀਂ ਲੈ ਸਕਦਾ। ਯਾਨੀ ਕਿ ਇੱਥੇ ਇਹ ਕਿਹਾ ਗਿਆ ਵੀ 118 ਸੈਕਸ਼ਨ ਦੇ ਵਿੱਚ ਤੁਹਾਡਾ ਫਾਈਨਲ ਆਰਡਰ ਸਮਝਿਆ ਜਾਵੇਗਾ। 118 ਸੈਕਸ਼ਨ ਦੇ ਵਿੱਚ ਤੁਹਾਡਾ ਫਾਈਨਲ ਆਰਡਰ ਸਮਝਿਆ ਜਾਏਗਾ। 118 ਦੇ ਅਗੇਂਸਟ ਹੀ ਅਪੀਲ ਫਾਈਲ ਕੀਤੀ ਜਾ ਸਕਦੀ ਹੈ ਜਦੋਂ ਕਿਸੇ ਪਾਰਟੀ ਨੇ ਕਰਨੀ ਹੈ। 118 ਸੈਕਸ਼ਨ ਦੇ ਅਗੇਂਸਟ ਜਿਹੜੀ ਅਪੀਲ ਹੈ ਅਗਲੀ ਕੋਰਟ ਦੇ ਵਿੱਚ ਫਾਈਲ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। 118 ਸੈਕਸ਼ਨ ਨੂੰ ਮਤਲਬ ਇਹਨਾਂ ਨੇ ਕਹਿਤਾ ਵੀ ਫਾਈਨਲ ਆਰਡਰ ਹੈ ਸਾਡਾ ਇਹ, ਇਹਦੇ ਵਿੱਚ ਹੀ ਟੱਕ ਬੰਦੇ ਨੇ। ਦੇਖੋ ਤਰੀਕਾ ਤਕਸੀਮ ਪਾਸ ਹੋ ਗਿਆ ਤਾਂ ਅਸੀਂ ਟੱਕ ਬਣਾ ਲਏ, ਠੀਕ ਹੈ। ਮਤਲਬ ਜਿੰਨੀ ਅਸੀਂ ਟੱਕਬੰਦੀ ਬਣਾਣੀ ਹੈ ਉਹ ਸਾਰੀ ਸੈਕਸ਼ਨ 118 ਦੇ ਤਹਿਤ ਹੀ ਕਰਨੀ ਹੈ। ਹਾਂਜੀ ਠੀਕ ਹੈ ਜੀ। 118 ਦੇ ਸੈਕਸ਼ਨ ਦੇ ਤਹਿਤ ਅਸੀਂ ਟੱਕ ਬਣਾਣੇ ਨੇ। 118 ਦੇ ਤਹਿਤ ਅਸੀਂ ਤਰੀਕਾ ਤਕਸੀਮ ਪਾਸ ਕਰਨਾ ਹੈ। ਤਰੀਕਾ ਤਕਸੀਮ ਪਾਸ ਹੋ ਗਿਆ, ਫਿਰ ਅਸੀਂ ਟੱਕਬੰਦੀ ਕਰਨੀ ਹੈ। ਉਹ ਸਾਰਾ ਕਾਰਵਾਈ ਜਿਹੜੀ 118 ਸੈਕਸ਼ਨ ਦੇ ਤਹਿਤ ਆ ਜਾਂਦੀ ਹੈ। ਜੇ ਕੋਈ ਸੈਟੀਸਫਾਈ ਨਹੀਂ ਹੈਗਾ ਤਾਂ 118 ਸੈਕਸ਼ਨ ਦੇ ਅਗੇਂਸਟ ਅਪੀਲ ਜਾ ਸਕਦਾ ਹੈ। ਅੱਗੇ ਆ ਗਿਆ ਜੀ ਸੈਕਸ਼ਨ 119 ਆਪਾਂ ਕੱਲ ਛੱਡਿਆ ਸੀ ਇੱਥੇ। ਫਿਰ ਇਹਦੇ ਵਿੱਚ ਕੀ ਸੀਗਾ, ਇਹ ਜੇ ਕਿਹਾ ਗਿਆ ਕੋਈ ਖਾਸ ਗੱਲ ਨਹੀਂ ਇਹਦੇ ਵਿੱਚ ਦੱਸੀ ਗਈ ਵੀ ਜੇਕਰ ਕੋਈ ਪ੍ਰਾਪਰਟੀ ਪਾਰਟੀਸ਼ਨ ਤੋਂ ਛੱਡੀ ਗਈ ਹੈ, ਐਕਸਕਲੂਡ ਕੀਤੀ ਗਈ ਹੈ, ਉਹਦੀ ਐਡਮਿਨਿਸਟ੍ਰੇਸ਼ਨ ਕਿਵੇਂ ਹੋਏਗੀ। ਮਤਲਬ ਕਿ ਸਾਂਝੀ ਪ੍ਰਾਪਰਟੀ ਕੋਈ ਰੱਖ ਲਈ, ਠੀਕ ਹੈ, ਕੋਈ ਖੂਹ ਦਾ ਤੌੜ ਸੀਗਾ ਜਾਂ ਕੋਈ ਆਬਾਦੀ ਸੀਗੀ ਜਾਂ ਕੋਈ ਕੋਠੇ ਕਾਠੇ ਬਣੇ ਹੋਏ ਸੀ ਖੇਤ ਦੇ ਵਿੱਚ, ਉਹਦੀ ਜਿਹੜੀ ਹੈਗੀ ਹੈ ਐਡਮਿਨਿਸਟ੍ਰੇਸ਼ਨ ਕਿਹੜੀ ਪਾਰਟੀ ਨੇ ਕਰਨੀ ਹੈ, ਕਿਹੜੀ ਪਾਰਟੀ ਨੂੰ ਯੂਜ਼ ਕਰੇਗੀ, ਕਿਵੇਂ ਕਿਵੇਂ ਯੂਜ਼ ਕਰੇਗੀ। ਇਹ 119 ਸੈਕਸ਼ਨ ਦਾ ਐਡਮਿਨਿਸਟ੍ਰੇਸ਼ਨ ਆਫ ਦ ਪ੍ਰਾਪਰਟੀ ਐਕਸਕਲੂਡਡ ਫਰੋਮ ਦ ਪਾਰਟੀਸ਼ਨ when any such property as is referred to section 112 excluded from the partition, revenue officer may determine the extent and manner to in which the co-sharer and the persons interested therein may make use thereof। ਸਿੰਪਲ ਜੀ ਗੱਲ ਹੈ ਵੀ ਕਿਹੜੀ ਪਾਰਟੀ ਕਿਹੜੀਆਂ ਪਾਰਟੀਆਂ ਇਸ ਨੂੰ ਕਿਵੇਂ ਕਿਵੇਂ ਯੂਜ਼ ਕਰਨਗੀਆਂ, ਇਹ ਦੱਸਿਆ ਗਿਆ 119 ਦੇ ਵਿੱਚ, ਜਿਹਦੀ ਰਕਬੇ ਦੀ ਅਸੀਂ ਤਕਸੀਮ ਨਹੀਂ ਕਰਦੇ। ਠੀਕ ਹੈ ਜੀ। ਅੱਗੇ ਸੈਕਸ਼ਨ 120 ਆ ਜਾਂਦਾ ਹੈ। 120 ਦੇ ਵਿੱਚ ਕੀ ਹੈ ਜੀ, ਡਿਸਟ੍ਰੀਬਿਊਸ਼ਨ ਆਫ ਰੈਵਨਿਊ ਐਂਡ ਰੈਂਟ ਆਫਟਰ ਪਾਰਟੀਸ਼ਨ। ਸਿੰਪਲ ਜਿਹਾ ਮੈਥਡ ਹੈਗਾ, ਆਪਾਂ ਰੋਜ਼ ਤਕਸੀਮਾਂ ਕਰਦੇ ਹਾਂ। ਅਸੀਂ ਰੋਜ਼ ਤਕਸੀਮਾਂ ਕਰਦੇ ਹਾਂ ਜੀ ਵੀ ਲੈਂਡ ਰੈਵਨਿਊ ਜਿਹੜਾ ਹੈਗਾ, ਮਾਈਕ ਬੰਦ, ਆਪਣਾ ਸਪੀਕਰ ਪਲੀਜ਼ ਬੰਦ ਕਰ ਲਓ ਜਿਹਦਾ ਵੀ ਖੁੱਲ੍ਹਾ ਹੈ। ਸੈਕਸ਼ਨ 120 ਕਹਿੰਦੇ ਜੀ ਰੈਵਨਿਊ ਆਫਿਸਰ ਡਿਟਰਮਾਈਨ ਕਰੇਗਾ revenue and rent after partition, the amount of revenue to be paid in respect of each of the holdings into which land has been divided on a partition, and the amount of rent to be paid in respect of each of the portions into which a tenancy has been so divided। ਹੁਣ tenancy ਤਾਂ ਅਸੀਂ ਡਿਵਾਈਡ ਨਹੀਂ ਕਰਨੀ, ਇੱਥੇ ਉੱਪਰ 110 ਸੈਕਸ਼ਨ 111 ਜੀ ਕਹਿੰਦਾ ਵੀ ਟੈਨੈਂਟ ਹੈ ਪਾਰਟੀਸ਼ਨ ਨਹੀਂ ਕਰਵਾ ਸਕਦਾ, ਇਸ ਕਰਕੇ ਉਹਦਾ ਪੋਰਸ਼ਨ ਆਪਣੇ ਆਪ ਹੀ
ਇਨਫੈਕਸ਼ਸ ਹੋ ਜਾਂਦਾ ਹੈ। ਜਦੋਂ ਅਸੀਂ ਅੱਗੇ ਵਧਦੇ ਹਾਂ ਕਿਸੇ ਚੈਪਟਰ ਦੇ ਵਿੱਚ, ਰੈਵਨਿਊ ਆਫਿਸਰ ਨੇ ਦੱਸਣਾ ਹੈ ਵੀ ਕਿਹੜੀ ਖੇਡ ਦਾ ਕਿੰਨਾ ਮਾਮਲਾ ਲੱਗੇਗਾ। ਉਹ ਸਾਰਿਆਂ ਨੂੰ ਪਤਾ, ਆਪਾਂ ਨੂੰ ਪ੍ਰਪੋਰਸ਼ਨਲੀ 10 ਕਿੱਲੇ ਨੇ, ਜਿਹਨੂੰ 5 ਕਿੱਲੇ ਆ ਗਏ ਉਹਦਾ ਅੱਧਾ ਮਾਮਲਾ ਹੋ ਗਿਆ, ਜਿਹਨੂੰ 2.5 ਕਿੱਲੇ ਆ ਗਏ ਉਹਦਾ ਚੌਥਾ ਹਿੱਸਾ ਮਾਮਲਾ ਹੋ ਗਿਆ। ਠੀਕ ਹੈ ਜੀ, ਕਿੱਲੇ ਮਗਰ ਕਿੰਨਾ ਮਾਮਲਾ ਹੋਇਆ ਉਹ ਖੰਡ ਕੇ ਅਸੀਂ ਉਹ ਕੱਲੇ ਵਿਅਕਤੀ ਦੀ ਕੱਲੇ ਮਾਲਕ ਦੀ ਖੇਵੜ ਦੇ ਉੱਪਰ ਅਸੀਂ ਲਗਾ ਦਿੰਦੇ ਹਾਂ, ਤਾਂ ਕਿ ਫਰਦਰ ਅਸੀਂ ਜਿਹੜੀ ਵਸੂਲੀ ਹੈ ਉਹਦੀ ਹੋ ਸਕੇ। ਤੇ ਜਿਹੜਾ ਲੈਂਡ ਰੈਵਨਿਊ ਦਾ ਜਿਹੜਾ ਰਿਕਾਰਡ ਬਣਨਾ, ਅਗਲੀ ਜਮ੍ਹਾਂਬੰਦੀ ਬਣਨੀ ਹੈ ਜਦੋਂ ਇੰਤਕਾਲ ਦਾ ਅਮਲ ਕਰਨਾ ਹੈ। ਠੀਕ ਹੈ ਜੀ, ਜਦੋਂ ਇੰਤਕਾਲ ਦਾ ਅਮਲ ਕਰਨਾ ਜਮ੍ਹਾਂਬੰਦੀ ਦੀ ਖੇਵੜ ਦੇ ਵਿੱਚ, ਤਾਂ ਉਹ ਜਿਹੜਾ ਮਾਮਲਾ ਹੈਗਾ ਸਾਰੀ ਖੇਵੜ ਦਾ, ਉਹ ਸਾਰੇ ਅਲੱਗ-ਅਲੱਗ ਖੇਵੜਾਂ ਦੇ ਵਿੱਚ ਲਗਾ ਕੇ ਉਹ ਕੰਪਲੀਟ ਕੀਤਾ ਜਾ ਸਕੇ। ਇਹਦੇ ਵਿੱਚ ਇਹਨੇ ਦੱਸਿਆ the determination of the revenue officer as the revenue to be paid in respect of each of the holding shall bear the estate in which the holding is situated subject to a fixed assessment। ਫਿਕਸ ਅਸੈਸਮੈਂਟ ਦੀ ਗੱਲ ਕਰਦਾ ਹੈ ਜਿੱਥੇ ਮਾਮਲਾ ਪੱਕੇ ਤੌਰ ਤੇ ਲੱਗਿਆ ਹੋਇਆ। ਆਮ ਤੌਰ ਤੇ ਆਪਾਂ ਦੇਖਦੇ ਹਾਂ ਆਪਣੇ ਏਰੀਆ 'ਚ, ਮੈਂ ਤਾਂ ਕੱਚੇ ਤੌਰ ਤੇ ਮਾਮਲਾ ਕਿਤੇ ਲੱਗਿਆ ਦੇਖਿਆ ਨਹੀਂ ਹੈਗਾ। ਸਾਰੇ ਪੰਜਾਬ ਜਿੱਥੇ ਵੀ ਕਿਤੇ ਪਤਾ ਲੱਗਿਆ ਸਾਨੂੰ ਤਾਂ ਪੱਕੇ ਤੌਰ ਤੇ ਮਾਮਲਾ ਲੱਗਿਆ ਦੇਖਿਆ ਹੈਗਾ। ਕੱਚੇ ਤੌਰ ਤੇ ਮਾਮਲਾ ਕਿਤੇ ਲੱਗਣ ਦੀ ਕਿਤੇ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਹੁਣ ਤੱਕ। ਠੀਕ ਹੈ, ਜਾਣੀ ਕਿ ਜਿਹੜਾ ਮਾਮਲਾ ਅਸੀਂ ਪੱਕੇ ਤੌਰ ਤੇ ਲਗਾ ਦਿੰਦੇ ਹਾਂ ਮਰਬਾਬੰਦੀ ਵੇਲੇ, ਉਹਦੀ ਗੱਲ ਕਰਦਾ ਵੀ ਜਿੱਥੇ ਮਾਮਲਾ ਪੱਕਾ ਲੱਗਿਆ ਉਹਨੂੰ ਅਸੀਂ ਕਿਵੇਂ ਡਿਸਟਰੀਬਿਊਟ ਕਰਨਾ, ਉਹ ਪ੍ਰਪੋਰਸ਼ਨਲੀ ਕਰਨਾ ਹੈ। ਫਿਰ ਤੀਜੇ ਇਹਦੇ 120 ਦੇ 3 ਦੇ ਵਿੱਚ ਗੱਲ ਕਰੀ ਹੈ ਵੀ ਜੇ ਕਿਤੇ ਮਾਮਲਾ ਲਗਾਉਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਨੇ ਕੋਈ ਫਰਾਡ ਕਰ ਲਿਆ ਹੋਵੇ, ਤਾਂ ਸਰਕਾਰ ਹੈ ਜਿਹੜੀ 12 ਸਾਲ ਦੇ ਅੰਦਰ ਹੈ ਜੀ ਉਹ ਮਾਮਲੇ ਨੂੰ ਦੁਬਾਰਾ ਰੀਡਿਸਟਰੀਬਿਊਟ ਕਰ ਸਕਦੀ ਹੈ। ਗਵਰਨਮੈਂਟ where new states have been created at the partition and the land revenue has been fraudulently or erroneously distributed among them, the state government may within 12 years from the time of the discovery of the fraud, ਜਦੋਂ ਪਤਾ ਲੱਗ ਜਾਏ ਵੀ ਇਹ ਪਾਰਟੀ ਨੇ ਗਲਤ ਮਾਮਲਾ ਲਵਾ ਲਿਆ ਜਾਂ ਦੂਜੀ ਨੂੰ ਗਲਤ ਲੱਗ ਗਿਆ ਜਾਂ ਗਲਤ ਜਾਣ ਕੇ ਲਵਾ ਲਿਆ ਜਾਂ ਅਚਾਨਕ ਗਲਤ ਲੱਗ ਗਿਆ, order a new distribution of the land revenue। ਦੇਖੋ ਹੁਣ ਚਾਹੇ ਇਸ ਚੀਜ਼ ਦੀ ਜਿਹੜੀ ਇੰਪੋਰਟੈਂਸ ਹੈ ਘਟ ਗਈ ਇਸ ਸਟੇਜ ਤੇ ਆ ਕੇ, ਪਰ ਇਹ ਲੈਂਡ ਰੈਵਨਿਊ ਦੀ ਜਿਹੜੀ ਇੰਪੋਰਟੈਂਸ ਸੀ ਜਦੋਂ ਸਰਕਾਰ ਦਾ ਮੇਜਰ ਇਨਕਮ ਸੋਰਸ ਸੀਗਾ ਉਸ ਵੇਲੇ ਦੀ ਬਹੁਤ ਇੰਪੋਰਟੈਂਸ ਸੀ। ਸਾਨੂੰ ਅੱਜ ਲੱਗ ਰਿਹਾ ਵੀ ਇਹ ਮਾਮਲੇ ਦੀ ਗੱਲ ਕਰੀ ਜਾਂਦਾ, ਵਸੂਲੀ ਨਹੀਂ ਕਰਦੇ, ਲੈਣਾ ਨਹੀਂ ਦੇਣਾ ਨਹੀਂ। ਠੀਕ ਹੈ, ਇਹਦੇ ਤੇ ਧਿਆਨ ਕਿਉਂ ਕੰਸੈਂਟਰੇਟ ਕੀਤਾ ਜਾਂਦਾ ਸੀਗਾ, ਮੇਜਰ ਸੋਰਸ ਆਫ ਇਨਕਮ ਸੀ ਉਸ ਵੇਲੇ ਸਰਕਾਰਾਂ ਦਾ ਜਦੋਂ ਇਹ ਮਾਮਲੇ ਦੀ ਵਸੂਲੀ ਹੁੰਦੀ ਸੀਗੀ। fraud or error, order a new distribution of the land revenue among the several states on an estimate of the assets of each state at the time of the partition to be made conformably to the best evidence and information। ਕੁਛ ਨਹੀਂ ਦੱਸਿਆ ਇਹਦੇ ਵਿੱਚ, ਸਿੰਪਲ ਜੀ ਗੱਲ ਹੈਗੀ ਹੈ ਵੀ ਜੇ ਕਿਤੇ ਕਿਸੇ ਗਲਤ ਲੱਗ ਗਿਆ ਮਾਮਲਾ, ਕਿਸੇ ਨੂੰ ਜਾਣਬੁੱਝ ਕੇ ਗਲਤ ਲੱਗ ਗਿਆ, ਅਚਾਨਕ ਗਲਤ ਲੱਗ ਗਿਆ, ਤੁਸੀਂ 12 ਸਾਲ ਦੇ ਅੰਦਰ ਤੁਸੀਂ ਉਹ ਫਰਾਡ ਲੱਭ ਜਾਂਦਾ, ਤੁਸੀਂ ਦੁਬਾਰਾ ਜਿਹੜਾ ਮਾਮਲਾ ਹੈ ਉਹਨੂੰ ਰੀਡਿਸਟਰੀਬਿਊਟ ਕਰ ਸਕਦੇ ਹੋ। ਠੀਕ ਹੈ ਜੀ, ਅੱਗੇ ਆ ਜਾਂਦਾ ਜੀ ਸੈਕਸ਼ਨ 121। ਸੈਕਸ਼ਨ 121 ਵੈਰੀ ਇੰਪੋਰਟੈਂਟ ਸੈਕਸ਼ਨ ਹੈ ਜੀ, ਇੰਸਟਰੂਮੈਂਟ ਆਫ ਪਾਰਟੀਸ਼ਨ, ਜਿਹਨੂੰ ਅਸੀਂ ਸਨਅਤ ਤਕਸੀਮ ਕਹਿੰਦੇ ਹਾਂ। ਠੀਕ ਹੈ, ਇਹਦੇ ਤੇ ਨਵੀਆਂ ਅਮੈਂਡਮੈਂਟਸ ਦੇ ਵਿੱਚ ਕਾਫੀ ਕੁਝ ਦੱਸਿਆ ਹੈਗਾ, ਇਹਦੇ ਤੇ ਕਾਫੀ ਚੇਂਜਸ ਹੋਈਆਂ ਨੇ ਤੇ ਅਸੀਂ ਬੜੇ ਧਿਆਨ ਦੇ ਨਾਲ ਤੁਸੀਂ ਇਹ ਜਿਹੜਾ ਹੈਗਾ ਵਾਰ-ਵਾਰ ਪੜ੍ਹ ਲਿਓ ਤਾਂ ਕਿ ਤੁਹਾਨੂੰ ਸਮਝ ਆਵੇ। ਮੈਂ ਆਪਾਂ ਡਿਸਕਸ ਕਰਾਂਗੇ ਹੁਣ ਇਸ ਨੂੰ ਸੈਕਸ਼ਨ 121 ਨੂੰ। ਯਾਨੀ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਸ ਨੇ ਇੱਥੇ ਇਹ ਕਰ ਦਿੱਤੀ, ਅਸੀਂ ਪਹਿਲਾਂ ਕਹਿੰਦੇ ਸੀ ਸਨਅਤ ਤਕਸੀਮ ਜਾਰੀ ਹੋ ਜਾਂਦੀ ਹੈ, ਨਕਸ਼ਾ ਤਕਸੀਮ ਫਾਈਨਲ ਹੋ ਜਾਂਦੀ ਹੈ। ਠੀਕ ਹੈ, ਇਹਨੇ ਹੁਣ ਗੱਲ ਕਰ ਦਿੱਤੀ ਇੱਥੇ ਵੀ ਜਿਹੜੀ ਸਨਅਤ ਤਕਸੀਮ ਹੈ ਇਹ ਤਾਂ ਇੱਕ ਕਾਰਵਾਈ ਹੈ, ਫਾਈਨਲਿਟੀ ਆਫ ਪਾਰਟੀਸ਼ਨ ਸੈਕਸ਼ਨ 118 ਦੇ ਵਿੱਚ ਹੋ ਚੁੱਕੀ ਹੈ। ਤਕਸੀਮ ਦੀ ਕਾਰਵਾਈ, ਫਾਈਨਲ ਤਕਸੀਮ ਸੈਕਸ਼ਨ 118 ਦੇ ਵਿੱਚ ਹੋ ਚੁੱਕੀ ਹੈ। ਇਹ ਤਾਂ ਇੱਕ ਪ੍ਰੋਸੈਸ ਹੈ ਜਿਹੜਾ ਅਸੀਂ ਅੱਗੇ ਫਰਦਰ ਅਡਾਪਟ ਕਰਨਾ ਹੈ, ਸਨਅਤ ਤਕਸੀਮ ਜਿਹੜੀ ਜਾਰੀ ਕਰਨੀ ਹੈ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਉਹ ਇਹ ਵਾਲਾ ਚੈਪਟਰ ਨਿਕਾਲੋ ਜਿਹੜਾ ਤੁਸੀਂ ਅਮੈਂਡਮੈਂਟਸ, ਜੇ ਕਿਸੇ ਨੇ ਪ੍ਰਿੰਟ ਲੈ ਲਿਆ ਹੋਵੇ ਤਾਂ, ਜੇ ਕਿਸੇ ਨੇ ਪ੍ਰਿੰਟ ਲੈ ਲਿਆ ਹੋਵੇ ਨਾ ਅਮੈਂਡਮੈਂਟਸ ਦਾ, ਇਹ ਨਿਕਾਲੋ ਲਾਸਟ ਪੇਜ 13 ਨੰਬਰ ਤੇ ਆ ਜਾਓ। ਨੰਬਰ ਲਾਸਟ ਪੇਜ 13 ਪੈਰਾ। ਪਹਿਲਾਂ ਦੇਖੋ ਇਹਦੇ ਵਿੱਚ ਕਿਤੇ ਨਹੀਂ ਦਰਜ ਹੈਗਾ ਵੀ ਸਨਅਤ ਤਕਸੀਮ ਕਦੋਂ ਜਾਰੀ ਕਰਨੀ ਹੈ। ਨਕਸ਼ਾ ਈਡੀ ਪਾਸ ਕਰਤਾ ਸੀ, ਟੱਕ ਬਣਾਤੇ, ਨਕਸ਼ਾ ਆੜਾ ਪਾਸ ਹੋ ਗਿਆ, ਨਕਸ਼ਾ ਈਡੀ ਪਾਸ ਹੋ ਗਿਆ। ਸਾਨੂੰ ਐਕਟ ਦੇ ਵਿੱਚ ਕਿਤੇ ਨਹੀਂ ਮਿਲਦਾ ਹੈਗਾ ਵੀ ਅਸੀਂ ਸਨਅਤ ਤਕਸੀਮ ਲਈ ਕਿੰਨੇ ਸਮੇਂ ਬਾਅਦ ਸਨਅਤ ਤਕਸੀਮ ਜਾਰੀ ਕਰਦੇ ਹਾਂ।
ਪਰ ਇਨ ਪ੍ਰੈਕਟੀਕਲ ਜਿਵੇਂ ਕੋਰਟਾਂ ਦੀਆਂ ਕੁਝ ਜਜਮੈਂਟਸ ਸੀਗੀਆਂ ਪਹਿਲਾਂ ਤੋਂ ਅਵੇਲੇਬਲ, ਉਹਦੇ ਆਧਾਰ ਤੇ ਅਸੀਂ ਸਨਦ ਤਕਸੀਮ ਜਾਰੀ ਕਰਨ ਦੇ ਵਿੱਚ 30 ਦਿਨ ਦਾ ਸਮਾਂ ਰੱਖਿਆ ਹੁੰਦਾ ਸੀਗਾ ਸਾਰਿਆਂ ਨੇ। 30 ਡੇਜ਼ ਨਕਸ਼ਾ ਈਡੀ ਪਾਸ ਹੋ ਗਿਆ, ਅਸੀਂ ਉਹਨੂੰ ਫਾਈਨਲ ਆਰਡਰ ਮੰਨਦੇ ਹਾਂ ਕਿਉਂਕਿ 118 ਦੇ ਤਹਿਤ ਹੀ ਹੁੰਦਾ ਹੈ। ਅਸੀਂ 30 ਦਿਨਾਂ ਬਾਅਦ ਹੀ ਸਨਦ ਤਕਸੀਮ ਜਾਰੀ ਕਰਦੇ ਸੀਗੇ ਸਾਰੇ ਹੀ ਰੈਵਨਿਊ ਆਫਿਸਰ। ਇਹ ਕੁਝ ਪ੍ਰੈਸੀਡੈਂਟ ਚੱਲਦਾ ਆ ਰਿਹਾ ਸੀ ਪਿਛਲੇ ਸਮੇਂ ਤੋਂ, ਜਾਂ ਕੋਈ ਜਜਮੈਂਟ ਸੀ ਉਹਦੇ ਆਧਾਰ ਤੇ ਮੇਬੀ ਕਿਤੇ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਕਿਤੇ ਦਰਜ ਹੋਵੇ, ਪਰ ਮੈਨੂੰ ਨਹੀਂ ਕਿਤੇ ਦਿਖਿਆ ਹੈਗਾ, ਕਿਤੇ ਵੀ ਸਮੇਂ ਦੀ ਨਿਰਧਾਰਤ ਨਹੀਂ ਸੀ ਕੀਤਾ ਗਿਆ। ਹੁਣ ਸਰਕਾਰ ਨੇ ਕੀ ਕੀਤਾ ਹੈ, 90 ਡੇਜ਼ ਫਿਕਸ ਕੀਤੇ ਹੈ ਵੀ ਜੇ ਕਿਤੇ ਤਕਸੀਮ ਹੁੰਦੀ ਹੈ, ਜਲਦਬਾਜ਼ੀ ਤਕਸੀਮ ਕਰ ਰਹੇ ਹਾਂ ਅਸੀਂ, ਮੰਨ ਲਓ ਕਿਸੇ ਕਾਰਨ ਕੋਈ ਬੰਦਾ ਤਕਸੀਮ ਕਰਵਾ ਰਿਹਾ ਹੈ, ਐਕਸ ਪਾਰਟੀ ਕਰਵਾ ਰਿਹਾ ਹੈ, ਦੂਜੀਆਂ ਪਾਰਟੀਆਂ ਨੂੰ ਸਮਨਿੰਗ ਪ੍ਰੋਪਰ ਹੋਈ ਨਹੀਂ ਹੈ ਜੀ, ਕਾਰਵਾਈਆਂ ਸਾਰੀਆਂ ਕਰਵਾ ਲਈਆਂ, ਤੇ ਇਹ ਨਾ ਹੋਵੇ ਕਿ ਅਸੀਂ ਇੰਨੀ ਜਲਦੀ ਤਕਸੀਮ ਸਨਦ ਹੀ ਜਾਰੀ ਕਰ ਦਈਏ। ਨਕਸ਼ਾ ਈਡੀ ਪਾਸ ਹੋ ਗਿਆ, ਨਕਸ਼ਾ ਈਡੀ ਪਾਸ ਹੁੰਦੇ ਸਾਰੀ ਅਸੀਂ ਫਟਾਫਟ ਤਕਸੀਮ ਦੀ ਸਨਦ ਜਾਰੀ ਕਰ ਦਈਏ, ਨਕਸ਼ਾ ਮਤਲਬ ਕਿ ਤਕਸੀਮ ਫਾਈਨਲ ਹੋ ਗਈ ਜੀ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਦੂਜੀਆਂ ਪਾਰਟੀਆਂ, ਜਿਹੜੀਆਂ ਦੂਜੀਆਂ ਇੰਟਰਸਟਡ ਪਾਰਟੀਆਂ ਨੇ, ਉਹਨਾਂ ਨੂੰ ਘੱਟੋ ਘੱਟ ਪਤਾ ਲੱਗ ਜਾਵੇ ਸਾਡੇ ਖੇਤ ਦੀ ਤਕਸੀਮ ਚੱਲ ਰਹੀ ਹੈ, ਠੀਕ ਹੈ। ਇਸ ਕਰਕੇ ਸਮਾਂ ਦਿੱਤਾ ਗਿਆ ਇਹਦੇ ਵਿੱਚ 90 ਡੇਜ਼ ਫਿਕਸ ਕੀਤੇ ਨੇ। ਜਦੋਂ ਤੱਕ 90 ਦਿਨ ਪਾਸ ਨਹੀਂ ਹੋ ਜਾਂਦੇ, ਨਕਸ਼ਾ 118 ਦੇ ਤਹਿਤ ਜਿਹੜਾ ਅਸੀਂ ਆਰਡਰ ਫਾਈਨਲ ਆਰਡਰ ਕਰਦੇ ਹਾਂ ਤਕਸੀਮ ਦਾ, ਤੱਕ ਬਣਾ ਦਿੰਦੇ ਹਾਂ। ਜਦੋਂ ਤੱਕ 90 ਦਿਨ ਕ੍ਰਾਸ ਨਹੀਂ ਹੋ ਜਾਂਦੇ, ਪਾਸ ਨਹੀਂ ਹੋ ਜਾਂਦੇ, ਠੀਕ ਹੈ, 90 ਦਿਨ ਦੀ ਲਿਮਿਟ ਰੱਖੀ ਹੈ, 90 ਦਿਨਾਂ ਦੇ ਬਾਅਦ ਹੀ ਅਸੀਂ ਜਿਹੜੀ ਸਨਦ ਤਕਸੀਮ ਹੈ ਉਹ ਜਾਰੀ ਕਰਨੀ ਹੈ, ਪਹਿਲਾਂ ਨਹੀਂ ਜਾਰੀ ਕਰਨੀ। ਪਹਿਲਾਂ 30 ਡੇਜ਼ ਕਰਦੇ ਹਾਂ। ਦੇਖੋ ਆਮ ਤੋਂ ਮੇਰੇ ਖਿਆਲ ਕੋਈ ਰੀਡਰ ਸਾਹਿਬ ਬੈਠੇ ਹੋਣਗੇ, ਸ਼ਾਇਦ ਜੇ ਕੋਈ ਤਹਿਸੀਲਦਾਰ ਦੇ ਤੌਰ ਤੇ ਕੰਮ ਕੀਤਾ, ਤਹਿਸੀਲਦਾਰ ਦੇ ਰੀਡਰ ਦੇ ਤੌਰ ਤੇ, ਠੀਕ ਹੈ ਨਾ। ਕਿੰਨੇ ਦਿਨ ਦਾ ਸਮਾਂ ਰੱਖਿਆ ਹੋਇਆ ਜੀ? ਪਹਿਲਾਂ 30 ਦਿਨ ਦੇ ਬਾਅਦ ਕਰਦੇ ਹਾਂ, ਠੀਕ ਹੈ। ਪੂਰੇ ਪੰਜਾਬ ਦੇ ਵਿੱਚ ਹੀ 30 ਡੇਜ਼ ਦਾ ਜਿਹੜਾ ਸਮਾਂ ਹੈਗਾ ਇਹੀ ਹੈ ਵੀ 30 ਦਿਨ ਦੇ ਬਾਅਦ ਅਸੀਂ ਸਨਦ ਤਕਸੀਮ ਜਾਰੀ ਕਰਦੇ ਹਾਂ, 30 ਦਿਨ ਲੈਪਸ ਹੋਣ ਤੋਂ ਬਾਅਦ, ਕ੍ਰਾਸ ਹੋਣ ਤੋਂ ਬਾਅਦ, ਠੀਕ ਹੈ। ਹੈ ਜੀ, ਨਕਸ਼ਾ ਈਡੀ ਪਾਸ ਹੋਣ ਤੋਂ 30 ਡੇਜ਼ ਬਾਅਦ, ਠੀਕ ਹੈ। ਪਰ ਹੁਣ ਇਹ ਸਰਕਾਰ ਨੇ ਦੇਖੋ ਇਹ ਜਿਹੜੀ ਨਵੀਂ ਅਮੈਂਡਮੈਂਟ ਕੀਤੀ ਹੈ, ਇਹ ਕੀਤੀ ਤਾਂ ਇਸ ਕਰਕੇ ਹੈ ਵੀ ਤਾਂ ਕਿ ਜਲਦਬਾਜ਼ੀ ਤਕਸੀਮ ਨਾ ਅਸੀਂ ਕਰ ਦਈਏ, ਜਲਦਬਾਜ਼ੀ ਸਨਦ ਜਾਰੀ ਨਾ ਕਰ ਦਈਏ। ਪਾਰਟੀਆਂ ਨੂੰ, ਕੰਸਰਨ ਪਾਰਟੀਆਂ ਨੂੰ, ਜੇ ਕਿਸੇ ਨੂੰ ਨਹੀਂ ਪਤਾ ਮੌਕਾ ਮਿਲਿਆ ਆਉਣ ਦਾ ਕੋਰਟ ਦੇ ਵਿੱਚ, ਜਾਂ ਕਿਸੇ ਨੂੰ ਪ੍ਰੋਪਰ ਸਮਨਿੰਗ ਨਹੀਂ ਹੋ ਪਾਈ ਕਿਸੇ ਵੀ ਕਾਰਨ, ਉਹ ਆ ਕੇ ਆਪਣਾ ਪੱਖ ਪੇਸ਼ ਕਰ ਲਵੇ, ਮੌਕਾ ਦਿੱਤਾ ਗਿਆ। ਇਸ ਕਰਕੇ ਇਹਦੀ ਲਿਮਿਟ ਜਿਹੜੀ ਹੈਗੀ ਹੈ ਵੀ ਜਲਦਬਾਜ਼ੀ ਤਕਸੀਮ ਪਾਸ ਨਾ ਕਰੋ, ਸਨਦ ਜਾਰੀ ਨਾ ਕਰੋ, ਇਹਦੀ ਲਿਮਿਟ 90 ਡੇਜ਼ ਕਰ ਦਿੱਤੀ। ਹੁਣ 90 ਦਿਨ ਤੋਂ ਪਹਿਲਾਂ ਅਸੀਂ ਮਤਲਬ ਕਿ ਸਨਦ ਜਾਰੀ ਨਹੀਂ ਕਰਨੀ, ਠੀਕ ਹੈ ਜੀ। ਹੈ ਜੀ, ਨਕਸ਼ਾ ਆੜਾ ਤੋਂ ਮੰਨੇ ਜਾਣਗੇ ਜਦੋਂ ਤੱਕ ਬਣ ਗਏ, ਜਦੋਂ ਤੱਕ ਬਣ ਗਏ। ਦੇਖੋ ਜਿੱਥੇ ਟੱਕ ਬਣ ਗਏ ਇਹਦੇ ਵਿੱਚ ਲਿਖਿਆ ਕਲੀਅਰ ਵੀ ਜਦੋਂ ਤੁਹਾਡੇ ਟੱਕ ਬਣ ਗਏ, ਤੁਸੀਂ ਪਿੱਛੇ ਜਾਓ, ਇਹਦੇ ਆਓ 12 ਨੰਬਰ 'ਚ ਆਓ, 12 'ਚ ਆਓ। ਇਟ ਹੈਜ਼ ਬੀਨ ਮੇਡ ਕਲੀਅਰ ਇਨ ਦਿਸ ਸੈਕਸ਼ਨ, 118 ਦੀ ਗੱਲ ਕਰ ਰਹੇ ਹਾਂ, 118 ਦੀ ਗੱਲ ਕਰ ਰਹੇ ਹਾਂ। ਇਟ ਹੈਜ਼ ਬੀਨ ਪੈਰਾ 12, ਇਹ ਜਿਹੜੀਆਂ ਨਵੀਆਂ ਹਦਾਇਤਾਂ ਆਈਆਂ ਨੇ, ਪੇਜ ਨੰਬਰ 8 ਦੇ ਪੈਰਾ 12। It has been made, section 118, it has been made clear in this section that the revenue officer, सुनो जी please है, it has been made clear in this section that the revenue officer shall allot specific portion of the partitioned land to the various applicants। ठीक है, section 118 ਦੀ ਗੱਲ ਕਰ ਰਹੇ ਹਾਂ ਜੀ ਵੀ revenue officer ਨੇ specific portion various applicants ਨੂੰ allot ਕਰਨੇ ਨੇ। ਅਲਾਟ ਕਦੋਂ ਹੁੰਦੇ ਨੇ? ਜਦੋਂ ਨਕਸ਼ਾ ਆੜਾ ਬਣ ਜਾਂਦਾ ਜੀ, ਠੀਕ ਹੈ, ਫਾਈਨਲ ਆਰਡਰ ਹੋ ਗਿਆ। ਇਟ ਇਜ਼ ਆਲਸੋ ਕਲੈਰੀਫਾਈਡ, ਫਿਰ ਦੁਬਾਰਾ ਦੇਖੋ ਨਵਾਂ ਪੁਆਇੰਟ ਲਿਖਿਆ, ਇਟ ਇਜ਼ ਆਲਸੋ, ਤਾਂ ਕਿ ਕਿਸੇ ਗੱਲ ਦੀ ਕੋਈ ਸ਼ੱਕ ਦੀ ਸੰਭਾਵਨਾ ਨਾ ਰਹਿ ਜਾਵੇ, ਆਪਾਂ ਨੂੰ ਕਲੀਅਰ ਹੋਏ, ਹਰ ਫੰਡਾ ਕਲੀਅਰ ਹੋਵੇ। ਇਟ ਇਜ਼ ਆਲਸੋ ਕਲੈਰੀਫਾਈਡ that in case the partition proceeding have reached finality by virtue of an order passed under section 118, 118 ਦੇ ਤਹਿਤ ਅਸੀਂ ਸਪੈਸਿਫਿਕ ਪੋਰਸ਼ਨ ਅਲਾਟ ਕਰ ਦਿੱਤੇ ਪਾਰਟੀਆਂ ਨੂੰ, they cannot be brought to halt, they cannot be brought to halt, halt ਮਤਲਬ ਇੱਥੇ ਆ ਕੇ ਰੁਕਾਵਟ ਨਹੀਂ ਬਣੇਗੀ,
ਹਾਲਟ ਬਾਈ ਐਨੀ ਐਪਲੀਕੈਂਟ, ਇੱਥੇ ਆ ਕੇ ਕੋਈ ਐਪਲੀਕੈਂਟ ਹੈ ਜਿਹੜਾ ਉਹ ਰੁਕਾਵਟ ਪੈਦਾ ਨਹੀਂ ਕਰ ਸਕਦਾ। ਇਸ ਸਟੇਜ ਤੇ ਆ ਕੇ ਅਸੀਂ ਨਕਸ਼ਾ ਆੜਾ ਪਾਸ ਕਰ ਦਿੱਤਾ, ਟੱਕ ਬਣ ਗਏ। ਹੁਣ ਦੇਖੋ ਇਨ ਪ੍ਰੈਕਟੀਕਲ ਤੁਸੀਂ ਦੇਖਦੇ ਹੋ, ਸਾਡੇ ਮੈਂ ਵੀ ਦੇਖਿਆ ਹੈਗਾ, ਇਨ ਪ੍ਰੈਕਟਿਸ 'ਚ ਵੀ ਆਇਆ ਹੈਗਾ ਬਹੁਤ ਵਾਰੀ ਇਹ ਗੱਲ। ਜਦੋਂ ਨਕਸ਼ਾ ਆੜਾ ਬਣਿਆ, ਟੱਕ ਬਣ ਗਏ, ਜਿਹੜੇ ਬੰਦੇ ਨੇ ਐਪਲੀਕੈਂਟ ਨੇ ਪਾਰਟੀਸ਼ਨ ਕਰਾਉਣ ਲਈ ਅਰਜ਼ੀ ਦਿੱਤੀ ਸੀਗੀ, ਉਹਦੀ ਮਰਜ਼ੀ ਦੇ ਮੁਤਾਬਕ ਟੱਕ ਨਹੀਂ ਬਣਿਆ ਜੋ ਉਹ ਚਾਹੁੰਦਾ ਸੀਗਾ। ਠੀਕ ਹੈ, ਟੱਕ ਬਣਿਆ ਕਾਨੂੰਨ ਦੇ ਮੁਤਾਬਕ, ਜੋ ਮੌਕੇ ਤੇ ਹਾਲਾਤ ਠੀਕ ਲੱਗੇ, ਕਾਨੂੰਗੋ ਹਲਕਾ ਵੱਲੋਂ ਟੱਕ ਬਣਾਇਆ ਗਿਆ ਜਾਂ ਨਕਸ਼ਾ ਮੋਡ ਆਫ ਪਾਰਟੀਸ਼ਨ ਦੇ ਮੁਤਾਬਕ ਟੱਕ ਬਣ ਗਿਆ, ਪਰ ਉਹਦੀ ਮਰਜ਼ੀ ਮੁਤਾਬਕ ਟੱਕ ਨਹੀਂ ਬਣਿਆ ਜੋ ਪਟੀਸ਼ਨਰ ਸੀਗਾ। ਇੱਥੇ ਆ ਕੇ ਤਾਂ ਹੀ ਕਲੀਅਰ ਕੀਤਾ, ਇਟ ਇਜ਼ ਆਲਸੋ ਕਲੈਰੀਫਾਈਡ that in case the partition proceeding have reached finality, मतलब कि फाइनल ਤੇ ਪਹੁੰਚ ਚੁੱਕੀਆਂ ਨੇ by virtue of an order passed under section 118, ਤੁਹਾਡੇ 118 ਦੇ ਤਹਿਤ ਆਰਡਰ ਪਾਸ ਕਰਨ ਦੇ ਨਾਲ ਜਿਹੜੀ ਪਾਰਟੀਸ਼ਨ ਪ੍ਰੋਸੀਡਿੰਗਾਂ ਫਾਈਨਲ ਹੋ ਚੁੱਕੀਆਂ ਨੇ, they cannot be brought to a halt by any applicant withdrawing therefrom। ਇਸ ਸਟੇਜ ਤੇ ਆ ਕੇ ਜਿਹੜਾ ਐਪਲੀਕੈਂਟ ਹੈ ਉਹ ਹਾਲਟ ਕ੍ਰੀਏਟ ਨਹੀਂ ਕਰ ਸਕਦਾ, ਯਾਨੀ ਕਿ ਇਸ ਨੂੰ ਸਾਰੇ ਕਰੇ ਕਰਾਏ ਕੰਮ ਨੂੰ ਖਤਮ ਨਹੀਂ ਕਰ ਸਕਦਾ, ਉਹ ਇੱਥੇ ਆ ਕੇ ਵਿਡਰੋ ਨਹੀਂ ਕਰ ਸਕਦਾ। This is to overcome a situation where an applicant who is not satisfied, ਇਹ ਕਿਉਂ ਹੋਇਆ, ਕਿਉਂ ਕੀਤਾ ਇਹ ਜਿਹੜਾ ਅਮੈਂਡਮੈਂਟਸ ਜਿਹੜੀ ਪ੍ਰੋਵੀਜ਼ਨ ਕਿਉਂ ਦਿੱਤੀ ਗਈ ਹੈ, ਕਿਉਂਕਿ this is to overcome, ਇਸ ਨੂੰ ਕਾਬੂ ਓਵਰਕਮ ਕਰਨ ਦੇ ਲਈ ਕਿਸ ਨੂੰ, ਸਿਚੁਏਸ਼ਨ, ਕਿਹੜੀ ਸਿਚੁਏਸ਼ਨ, where an applicant who is not satisfied with the partition may nullify the entire proceeding by withdrawing from the case। ਕੀ ਹੁੰਦਾ ਸੀ ਪਹਿਲਾਂ, ਇਸ ਸਟੇਜ ਤੇ ਆ ਕੇ ਉਹ ਸਾਰੀਆਂ ਪ੍ਰੋਸੀਡਿੰਗਸ ਕਰੀਆਂ ਨੂੰ ਨਲ ਕਰ ਦਿੰਦਾ ਸੀਗਾ, ਨਲ ਐਂਡ ਵਾਇਡ ਡਿਕਲੇਅਰ ਕਰ ਦਿੰਦਾ, ਨਲ ਐਂਡ ਵਾਇਡ ਹੀ ਹੋ ਗਿਆ ਜੇ ਕੇਸ ਵਾਪਸ ਹੋ ਗਿਆ। ਕਰਾਈ ਦੇ ਉੱਪਰ ਮੇਰਾ ਕਹਿੰਦੇ ਪਾਣੀ ਪਾਤਾ, ਰੈਵਨਿਊ ਆਫੀਸਰ ਨੇ ਕਾਨੂੰਗੋ ਹਲਕਾ ਵੱਲੋਂ, ਪਟਵਾਰੀ ਹਲਕਾ ਵੱਲੋਂ, ਵਕੀਲਾਂ ਵੱਲੋਂ ਕੀਤੀ ਗਈ ਮਿਹਨਤ ਦੇ ਉੱਪਰ ਦੂਜੀਆਂ ਪਾਰਟੀਆਂ ਨੇ ਕੰਟੈਸਟ ਕੀਤਾ, ਉਹ ਕਰਾਈ ਦੇ ਉੱਪਰ ਸਾਰੇ ਉੱਪਰ ਪਾਣੀ ਫੇਰ ਦਿੰਦਾ ਸੀਗਾ, ਨਲੀਫਾਈ ਕਰਦਾ ਸੀ ਉਹਨੂੰ, ਮਤਲਬ ਜ਼ੀਰੋ ਕਰ ਦਿੰਦਾ ਸੀ, ਮਤਲਬ ਕਹਿ ਲਈਏ ਕੇਸ ਨੂੰ ਵਾਪਸ ਲੈ ਕੇ। ਪਰ ਇੱਥੇ ਆ ਕੇ ਜਿਹੜੀਆਂ ਪ੍ਰੋਵੀਜ਼ਨਸ ਨੇ ਇਹਦੇ ਵਿੱਚ ਆ ਕੇ ਉਸ ਨੂੰ ਇੱਥੇ ਖਤਮ ਕਰਤਾ, ਓਵਰਕਮ ਕਰ ਦਿੱਤਾ ਵੀ ਤੁਸੀਂ ਇਸ ਸਟੇਜ ਤੇ ਆ ਕੇ ਜਦੋਂ ਨਕਸ਼ਾ 118 ਦੇ ਵਿੱਚ ਰੈਵਨਿਊ ਆਫੀਸਰ ਵੱਲੋਂ ਜਿਹੜੀ ਪ੍ਰੋਸੀਡਿੰਗ ਹੈ ਟੱਕਬੰਦੀ ਬਣ ਗਈ, ਫਾਈਨਲ ਹੋ ਗਿਆ ਸਾਰਾ ਕੁਝ, ਤੇ ਇਸ ਸਟੇਜ ਤੇ ਆ ਕੇ ਤੁਸੀਂ ਵਾਪਸ ਨਹੀਂ ਲੈ ਪਾਓਗੇ ਕੇਸ ਨੂੰ। ਠੀਕ ਹੈ ਜੀ। ਹਾਂਜੀ 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 ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਆ ਰਹੀ। हाँ मौसी देखो मेन ਤਾਂ ਇਹ ਹੈ ਵੀ ਜਿਹੜਾ ਤਰੀਕਾ ਤਕਸੀਮ ਹੈ, ਇੱਕ ਬੰਦਾ ਬੋਲੋ, ਮੋਹਨ ਸਿੰਘ ਜੀ ਤੁਸੀਂ ਬੋਲੋ। जी हाँ हाँ ਜਦੋਂ ਤਰੀਕਾ ਤਕਸੀਮ ਪਾਸ ਕਰ ਦਿੱਤਾ, ਠੀਕ ਹੈ, ਤਰੀਕਾ ਤਕਸੀਮ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਟੱਕਬੰਦੀ ਬਣ ਗਈ। ਤਰੀਕਾ ਤਕਸੀਮ ਦੇ ਵਿੱਚ ਕੀ ਹੈ, ਇਹ ਅਲਾਟ ਹੋ ਗਿਆ, ਇਹ ਡਿਸਾਈਡ ਹੋ ਗਿਆ ਵੀ ਪਾਰਟੀਸ਼ਨ ਕਿਵੇਂ ਕਰਨੀ ਹੈ। ਤਰੀਕਾ ਤਕਸੀਮ ਪਾਸ ਹੋਣਾ ਫਾਈਨਲ ਆਰਡਰ ਇੱਕ ਤਰ੍ਹਾਂ ਦਾ। ਤਰੀਕਾ ਤਕਸੀਮ ਦੇ ਤੁਸੀਂ ਤਰੀਕਾ ਤਕਸੀਮ ਤੋਂ ਬਾਹਰ ਹੋ ਕੇ ਟੱਕ ਥੋੜਾ ਬਣਾਵਾਂਗੇ। ਦੇਖੋ ਤਰੀਕਾ ਤਕਸੀਮ ਤੋਂ ਬਾਹਰ ਹੋ ਕੇ ਟੱਕ ਨਹੀਂ ਬਣਦੇ। ਤਰੀਕਾ ਤਕਸੀਮ ਦਾ ਜਿਹੜਾ ਆਰਡਰ ਹੈ ਇਹੀ ਫਾਈਨਲ ਆਰਡਰ ਹੈ, ਇਹਦੇ ਮੁਤਾਬਕ ਹੀ ਟੱਕ ਬਣਦੇ ਨੇ। ਉਹ ਤਾਂ ਇੱਕ ਆਪਣੀ ਇੰਟਰਨਲ ਕਾਰਵਾਈ ਹੁੰਦੀ ਹੈ ਨਕਸ਼ੇ ਆੜੇ ਦੀ, ਠੀਕ ਹੈ ਜੀ। ਕੇਸ ਵਾਪਸ ਨਹੀਂ ਹੁੰਦਾ ਇਸ ਤੋਂ ਬਾਅਦ ਆ ਕੇ 118 ਜਾ ਕੇ ਨਹੀਂ ਲੈ ਸਕਦਾ, ਨਹੀਂ ਲੈ ਸਕਦਾ, ਹਾਂ ਨਹੀਂ ਲੈ ਸਕਦਾ। ਦੇਖੋ ਜੀ ਨਹੀਂ ਖਤਮ ਹੋਇਆ, ਨਕਸ਼ਾ ਆਈਡੀ ਤਾਂ ਇੱਕ ਜਸਟ ਪ੍ਰੋਸੀਡਿੰਗ ਹੈ ਜੀ। ਨਕਸ਼ਾ ਆਈਡੀ ਤਾਂ ਇੱਕ ਫਾਰਮੈਲਿਟੀ ਹੈ, ਆਪਣੇ ਨਕਸ਼ੇ ਆੜੇ ਦੀ ਅੱਗੇ ਕਾਰਵਾਈ ਹੈ। ਨਕਸ਼ਾ ਆਈਡੀ ਦੀ ਕੋਈ ਇੰਪੋਰਟੈਂਸ ਨਹੀਂ ਹੁੰਦੀ।
ਨਕਸ਼ਾ ਆੜਾ ਹੀ ਮੇਨ ਸਾਰਾ ਹੁੰਦਾ ਹੈ। ਨਕਸ਼ੇ ਆੜੇ 'ਚ ਤੁਸੀਂ ਨਕਸ਼ੇ 'ਚ ਕੋਈ ਚੇਂਜ ਨਹੀਂ ਕਰ ਸਕਦੇ। ਨਕਸ਼ਾ ਜਿਹੜਾ ਖਤੌਨੀਆਂ ਬਣਾਉਂਦੀਆਂ, ਨਕਸ਼ਾ ਮੇਨ ਨਕਸ਼ਾ ਆੜਾ ਹੈਗਾ। ਨਕਸ਼ਾ ਜਿਹੜਾ ਜਸਟ ਇੱਕ ਕਾਰਵਾਈ ਹੈਗੀ ਹੈ, ਜਿਹੜੀ ਕਾਰਵਾਈ ਅਸੀਂ ਨਕਸ਼ੇ ਆੜੇ ਨੂੰ ਅਸੀਂ ਰੂਪ ਦੇਣਾ ਹੁੰਦਾ ਹੈ। ਉਹੀ ਚੀਜ਼ ਰੱਖਣੀ ਹੁੰਦੀ ਹੈ, ਉਹਦੇ 'ਚ ਕੋਈ ਹੋਣੀ ਉਹ ਤਾਂ ਇੱਕ ਅਸੀਂ ਉਹਦੇ ਇਤਰਾਜ਼ ਤਾਂ ਮੰਗ ਲੈਂਦੇ ਹਾਂ ਵੀ ਤਾਂ ਕਿ ਕੋਈ ਕਲੈਰੀਕਲ ਐਰਰ ਵਗੈਰਾ ਨਾ ਰਹਿ ਜਾਵੇ, ਨਕਸ਼ੇ ਆੜੇ ਦੇ ਅਗੇਂਸਟ ਨਾ ਚਲਾ ਜਾਵੇ, ਕੰਟਰਾਡਿਕਟ ਨਾ ਹੋ ਜਾਵੇ ਕਿਸੇ ਕਾਰਨ। ਫਾਈਨਲ ਨਕਸ਼ਾ ਆੜਾ ਹੈਗਾ, ਨਕਸ਼ਾ ਆਈਡੀ ਤੱਕ ਜਸਟ ਖਤੌਨੀਆਂ ਬਣਾਈਆਂ ਜਾਂਦੀਆਂ ਨੇ। ਸਰ ਨਕਸ਼ਾ ਐੜਾ ਤੇ ਨਕਸ਼ਾ ਈਡੀ ਦੇ ਵਿੱਚ ਕੀ ਫਰਕ ਹੁੰਦਾ ਜੀ? ਹਾਂ ਸੁਣੋ, ਦੇਖੋ ਨਕਸ਼ਾ ਸਕੀਮ ਕਿਹਨੂੰ ਕਹਿੰਦੇ ਜੀ? ਹਾਂਜੀ, ਨਕਸ਼ਾ ਆੜਾ ਸੁਣੋ ਕੀ ਹੁੰਦਾ ਹੈ। ਨਕਸ਼ਾ ਆੜਾ ਦੇ ਵਿੱਚ ਨੰਬਰ ਖਸਰਾ ਪੁਰਾਣੇ ਦਰਜ ਕੀਤੇ ਜਾਂਦੇ ਨੇ ਤੇ ਨਾਲ ਜਦੋਂ ਨਾਲ ਜਿਹੜੇ ਨੰਬਰ ਖਸਰੇ ਨਵੀਆਂ ਕੇਵਟਾਂ ਬਣ ਗਈਆਂ, ਠੀਕ ਹੈ। ਇਨਫੈਕਟ ਮੈਂ ਦੱਸੋ ਤੁਹਾਨੂੰ, ਜਿਹੜਾ ਨਕਸ਼ਾ ਆੜਾ ਹੈਗਾ, ਨਕਸ਼ੇ ਆੜੇ ਦੇ ਵਿੱਚ ਕੀ ਹੈ, ਜਿਹੜਾ ਅਕਸ ਸੱਜਰਾ ਹੁੰਦਾ ਹੈ, ਅਕਸ ਸੱਜਰੇ ਦੇ ਉੱਪਰ ਟੱਕਬੰਦੀ ਬਣ ਜਾਂਦੀ ਹੈ, ਠੀਕ ਹੈ। ਅਕਸ ਸੱਜਰੇ ਉੱਪਰ ਟੱਕਬੰਦੀ ਬਣਾ ਕੇ ਰਕਬਾ ਲੱਗ ਜਾਂਦਾ ਕਿੰਨਾ ਕਿੰਨਾ ਦਿੱਤਾ ਕਿਸੇ ਬੰਦੇ ਨੂੰ, ਤੇ ਨਕਸ਼ਾ ਆੜਾ ਦੇ ਵਿੱਚ ਉਹ ਰਕਬਾ ਭਰ ਦਿੱਤਾ ਜਾਂਦਾ ਹੈ। ਇਨਫੈਕਟ ਵੈਸੇ ਤੇ ਅਸੀਂ ਨੰਬਰ ਖਸਰਾ ਨਕਸ਼ਾ ਆੜੇ 'ਚ ਪਾ ਦਿੰਦੇ ਹਾਂ, ਪਰ ਨਕਸ਼ਾ ਆੜਾ ਦੇ ਵਿੱਚ ਜੋ ਸਾਡਾ ਪਰਫਾਰਮਾ ਬਣਿਆ ਹੋਇਆ ਹੈ ਨਕਸ਼ੇ ਆੜੇ ਦਾ, ਉਹਦੇ ਵਿੱਚ ਨੰਬਰ ਖਸਰਾ ਜਿਹੜੇ ਨਵੇਂ ਅਲਾਟ ਹੋਏ ਹੈ ਉੱਥੇ ਪਾਉਣ ਦੀ ਲੋੜ ਨਹੀਂ ਹੁੰਦੀ। ਉੱਥੇ ਅਸੀਂ ਟੋਟਲ ਰਕਬਾ ਲਿਖਣਾ ਹੁੰਦਾ ਹੈ ਐਜ਼ ਪਰ ਅਕਸ ਸੱਜਰਾ। ਨਕਸ਼ਾ ਆਈਡੀ ਜਾ ਕੇ ਅਸੀਂ ਡਿਟੇਲ ਦੇ ਦੇਣਾ ਹੈ ਨੰਬਰ ਖਸਰਾ ਦੀ, ਇਹ ਹੁੰਦਾ ਹੈ। ਪਰ ਪ੍ਰੈਕਟੀਕਲ ਕੀ ਚੱਲ ਰਿਹਾ ਹੈ? ਪ੍ਰੈਕਟੀਕਲ ਇਹ ਚੱਲ ਰਿਹਾ ਹੈ ਵੀ ਅਸੀਂ ਨਕਸ਼ੇ ਆੜੇ ਦੇ ਵਿੱਚ ਲੈਫਟ ਸਾਈਡ ਤੇ ਜਿਹੜਾ ਪੁਰਾਣਾ ਅੰਦਰਾਜ ਹੈ ਉਹ ਦਿੰਦੇ ਆ, ਤੇ ਨਵੇਂ ਪਾਸੇ ਅਸੀਂ ਜਿਹੜਾ ਅੰਦਰਾਜ ਹੈਗਾ ਉਹ ਨੰਬਰ ਖਸਰਾ ਪਾ ਦਿੰਦੇ ਆ, ਤੇ ਨਾਲ ਅਸੀਂ ਅਕਸ ਲੱਠੇ ਦੀ ਕਾਪੀ ਲਗਾ ਦਿੰਦੇ ਆ। ਤੇ ਜਿਹੜਾ ਨਕਸ਼ਾ ਈਡੀ ਹੈ, ਨਕਸ਼ੇ ਈਡੀ 'ਚ ਕੋਈ ਚੇਂਜ ਨਹੀਂ ਹੁੰਦੀ। ਨਕਸ਼ੇ ਈਡੀ ਦੇ ਵਿੱਚ ਪੁਰਾਣਾ ਅੰਦਰਾਜ ਲੈਫਟ ਸਾਈਡ ਤੇ, ਨਵਾਂ ਅੰਦਰਾਜ ਜਿਹੜੀਆਂ ਨਵੀਆਂ ਕੇਵਟਾਂ ਹੋਈਆਂ ਉਹ ਰਾਈਟ ਸਾਈਡ ਤੇ। ਮਤਲਬ ਨਕਸ਼ੇ ਆੜੇ ਤੇ ਨਕਸ਼ੇ ਈਡੀ 'ਚ ਫਰਕ ਤਾਂ ਕੋਈ ਰਿਹਾ ਨਾ, ਪਰ ਨਕਸ਼ੇ ਈਡੀ ਦੇ ਵਿੱਚ ਅਸੀਂ ਇਹ ਸਪੈਸੀਫਾਈ ਨਹੀਂ ਕਰ ਸਕਦੇ ਅਕਸ ਸੱਜਰਾ ਨਹੀਂ ਬਣਦਾ। ਅਕਸ ਸੱਜਰਾ ਟੱਕਬੰਦੀ ਨਕਸ਼ੇ ਆੜੇ 'ਚ ਬਣ ਜਾਂਦੀ ਹੈ, ਜਾਣੀ ਕਿ ਸਾਰਾ ਫਾਈਨਲ ਕੰਮ ਨਕਸ਼ੇ ਆੜੇ 'ਚ ਬਣ ਜਾਂਦਾ ਹੈ। ਨਕਸ਼ਾ ਈਡੀ ਜਸਟ ਇੱਕ ਫਾਰਮਲ ਇਹ ਹੋ ਜਾਂਦਾ ਵੀ ਖਤੌਨੀਆਂ ਕਿਹੜੀਆਂ ਬਣ ਗਈਆਂ, ਨੰਬਰ ਖਸਰਾ ਕਿਹੜੇ ਪੈ ਗਏ। ਅਸਲ ਦੇ ਵਿੱਚ ਨਕਸ਼ੇ ਆੜੇ ਦੇ ਵਿੱਚ ਕੋਈ ਨੰਬਰ ਖਸਰਾ ਪਾਉਣ ਦੀ, ਰਾਈਟ ਸਾਈਡ ਤੇ ਨੰਬਰ ਖਸਰਾ ਪਾਉਣ ਦੀ ਪ੍ਰੋਵੀਜ਼ਨ ਨਹੀਂ ਹੈਗੀ। ਨਕਸ਼ੇ ਆੜੇ ਦੇ ਵਿੱਚ ਰਾਈਟ ਸਾਈਡ ਤੇ ਨੰਬਰ ਖਸਰਾ ਪਾਉਣ ਦੀ ਪ੍ਰੋਵੀਜ਼ਨ ਨਹੀਂ, ਉਹ ਅਸੀਂ ਆਪਣੀ ਮਰਜ਼ੀ ਨਾਲ ਪਾ ਦਿੰਦੇ ਆ ਅੱਗੇ ਅੱਗੇ ਜਾ ਕੇ ਸਾਨੂੰ ਕੋਈ ਦਿੱਕਤ ਨਾ ਆਵੇ। ਨਕਸ਼ੇ ਆੜੇ ਦੇ ਰਾਈਟ ਸਾਈਡ ਤੇ ਅਸੀਂ ਟੋਟਲ ਰਕਬਾ ਲਿਖਣਾ ਹੁੰਦਾ ਹੈ, ਕਿਹੜੇ ਮਾਲਕ ਨੂੰ ਕਿੰਨਾ ਰਕਬਾ ਦਿੱਤਾ ਗਿਆ। ਇਹ ਡਿਫਰੈਂਸ ਹੈ ਨਕਸ਼ਾ ਆੜਾ ਤੇ ਈਡੀ ਦੇ ਵਿੱਚ। ਠੀਕ ਹੈ ਜੀ, ਕਲੀਅਰ ਹੈ? ਆਮ ਤੌਰ ਤੇ ਜਲੰਧਰ ਚ ਪ੍ਰੈਕਟਿਸ ਇਹ ਆ ਜੀ, ਨਕਸ਼ੇ ਐੜੇ ਦੇ ਵਿੱਚ ਸਾਰੀਆਂ ਕੇਵਟਾਂ ਨੂੰ ਇਕੱਠਾ ਕਰਕੇ ਜਿਹੜਾ ਰਕਬਾ ਬਣਾ ਦਿੱਤਾ ਜਾਂਦਾ ਆ। ਹਾਂ ਠੀਕ ਹੈ ਤੁਹਾਡੀ ਗੱਲ। ਤੇ ਉਹਦੇ ਵਿੱਚ ਕੋਈ ਅਕਸ ਸੱਜਰਾ ਨਹੀਂ ਬਣਾਇਆ ਜਾਂਦਾ। ਓਕੇ। ਤੇ ਨਕਸ਼ੇ ਈਡੀ ਦੇ ਵਿੱਚ ਪਹਿਲੇ ਮਾਲਕ ਤੇ ਨਵੇਂ ਮਾਲਕ ਕਾਇਮ ਕਰਕੇ ਫਿਰ ਅਕਸ ਸੱਜਰਾ ਜਿਹੜਾ ਬਣਾਇਆ ਜਾਂਦਾ। ਦੇਖੋ ਪਤਾ ਕੀ ਹੈ, ਇਹ ਜਿਹੜਾ ਪ੍ਰੈਜ਼ੀਡੈਂਟ ਹੈ ਹਰ ਇਲਾਕੇ 'ਚ ਅਲੱਗ-ਅਲੱਗ ਚੱਲ ਰਿਹਾ ਹੈ। ਮੈਂ ਵੀ ਕੀ ਥਾਂ ਤੇ ਜਿਵੇਂ ਲੁਧਿਆਣਾ ਸਾਈਡ ਮੈਂ ਰਿਹਾ, ਇੱਧਰ ਡੇਰਾਬੱਸੀ ਰਿਹਾ, ਠੀਕ ਹੈ, ਬਰਨਾਲਾ ਸਾਈਡ ਰਿਹਾ। ਪ੍ਰੈਕਟਿਸ ਥੋੜੀ ਡਿਫਰੈਂਟ ਹੈਗੀ, ਪਰ ਨਕਸ਼ਾ ਜਾ ਕੇ ਗੱਲ ਉਹੀ ਆ ਜਾਂਦੀ ਹੈ ਵੀ ਕਿਤੇ ਨਕਸ਼ਾ ਈਡੀ ਨੂੰ ਫਾਈਨਲ ਬਣਾਇਆ ਜਾਂਦਾ ਹੈ, ਕਿਤੇ ਨਕਸ਼ੇ ਆੜੇ ਨੂੰ ਫਾਈਨਲ ਬਣਾ ਦਿੱਤਾ ਜਾਂਦਾ ਹੈ। ਗੱਲ ਫਰਕ ਕੋਈ ਨਹੀਂ ਹੈਗਾ। ਜੋ ਸਾਡੇ ਪਰਫਾਰਮੇ ਬਣੇ ਹੋਏ ਨੇ, ਪਰਫਾਰਮੇ ਦੇ ਵਿੱਚ ਇਹ ਦੱਸਿਆ ਗਿਆ ਵੀ ਨਕਸ਼ੇ ਆੜੇ ਦੇ ਵਿੱਚ ਅਸੀਂ ਟੋਟਲ ਰਕਬਾ ਲਿਖਣਾ ਹੁੰਦਾ ਹੈ ਜੋ ਅਲਾਟ ਕੀਤਾ ਗਿਆ ਨਵੇਂ ਮਾਲਕਾਂ ਨੂੰ, ਠੀਕ ਹੈ। ਉੱਥੇ ਨੰਬਰ ਖਸਰਾ ਨਹੀਂ ਅਲਾਟ ਕੀਤੇ ਜਾਂਦੇ ਨਕਸ਼ੇ ਆੜੇ ਦੇ ਵਿੱਚ, ਪਰ ਨਾਲ ਅਕਸ ਸੱਜਰਾ ਲੱਗਦਾ ਹੈ। ਅਕਸ ਸੱਜਰੇ ਦੇ ਵਿੱਚ ਅਸੀਂ ਨੰਬਰ ਖਸਰਾ ਟੋਟਲ ਤਾਂ ਹੀ ਲਿਖਾਂਗੇ ਜੇ ਅਸੀਂ ਅਕਸ ਸੱਜਰੇ ਦੇ ਵਿੱਚ ਉਹਦੇ ਟੱਕ ਬਣਾਵਾਂਗੇ। ਜਦੋਂ ਤੱਕ ਅਸੀਂ ਟੱਕ ਨਹੀਂ ਬਣਾ ਲੈਂਦੇ ਉਦੋਂ ਤੱਕ ਅਸੀਂ ਟੋਟਲ ਰਕਬਾ ਨਹੀਂ ਜੋੜ ਸਕਦੇ ਵੀ ਕਿਹੜੇ ਮਾਲਕ ਨੂੰ ਅਲਾਟ ਕੀਤਾ ਗਿਆ, ਠੀਕ ਹੈ। ਤੇ ਨਕਸ਼ੇ ਈਡੀ ਦੇ ਵਿੱਚ ਆ ਕੇ ਨੰਬਰ ਖਸਰਾ ਪੈ ਜਾਂਦੇ ਨੇ, ਨਵੀਆਂ ਖਤੌਨੀਆਂ ਬਣ ਜਾਂਦੀਆਂ ਨੇ ਨਵੇਂ ਮਾਲਕਾਂ ਦੀਆਂ, ਨਵੇਂ ਨੰਬਰ ਖਸਰਾ ਨਵੀਆਂ ਖਤੌਨੀਆਂ, ਠੀਕ ਹੈ। ਉੱਥੇ ਆ ਕੇ ਹੁਣ ਕੁਝ ਨਕਸ਼ਾ ਜਿਵੇਂ ਇਸ ਨੂੰ ਕਹਿੰਦੇ ਆ ਈਡੀ ਨੂੰ, ਇਹ ਉਰਦੂ ਦੇ ਕੁਝ ਵਰਡ ਨੇ, ਕਿਤੇ ਕੋਈ ਯੂਜ਼ ਕੀਤਾ ਗਿਆ, ਕਿਤੇ ਜੀਮ, ਕਿਤੇ ਬੇ, ਏਦਾਂ ਹੈਗਾ, ਠੀਕ ਹੈ ਜੀ। ਆਪਾਂ ਇਹ 'ਚ ਕਨਫਿਊਜ਼ ਨਾ ਹੋਈਏ, ਆਪਾਂ ਇਹੀ ਰੱਖੀਏ ਨਕਸ਼ਾ ਊੜਾ ਆੜਾ ਈਡੀ ਰੱਖੀਏ। ਅੱਗੇ ਆ ਗਿਆ ਜੀ, ਆਪਾਂ ਪੜ੍ਹ ਰਹੇ ਸੀਗੇ ਸੈਕਸ਼ਨ 121 ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ 90 ਡੇਜ਼ ਦੀ, ਵੀ ਨਕਸ਼ਾ ਆੜਾ ਵਗੈਰਾ ਪਾਸ ਹੋਣ ਤੋਂ ਬਾਅਦ ਅੰਡਰ ਸੈਕਸ਼ਨ 118 ਆਰਡਰ ਦੇ ਫਾਈਨਲ ਆਰਡਰ ਪਾਸ ਹੋਣ ਤੋਂ ਬਾਅਦ 90 ਡੇਜ਼ ਤੋਂ ਪਹਿਲਾਂ ਅਸੀਂ ਸਨਦ ਤਕਸੀਮ ਜਾਰੀ ਨਹੀਂ ਕਰਨੀ। ਇਹ ਤੁਸੀਂ ਆਪਦੀ ਬੁੱਕ ਤੇ ਲਿਖ ਲਓ ਜੀ, ਜਿਹੜਾ ਇਹ ਹੈਗਾ
ਸੈਕਸ਼ਨ 121 ਇਹਦੇ ਸਾਹਮਣੇ ਲਿਖ ਲਓ 90 ਡੇਜ਼ ਆਫਟਰ 90 ਡੇਜ਼ ਨੋਟ ਕਰ ਲਓ ਜੀ ਇਹ, ਕਿਉਂਕਿ ਇਹ ਜੇ ਬੁੱਕਸ ਆਪਣੀ ਕਿਸੇ ਕਿਤੇ ਨਹੀਂ ਹੈਗਾ 90 ਡੇਜ਼ ਆਫਟਰ ਪਾਸਿੰਗ 90 ਡੇਜ਼ ਆਫਟਰ ਪਾਸਿੰਗ ਇੱਥੇ ਨੋਟ ਕਰ ਲਓ, ਮੈਂ ਲਿਖਾਣਾ ਤੁਹਾਨੂੰ ਸਨਦ is to be issued, ਇਹ ਜਿਹੜਾ ਸੈਕਸ਼ਨ 121 ਹੈ ਇਹਦੇ ਕਾਰਨਰ ਤੇ ਲਿਖ ਲਓ ਸਨਦ is to be issued after passing 90 days from the order made under section 118. ਸਰ ਇੱਕ ਕੁਐਸਚਨ ਪੁੱਛ ਸਕਦੇ ਹਾਂਜੀ ਉਹਦਾ ਐਡਾ ਏਡੀ ਚ ਜਾਲ ਹੋਵੇ ਜੇ ਜੋ ਵੀ ਹੈਗਾ ਉਹਨਾਂ ਦੇ ਵਿੱਚ ਸਾਰਾ ਕਲੀਅਰ ਹੋ ਗਿਆ ਕਿ ਆਹ ਕੋਲੇ ਐਸਐਸ ਪਾਰਟੀ ਨੂੰ ਮਿਲਣਾ ਹੈ ਜੀ, ਫਿਰ ਸਨਦ ਤਕਸੀਮ ਦਾ ਕੀ ਪਰਪਸ ਰਹਿ ਜਾਂਦਾ, ਕਿਉਂ ਇਸ਼ੂ ਕੀਤੀ ਜਾਂਦੀ ਸਨਦ ਤਕਸੀਮ is a decree of the court, ਡਿਗਰੀ ਸ਼ੀਟ ਕਹਿ ਸਕਦੇ ਡਿਗਰੀ ਸ਼ੀਟ ਕਹਿੰਦੇ ਆ ਅਸੀਂ, ਹਾਂ ਸਿਵਲ ਸਨਦ ਮੀਨ ਦੇਖੋ ਜੱਜਮੈਂਟ ਤੇ ਡਿਗਰੀ ਕੀ ਫਰਕ ਹੈ ਆਪਾਂ ਨੂੰ ਪਤਾ ਹੋਵੇਗਾ, ਜੱਜਮੈਂਟ ਦੀ ਡਿਗਰੀ ਕੀ ਫਰਕ ਹੈ ਦੱਸੋ ਜੀ। ਮੈਂ ਦੱਸਦਾ ਜੀ ਕਿ ਉਹਦੇ ਵਿੱਚ ਖਰਚੇ ਹੋਰ ਚੀਜ਼ਾਂ ਸਾਰੀਆਂ ਪਾਈਆਂ ਜਾਂਦੀਆਂ, ਡਿਗਰੀ ਸ਼ੀਟ ਦੇ ਵਿੱਚ ਵੀ ਕਿੰਨਾ ਹੁੰਦਾ, ਕੀ ਹੈਗਾ ਕੀ ਨਹੀਂ ਕੁਛ ਦੇਖੋ ਗੱਲ ਹੈ ਜੱਜਮੈਂਟ ਇਹ ਹੁੰਦੀ ਹੈ ਵੀ ਇਸ ਕੇਸ ਦੀ ਪ੍ਰੋਸੀਡਿੰਗ ਕਿਵੇਂ ਚੱਲੀ, ਕਿਵੇਂ ਪ੍ਰੋਸੀਡਿੰਗ ਚੱਲੀ, ਕੀ ਕੇਸ ਇਸ਼ੂ ਫਰੇਮ ਹੋਏ, ਕੀ ਇਸ਼ੂ ਫਰੇਮ ਹੋਏ, ਕਿਹੜੀਆਂ ਪਾਰਟੀਆਂ ਨੇ ਕੀ ਕਿਹਾ, ਕਿਹੜੀਆਂ ਪਾਰਟੀਆਂ ਨੇ ਡਿਟੇਲਡ ਆਰਡਰ ਆਫ ਦਾ ਕੇਸ, ਉਹ ਹੋ ਜਾਂਦੀ ਹੈ ਜੱਜਮੈਂਟ। ਸਨਦ ਦੇ ਵਿੱਚ ਆ ਕੇ ਅਸੀਂ ਸ਼ਾਰਟ ਕਰ ਦਿੰਦੇ ਵੀ ਕਿਹਨੂੰ ਕੀ ਦਿੱਤਾ, ਕਿਹਨੇ ਕੀ ਕਿਹਾ ਸੀ, ਕਿਹਨੂੰ ਕੀ ਦਿੱਤਾ ਗਿਆ, ਠੀਕ ਹੈ, ਕੀ ਕਾਸਟ ਪਈ, ਇਹ ਸਨਦ। ਇੱਥੇ ਕਿ ਸਨਦ ਦੇ ਵਿੱਚ ਵੀ ਅਸੀਂ ਆਹ ਨੰਬਰ ਜੋ ਪ੍ਰੋਸੀਡਿੰਗ ਹੋ ਗਈ ਸਾਰੀ ਕੁਛ, ਏ ਬਣਿਆ, ਬੀ ਬਣਿਆ, ਸੀ ਬਣਿਆ, ਊੜਾ ਆੜਾ ਏੜੀ ਬਣਿਆ, ਤਰੀਕਾ ਤਕਸੀਮ ਕੀ ਬਣਿਆ, ਸਭ ਕੁਝ ਬਣਾਇਆ, ਠੀਕ ਹੈ। ਸਨਦ ਚ ਆ ਕੇ ਅਸੀਂ ਨੰਬਰ ਅਲਾਟ ਕਰਦੇ ਵੀ ਇਹਨੂੰ ਆਹ ਨੰਬਰ ਦਿੱਤੇ ਜਾਂਦੇ ਆ, ਤਕਸੀਮ ਫਾਈਲ ਹੋਈ ਸੀ, ਇਹਨੂੰ ਆਹ ਨੰਬਰ ਦਿੱਤੇ ਸੀ, ਅਲਾਟ ਕਰਦੇ। ਇਹ ਸਨਦ ਤਕਸੀਮ ਹੈ ਜੀ। ਇਹ ਇੱਕ ਯਾਦਾਸ਼ਤ ਹੈ। ਦੇਖੋ ਉਰਦੂ ਦੇ ਵਰਡ ਤੋਂ ਸੁਣੋ, ਸਨਦ ਦਾ ਮਤਲਬ ਕੀ ਹੈ, ਸਨਦ ਇੱਕ ਯਾਦਾਸ਼ਤ, ਇਹ ਪਰਚਾ ਯਾਦਾਸ਼ਤ ਨੂੰ ਕਹਿੰਦੇ ਨੇ, ਸਨਦ ਹੈ ਤਾਂ ਕਿ ਯਾਦ ਰਹੇ, ਤੇ ਤਾਂ ਕਿ ਇਹ ਕੇਸ ਹੋਇਆ ਸੀਗਾ, ਇਹ ਬੰਦੇ ਨੇ ਕੇਸ ਫਾਈਲ ਕੀਤਾ ਸੀਗਾ ਤੇ ਇਹਨਾਂ ਦੇ ਖਿਲਾਫ ਕੇਸ ਫਾਈਲ ਕੀਤਾ ਸੀ, ਇਹਦੇ ਵਿੱਚ ਆਹ ਫੈਸਲਾ ਹੋਇਆ, ਬਸ ਸ਼ਾਰਟ ਚ ਹੁੰਦੀ ਹੈ ਜੀ, ਠੀਕ ਹੈ। ਅੱਗੇ ਦੇਖੋ ਇੱਕ ਹੋਰ ਇੰਪੋਰਟੈਂਟ ਗੱਲ ਕਹੀ ਹੈ ਇਹਦੇ ਵਿੱਚ, ਅੰਡਰ ਸੈਕਸ਼ਨ 118 ਮੰਨ ਲਓ ਜੇ ਕੋਈ ਆਰਡਰ ਪਾਸ ਕੀਤਾ ਸੀਗਾ, ਉਹ ਕਿਸੇ ਅਪੀਲ ਚਲਾ ਗਿਆ, ਅੱਗੇ ਕੀ ਹੁੰਦਾ ਹੈ, ਅਸੀਂ ਸਨਦ ਤਕਸੀਮ ਇੱਕ ਵਾਰੀ ਜਾਰੀ ਕਰਤੀ, ਮੁੜ ਕੇ ਅਸੀਂ ਉਹਨੂੰ ਛੇੜਦੇ ਨਹੀਂ, ਹੱਥ ਨਹੀਂ ਲਾ ਸਕਦੇ। ਰੈਵਨਿਊ ਆਫਿਸਰ ਜਦੋਂ ਸਨਦ ਤਕਸੀਮ ਇੱਕ ਵਾਰੀ ਜਾਰੀ ਕਰ ਦਿੰਦਾ, ਜਿਹਨੇ ਵੀ ਰੈਵਨਿਊ ਆਫਿਸਰ ਬੈਠੇ ਆਪਣੇ ਰੀਡਰ ਸਾਹਿਬ ਹੈ ਬੈਠੇ ਹੋਣਗੇ ਜਾਂ ਕਾਨੂੰਗੋ ਸਾਹਿਬਾਨ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਗੱਲ ਦੇ ਵਿੱਚ ਇਨ ਪ੍ਰੈਕਟਿਸ ਜੋ ਹੋ ਰਿਹਾ ਹੈ। ਜਦੋਂ ਸਨਦ ਤਕਸੀਮ ਇੱਕ ਵਾਰੀ ਜਾਰੀ ਹੋ ਜਾਂਦੀ ਹੈ, ਮੁੜ ਕੇ ਅਸੀਂ ਉਹਨੂੰ ਟੱਚ ਨਹੀਂ ਕਰਦੇ, ਛੇੜਦੇ ਨਹੀਂ ਹੈਗੇ ਵੀ ਅਸੀਂ ਉਹਦੇ 'ਚ ਕੋਈ ਮੋਡੀਫਾਈ ਨਹੀਂ ਕਰਦੇ, ਨਾ ਕਰ ਸਕਦੇ ਹਾਂ, ਠੀਕ ਹੈ, ਜਦੋਂ ਤੱਕ ਕਿਸੇ ਹਾਇਰ ਅਥਾਰਟੀ ਵੱਲੋਂ ਕੋਈ ਆਰਡਰ ਨਹੀਂ ਆ ਜਾਂਦਾ। ਹੁਣ ਇਹਦੇ ਵਿੱਚ ਕੀ ਕੀਤਾ, ਇਹਨਾਂ ਨੇ ਇੱਕ ਓਪਰਚੁਨਿਟੀ ਦਿੱਤੀ ਹੈ 118 ਦੇ ਵਿੱਚ, ਜਦੋਂ ਕੋਈ ਬੰਦਾ ਅਪੀਲ ਚਲਾ ਗਿਆ ਤਾਂ 118 'ਚ ਅਪੀਲ ਚਲਾ ਗਿਆ, ਇੱਥੇ ਆ ਕੇ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਪਾਰਟੀਸ਼ਨ ਦੀਆਂ ਜਿਹੜੇ ਪ੍ਰੋਸੀਡਿੰਗ ਨੇ ਬੰਦ ਕਰ ਦਿਓ, ਨਹੀਂ ਕਿਹਾ ਵੀ ਆਰਡਰ ਚਲਾ ਗਿਆ ਅਪੀਲ, ਜਦੋਂ ਕੋਈ ਉੱਪਰਲੀ ਕੋਰਟ ਸਟੇ ਨਹੀਂ ਦਿੰਦੀ, ਤੁਸੀਂ ਪ੍ਰੋਸੀਡਿੰਗ ਆਪਣੀ ਕੰਟੀਨਿਊ ਰੱਖੋ, ਠੀਕ ਹੈ। ਜ਼ਿਆਦਾਤਰ ਕੀ ਹੁੰਦਾ ਵੀ ਇੱਕ ਵਾਰੀ ਜਦੋਂ ਅਪੀਲ ਪੈ ਗਈ ਅਸੀਂ ਕਾਰਵਾਈ ਬੰਦ ਕਰ ਦਿੱਤੀ, ਜਦੋਂ ਅਪੀਲ ਫਾਈਨਲ ਹੋ ਕੇ ਆਏਗੀ ਫਿਰ ਅਸੀਂ ਕਾਰਵਾਈ ਆਰੰਭ ਕਰਾਂਗੇ। ਪਰ ਇੱਥੇ ਕਿਹਾ ਵੀ ਤੁਸੀਂ ਪ੍ਰੋਸੀਡਿੰਗ ਦੀ ਕਾਰਵਾਈ ਨੂੰ ਕੰਟੀਨਿਊ ਰੱਖਣ ਦੀ ਖਾਤਰ ਇੱਕ ਅਮੈਂਡਮੈਂਟ ਕਰ ਦਿੱਤੀ ਵੀ 118 ਦੀ ਜੇ 118 ਦੇ ਆਰਡਰ ਦੇ ਤੁਹਾਡੇ ਖਿਲਾਫ ਕੋਈ ਅਪੀਲ ਚਲੀ ਗਈ, ਯੂ ਹੈਵ ਟੂ ਕੰਟੀਨਿਊ, ਤੁਸੀਂ ਕੰਟੀਨਿਊ ਕਰਨਾ ਹੈ, ਤੁਸੀਂ ਸਨਦ ਤਕਸੀਮ ਜਾਰੀ ਕਰਤੀ ਇਨ ਬਿਟਵੀਨ, ਠੀਕ ਹੈ ਜੀ, ਇਨ ਬਿਟਵੀਨ ਸਨਦ ਜਾਰੀ ਕਰ ਦਿੱਤੀ। ਫਿਰ ਜਿਹੜਾ ਤੁਹਾਡਾ 118 ਦਾ ਆਰਡਰ ਸੀਗਾ ਉਹਦੇ ਵਿੱਚ ਕਿਸੇ ਹਾਇਰ ਕੋਰਟ ਵੱਲੋਂ ਕੋਈ ਮੋਡੀਫਿਕੇਸ਼ਨ ਹੋ ਗਈ, amendment ਹੋ ਗਈ, this is to reduce the possibility that the instrument may be issued immediately after the finalization of the partition without the parties getting adequate opportunity to challenge the partition। ਇਹਦਾ ਗੱਲ ਆ ਗਈ ਸੀ 90 days ਦੀ। ਦੂਸਰਾ ਪੁਆਇੰਟ, besides it has been provided in terms of subsection 2 of section 121 ਦੇ ਨਾਲ subsection 2 ਲੱਗੀ ਹੈ, ਤੁਹਾਡੇ ਬੁੱਕ ਦੇ ਵਿੱਚ ਨਹੀਂ ਹੋਏਗੀ, ਇਹਨੂੰ ਨਵੀਂ ਅਮੈਂਡ ਕਰ ਲਓ।
सबसेक्शन 102 सॉरी सबसेक्शन 2 ਸੈਕਸ਼ਨ 121 ਦੀ ਨਵੀਂ ਅਮੈਂਡ ਹੋਈ ਹੈ। ਇਹ 'ਚ ਕੀ ਲਿਖਿਆ ਗਿਆ ਜੀ, ਦੇਖੋ ਸੁਣੋ। It has been provided in terms of subsection 2 of section 121 for amending or modifying the instrument of partition in the event of an order passed under section 118 of the act being set aside, modified or reversed। ਜੇ ਕਿਸੇ ਉੱਪਰਲੀ ਕੋਰਟ ਵੱਲੋਂ ਕੋਈ ਤੁਹਾਡਾ ਜਿਹੜਾ 118 ਚ ਆਰਡਰ ਪਾਸ ਕੀਤਾ ਗਿਆ ਸੀਗਾ ਉਹ ਸੈਟ ਅਸਾਈਡ ਹੋ ਗਿਆ, ਮੋਡੀਫਾਈ ਹੋ ਗਿਆ, ਰਿਵਰਸ ਹੋ ਗਿਆ। This is for the purpose that the issuance of instrument of partition is not delay। ਦੇਖੋ ਤੁਸੀਂ ਆਪਣੀ ਜਾਰੀ ਕੀਤੀ ਗਈ ਸਨਦ ਨੂੰ ਜਦੋਂ ਉਹ ਉੱਪਰਲੀ ਹਾਇਰ ਕੋਰਟ ਵੱਲੋਂ ਕੋਈ ਆਰਡਰ ਐਸਾ ਆ ਗਿਆ ਤੁਹਾਡੇ 118 ਦੇ ਵਿੱਚ ਕੋਈ ਮੋਡੀਫਿਕੇਸ਼ਨ ਹੋਗੀ ਜਾਂ ਰਿਵਰਸ ਹੋਗੀ ਜਾਂ ਅਮੈਂਡ ਹੋ ਗਿਆ, ਤੁਸੀਂ ਆਪਣੀ ਸਨਦ ਤਕਸੀਮ ਦੇ ਵਿੱਚ ਵੀ ਉਹ ਜਿਹੜੀ ਚੇਂਜ ਹੋਈ ਹੈ ਉਹ ਕਰ ਸਕਦੇ ਹੋ। ਠੀਕ ਹੈ ਜੀ। ਇੱਥੇ ਆ ਕੇ ਇਹ ਨਵੀਂ ਅਮੈਂਡਮੈਂਟਸ ਦੇ ਨਾਲ सबसेक्शन 2 इट हैज बीन प्रोवाइडेड, दोबारा रिपीट कर रहे हैं क्योंकि इंपॉर्टेंट है जी बहुत ज्यादा। इट हैज बीन प्रोवाइडेड इन टर्म्स ऑफ सबसेक्शन 2 ऑफ सेक्शन 121 फॉर अमेंडिंग और मॉडिफाइंग द इंस्ट्रूमेंट ऑफ पार्टीशन। भी तुसी सनद तकसीम ਨੂੰ ਮੋਡੀਫਾਈ ਵੀ ਕਰ ਸਕਦੇ ਹੋ, ਅਮੈਂਡ ਵੀ ਕਰ ਸਕਦੇ ਹੋ ਪਾਰਟੀਸ਼ਨ ਦੀ ਸਨਦ ਤਕਸੀਮ ਨੂੰ। in the event of an order passed under section 118 of the act being set aside, ਤੁਹਾਡਾ ਆਰਡਰ ਸੈਟ ਸਾਈਡ ਹੋ ਗਿਆ, ਮੰਨ ਲਓ 118 ਦੇ ਵਿੱਚ ਕੀਤਾ ਗਿਆ ਜਾਂ ਮੋਡੀਫਾਈ ਹੋ ਗਿਆ ਜਾਂ ਰਿਵਰਸ ਹੋ ਗਿਆ। ਕਿਉਂ ਕੀਤੀ ਗਈ ਇਹ? ਦਿਸ ਇਜ਼ ਫਾਰ ਦਾ ਪਰਪਸ that the issuance of instrument of partition is not delayed in the event of appeal or revision being pending against an order 118 और 121। ਵੀ ਤੁਹਾਡਾ ਜਿਹੜੇ ਆਰਡਰ ਹੈ 118 ਦੇ ਅਧੀਨ ਜਾਂ 121 ਦੇ ਅਧੀਨ ਜੇ ਕੋਈ ਅਪੀਲ ਫਾਈਨਲ ਅਪੀਲ ਪੈਂਡਿੰਗ ਹੈਗੀ ਹੈ ਤਾਂ ਤੁਸੀਂ ਪਾਰਟੀਸ਼ਨ ਪ੍ਰੋਸੀਡਿੰਗ ਨੂੰ ਸਨਦ ਤਕਸੀਮ ਜਾਰੀ ਕਰਨ ਦੇ ਲਈ ਤੁਸੀਂ ਡਿਲੇ ਨਾ ਹੋਵੇ ਤੁਹਾਡਾ ਕੰਮ, ਤੁਸੀਂ ਸਨਦ ਤਕਸੀਮ ਆਪਦੀ ਕੰਟੀਨਿਊ ਕਰਦੇ ਰਹੋ ਜਦੋਂ ਤੱਕ ਕਿਸੇ ਹਾਇਰ ਅਥਾਰਟੀ ਵੱਲੋਂ ਕੋਈ ਸਟੇ ਨਹੀਂ ਹੈਗੀ ਤਾਂ ਤੁਸੀਂ ਸਨਦ ਤਕਸੀਮ ਜਾਰੀ ਕਰ ਸਕਦੇ ਹੋ। ਸਨਦ ਤਕਸੀਮ ਜਾਰੀ ਕਰਕੇ ਕਰ ਦਿੱਤੀ, ਜੇ ਕੋਈ ਆਰਡਰ ਚੇਂਜ ਦਾ ਆ ਗਿਆ ਤਾਂ ਤੁਸੀਂ ਸਨਦ ਤਕਸੀਮ ਨੂੰ ਇਸ ਆਰਡਰ ਦੇ ਤਹਿਤ ਇਸ ਸੈਕਸ਼ਨ ਦੇ ਤਹਿਤ ਸੈਕਸ਼ਨ 2 ਆਫ 121 ਨਵੀਂ ਇਨਸਰਟ ਹੋਈ ਹੈ ਜੀ। ਇੱਥੇ ਤੁਸੀਂ ਨੋਟ ਕਰ ਲਓ 121 ਦੇ ਥੱਲੇ सबसेक्शन 2 अमेंडिंग मॉडिफाइंग द इंस्ट्रूमेंट ऑफ पार्टीशन नोट कर लो जी। अमेंडिंग और मॉडिफाइंग द इंस्ट्रूमेंट ऑफ पार्टीशन संदक तकसीम नु। हाँ जी जी सर ਇਹ ਜਿਹੜੀ ਅਪੀਲ ਪਾਈ ਹੈ ਉਹਨਾਂ ਨੇ ਚਲੋ 118 ਸੈਕਸ਼ਨ ਦੇ ਤਹਿਤ जी हाँ जी ਜੇ ਪਾਪਾ ਮੰਨ ਲਓ ਸੰਦ ਤਕਸੀਮ ਦੀ ਪ੍ਰੋਸੈਸ ਚੱਲ ਰਿਹਾ ਹੈ, ਆਪਣੇ ਕੋਲੇ 90 ਦਿਨ ਹੈ ਜੀ। ਉਹ ਨਕਸ਼ਾ 90 ਦਿਨ ਤੋਂ ਦੇਖੋ 90 ਦਿਨ ਤਾਂ ਹੀ ਦਿੱਤੇ ਆ ਇੱਥੇ, ਅਸੀਂ 30 ਦਿਨ ਦੇ ਅੰਦਰ ਦਾ ਸਨਦ ਜਾਰੀ ਕਰਕੇ ਪਰਾਂ ਮਾਰਦੇ ਸੀਗੇ। ਠੀਕ ਹੈ, ਆਲਾ ਜੇ ਅਪੀਲ ਗਿਆ ਹੈ ਹੁੰਦਾ ਉੱਥੇ ਜਾ ਕੇ ਕੋਈ ਪ੍ਰੋਸੀਡਿੰਗ ਚੇਂਜ ਹੋ ਜਾਂਦੀ ਹੈ, ਅਸੀਂ ਸਨਦ ਤਕਸੀਮ ਪਹਿਲਾਂ ਜਾਰੀ ਕਰ ਦਿੰਦੇ ਹੁੰਦੇ ਆ। ਠੀਕ ਹੈ, ਇਸੇ ਕਰਕੇ ਇੱਥੇ 90 ਡੇਜ਼ ਦਾ ਟਾਈਮ ਦਿੱਤਾ, 90 ਡੇਜ਼ ਦਾ ਟਾਈਮ ਤਾਂ ਹੀ ਦਿੱਤਾ ਵੀ ਤੁਸੀਂ ਜਲਦਬਾਜ਼ੀ ਨਾ ਕਰੋ ਸਨਦ ਤਕਸੀਮ ਜਾਰੀ ਕਰਨ ਦੇ ਵਿੱਚ, 90 ਦਿਨ ਤੋਂ ਪਹਿਲਾਂ ਜਾਰੀ ਨਹੀਂ ਕਰਨੀ। ਜੇਕਰ ਅਪੀਲ ਦੇ ਵਿੱਚ ਕੁਝ ਹੁੰਦਾ ਹੈ ਤਾਂ ਅੱਗੇ ਅਪੀਲ ਦੇ ਟਾਈਮ ਵੀ ਆਪਾਂ ਜਦੋਂ ਅਪੀਲ ਦਾ ਜਿਹੜਾ ਸੈਕਸ਼ਨ 13 ਹੈ, ਸੈਕਸ਼ਨ 13 ਦੀ ਅਪੀਲ ਦਾ ਦੇਖੋ, ਠੀਕ ਹੈ, ਉੱਥੇ ਟਾਈਮ ਦਿੱਤਾ ਹੋਇਆ ਵੀ ਕਿੰਨੀ ਦੇਰ 'ਚ ਅਪੀਲ ਫਾਈਲ ਕਰ ਸਕਦਾ ਹੈ, ਕਿੰਨੀ ਦਿਨ 'ਚ ਅਪੀਲ ਦਾ ਫੈਸਲਾ ਕਰਨਾ ਹੈ। ਮਤਲਬ ਕੋਸ਼ਿਸ਼ ਇਹ ਕੀਤੀ ਗਈ ਹੈ ਵੀ ਪਟੀਸ਼ਨਰ ਨੂੰ, ਅਪੀਲੈਂਟ ਨੂੰ, ਐਪਲੀਕੈਂਟ ਨੂੰ ਅਪੀਲ ਕਰਨ ਦਾ ਸਮਾਂ ਵੀ ਦਿੱਤਾ ਜਾਵੇ ਤੇ ਉਸ ਸਮੇਂ ਦੇ ਵਿੱਚ ਜਿਹੜੀ ਅਪੀਲ ਹੈ ਉਹ ਫੈਸਲਾ ਵੀ ਹੋ ਜਾਵੇ, ਫੈਸਲਾ ਹੋ ਕੇ ਤੇ ਸਨਦ ਤਕਸੀਮ ਦੇ ਵਿੱਚ ਉਹ ਇੰਟਰੋਡਿਊਸ ਵੀ ਹੋ ਜਾਵੇ। ਪਰ ਜੇਕਰ ਕਿਸੇ ਕਾਰਨ ਪਾਰਟੀਆਂ ਜਿਹੜਾ ਅਪੀਲ ਦਾ ਫੈਸਲਾ ਜਲਦੀ ਨਹੀਂ ਕਰਾਂਦੀਆਂ, ਠੀਕ ਹੈ, ਜਾਣ ਕੇ ਡਿਲੇ ਕਰਦੀਆਂ ਉਸ ਨੂੰ, ਤਾਂ ਉੱਥੇ ਇਹ ਸ਼ਰਤ ਲਗਾਤੀ ਨਾਲ ਵੀ ਫਿਰ ਤੁਸੀਂ 90 ਦਿਨਾਂ ਤੋਂ ਬਾਅਦ ਤੁਸੀਂ ਆਪਦੀ ਪ੍ਰੋਸੀਡਿੰਗ ਸਟਾਰਟ ਕਰੋ। ਯੂ ਹੈਵ ਟੂ ਇਸ਼ੂ ਦਾ ਸਨਦ ਤਕਸੀਮ। ਜੇ ਸਨਦ ਤਕਸੀਮ ਤੁਸੀਂ ਜਾਰੀ ਕਰ ਦਿੱਤੀ, ਉੱਧਰੋਂ ਅਪੀਲ ਦਾ ਫੈਸਲਾ ਨਹੀਂ ਹੋਇਆ, ਅਪੀਲ ਦਾ ਫੈਸਲਾ ਹੋ ਕੇ ਆ ਗਿਆ, ਬਾਅਦ ਦੇ ਵਿੱਚ ਉਹਨਾਂ ਨੇ ਕੋਈ ਅਮੈਂਡਮੈਂਟ ਕਰ ਦਿੱਤੀ, ਤਾਂ ਅੱਗੇ ਤੁਹਾਨੂੰ ਇੱਥੇ ਆ ਕੇ ਦੇਤਾ ਵੀ ਤੁਸੀਂ ਫਿਰ ਜੇ ਅਮੈਂਡਮੈਂਟ ਹੋ ਗਈ ਤਾਂ ਤੁਸੀਂ ਆਪਣੀ ਸਨਦ ਤਕਸੀਮ ਨੂੰ ਸੈਕਸ਼ਨ ਨਵੀਂ ਹੈ ਜਿਹੜੀ ਸਬਸੈਕਸ਼ਨ 2 ਹੈ ਇਹ ਇਨਸਰਟ ਕੀਤੀ ਹੈ। ਰੈਵਨਿਊ ਆਫੀਸਰ ਕੈਨ ਅਮੈਂਡ ਔਰ ਮੋਡੀਫਾਈ ਦਾ ਇੰਸਟਰੂਮੈਂਟ ਆਫ ਪਾਰਟੀਸ਼ਨ। ਇਹ ਨੋਟ ਕਰ ਲਓ ਜੀ ਇੱਥੇ ਵੀ ਰੈਵਨਿਊ ਆਫੀਸਰ ਕੈਨ ਅਮੈਂਡ ਔਰ ਮੋਡੀਫਾਈ ਦਾ ਮੋਡ ਆਫ ਪਾਰਟੀਸ਼ਨ।
ਅੰਡਰ ਸੈਕਸ਼ਨ 121 ਦੀ 2 ਇੱਥੇ ਆਪਦੀ ਕਾਪੀ ਬੁੱਕ ਦੇ ਵਿੱਚ ਨੋਟ ਕਰ ਲਓ ਜੀ। ਠੀਕ ਹੈ, ਸਰ ਇੱਕ ਮਿੰਟ ਮੇਰੀ ਗੱਲ, ਬ੍ਰਾਂਡ ਕਬਜ਼ਾ ਹੋ ਗਿਆ ਜੀ, ਇੰਤਕਾਲ ਵੀ ਹੋ ਗਿਆ। ਵਾਰੰਟ ਕਬਜ਼ੇ ਤਾਂ ਆਪਾਂ ਗਏ ਨਹੀਂ ਜੀ ਅਜੇ, ਆਪਾਂ ਵਾਰੰਟ ਕਬਜ਼ਾ ਅੱਗੇ ਪੜਾਂਗੇ, ਇਸੇ ਚ ਹੋਊਗਾ, ਤੁਹਾਡਾ ਕਲੀਅਰ ਹੋ ਗਿਆ ਸਾਰਾ ਸਾਰਾ ਓਕੇ ਹੈ, ਅੱਗੇ ਪੜਾਂਗੇ ਵਾਰੰਟ ਕਬਜ਼ੇ ਬਾਰੇ। ਠੀਕ ਹੈ, ਅੱਗੇ ਇਹਨੇ ਫਿਰ ਇੱਕ ਐਕਸਪਲੇਨੇਸ਼ਨ ਹੋਰ ਦੇਤੀ, ਇਹ ਤਾਂ ਮੋਡੀਫਾਈ ਦੀ ਗੱਲ ਆ ਗਈ ਜੀ ਵੀ ਅਸੀਂ ਮੋਡੀਫਾਈ ਕਰ ਸਕਦੇ ਹਾਂ ਅਪੀਲ ਦੇ ਵਿੱਚ ਜਾਂ ਰਿਵੀਜ਼ਨ ਦੇ ਵਿੱਚ ਜਿਹੜੀ ਕੋਈ ਪੈਂਡਿੰਗ ਪਈ ਸੀਗੀ 118 ਦੇ ਵਿੱਚ ਜਾਂ 121 ਦੇ ਵਿੱਚ, ਜੇ ਕੋਈ ਪੈਂਡਿੰਗ ਪਈ ਸੀ 121 ਸੀਗਾ, 121 ਗਲਤ ਲਿਖਿਆ ਹੋਇਆ ਸੀ। ਚਲੋ ਅੱਗੇ ਫਿਰ ਇਹਨੇ ਕਹਿਤਾ ਬਾਈ ਵੇ ਆਫ ਐਕਸਪਲੇਨੇਸ਼ਨ ਟੂ ਸੈਕਸ਼ਨ 121, ਫਿਰ ਇਹਦੀ ਐਕਸਪਲੇਨੇਸ਼ਨ ਦੇ ਰਿਹਾ ਜੀ, it has been provided that a partition shall be taken to be complete on an order passed under section 118। ਇਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਜਿਹੜੀ ਸੈਕਸ਼ਨ 118 ਦੇ ਵਿੱਚ ਕਾਰਵਾਈਆਂ ਜਦੋਂ ਹੋ ਗਈਆਂ ਫਾਈਨਲ ਤਾਂ ਉਸ ਨੂੰ ਅਸੀਂ ਫਾਈਨਲ ਆਰਡਰ ਮੰਨਾਂਗੇ। ਇਹ ਪਾਰਟੀਸ਼ਨ ਸ਼ੈਲ ਬੀ ਟੇਕਨ ਟੂ ਬੀ ਕੰਪਲੀਟ, ਇਹ ਕਹਿੰਦਾ ਪਾਰਟੀਸ਼ਨ ਕੰਪਲੀਟ ਹੋ ਚੁੱਕੀ ਹੈ ਕਦੋਂ 118 ਦੇ ਵਿੱਚ ਜਦੋਂ ਅਸੀਂ ਆਰਡਰ ਕਰ ਦਿੱਤਾ। This is with a view to clarify that partition is complete under section 118। ਦੁਬਾਰਾ ਫਿਰ ਕਹਿੰਦਾ ਵੀ ਕਨਫਿਊਜ਼ਨ ਨਾ ਕੋਈ ਰਹਿ ਜਾਵੇ ਕਿਸੇ ਨੂੰ ਵੀ ਆਪਾਂ ਕਹੀਏ ਵੀ ਸਨਅਤ ਤਕਸੀਮ ਤੇ ਅੱਗੇ ਕਾਰਵਾਈ ਫਾਈਨਲ ਹੁੰਦੀ ਹੈ, ਨਹੀਂ, ਇਹ ਦੁਬਾਰਾ ਫਿਰ ਤੁਹਾਨੂੰ ਦੁਬਾਰਾ ਕਹਿ ਰਿਹਾ ਹੈ this is with a view to clarify, ਕਲੀਅਰ ਕੀਤੀ ਜਾ ਰਹੀ ਗੱਲ that partition is complete under section 118 of the act and only an instrument of partition of the already concluded proceedings, ਜਿਹੜੀਆਂ ਪ੍ਰੋਸੀਡਿੰਗ ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਕਨਕਲੂਡ ਕਰ ਚੁੱਕੇ ਹਾਂ, ਅਸੀਂ ਫਾਈਨਲ ਸਿੱਟੇ ਤੇ ਪਹੁੰਚ ਚੁੱਕੇ ਹਾਂ ਅੰਡਰ ਸੈਕਸ਼ਨ 118 is to be drawn up, ਮਤਲਬ ਕਿ ਇਹ ਕਹਿ ਰਿਹਾ ਹੈ ਵੀ ਉਹ ਤਾਂ ਜਿਹੜੀਆਂ ਸਾਨੇ ਕਨਕਲੂਜਨ ਕਰ ਲਿਆ, ਪਾਰਟੀਸ਼ਨ ਕਰ ਦਿੱਤੀ ਸਨਅਤ ਤਕਸੀਮ ਦੇ ਵਿੱਚ, ਤਾਂ ਅਸੀਂ ਸਿਰਫ ਉਹੀ ਐਡ ਕਰਕੇ ਉਸ ਨੂੰ ਜਾਰੀ ਕਰਨੀ ਹੈ, ਹੋਰ ਕੋਈ ਨਵੀਂ ਗੱਲ ਨਹੀਂ ਕਰਨੀ ਅਸੀਂ ਸਨਅਤ ਤਕਸੀਮ ਦੇ ਵਿੱਚ। ਦੁਬਾਰਾ ਫਿਰ ਰਿਪੀਟ ਕਰ ਰਿਹਾ, this is with a view to clarify that partition is complete under section 118 of the act and only दोबारा फिर देखो only an instrument of partition of the already concluded proceedings is to be drawn up। ठीक है जी, ਇਹਦੇ ਵਿੱਚ ਸਿਰਫ ਡਰਾਅ ਕੀਤਾ ਜਾਂਦਾ ਹੈ, ਅਸੀਂ ਕੀ ਕੀਤਾ ਹੈ। However, a provision for revision against an instrument of partition has been provided for as at time it is only when the order is to be implemented by change of possession that a party takes the stand or alleges that it had no knowledge। ਹੁਣ ਦੇਖੋ party takes the stand or alleges that it had no knowledge of the proceedings earlier। ਪਾਰਟੀ ਹੁਣ ਕਬਜ਼ਾ ਕਾਰਵਾਈ ਹੁੰਦੀ ਹੈ ਜੀ, ਸਨਅਤ ਤਕਸੀਮ ਜਾਰੀ ਹੋ ਗਈ। ਠੀਕ ਹੈ, 121 ਤੋਂ ਅੱਗੇ ਵਧੀ ਆਪਾਂ, ਸਨਅਤ ਤਕਸੀਮ ਜਾਰੀ ਹੋ ਗਈ। ਦੈਨ ਸੈਕਸ਼ਨ 122 ਚ ਆ ਜਾਓ, ਡਿਲੀਵਰੀ ਆਫ ਪੋਜੈਸ਼ਨ ਆਫ ਪ੍ਰੋਪਰਟੀ ਅਲੋਟਡ ਔਨ ਪਾਰਟੀਸ਼ਨ। ਫਿਰ ਕੀ ਹੈ ਜੀ, ਪਾਰਟੀ ਵੱਲੋਂ ਐਪਲੀਕੇਸ਼ਨ ਦਿੱਤੀ ਜਾਏਗੀ, ਜਿਹੜੀ ਪਾਰਟੀ ਨੇ ਪਾਰਟੀਸ਼ਨ ਕਰਵਾਈ ਹੈ ਸਨਅਤ ਤਕਸੀਮ ਜਾਰੀ ਹੋਣ ਤੋਂ ਬਾਅਦ, ਯਾਨੀ ਕਿ ਫਾਈਨਲ ਆਰਡਰ ਸੀ ਜਿਹੜਾ 118 ਚ ਹੋਇਆ, ਉਦੋਂ 3 ਮਹੀਨਿਆਂ ਬਾਅਦ ਸਨਅਤ ਤਕਸੀਮ ਜਾਰੀ ਹੋਈ। ਸਨਅਤ ਤਕਸੀਮ ਜਾਰੀ ਹੋਣ ਤੋਂ ਬਾਅਦ ਜਿਹੜੀ ਪਾਰਟੀ ਹੈ ਜਿਹਨੇ ਪ੍ਰੋਸੀਡਿੰਗ ਸਟਾਰਟ ਕੀਤੀਆਂ ਸੀਗੀਆਂ ਜਾਂ ਦੂਜੀ ਪਾਰਟੀ ਵੀ ਐਪਲੀਕੇਸ਼ਨ ਦੇਵੇਗੀ ਵੀ ਮੈਨੂੰ ਕਬਜ਼ਾ ਦਿਵਾਇਆ ਜਾਵੇ ਜੀ, ਜਿਵੇਂ ਮੇਰਾ ਟੱਕ ਬਣਿਆ। ਠੀਕ ਹੈ, ਨਾਲ ਉਹਦੇ ਵੱਲੋਂ ਇੱਕ ਹਲਫੇ ਬਿਆਨ ਲਾਇਆ ਜਾਏਗਾ ਵੀ ਸਾਡੀ ਕਿਤੇ ਵੀ ਕਿਸੇ ਕੋਰਟ ਦੇ ਵਿੱਚ ਫਾਈਨਲ ਜਿਹੜੀ ਹੈਗੀ ਹੈ ਕੋਈ ਅਪੀਲ ਪੈਂਡਿੰਗ ਨਹੀਂ ਹੈਗੀ। ਕਾਨੂੰਗੋ ਹਲਕਾ ਮੌਕੇ ਤੇ ਚਲਾ ਗਿਆ ਜੀ ਕਬਜ਼ਾ ਕਾਰਵਾਈ ਕਰਵਾਉਣ ਦੇ ਲਈ। ਠੀਕ ਹੈ, ਕਾਨੂੰਗੋ ਹਲਕਾ ਜਦੋਂ ਮੌਕੇ ਤੇ ਕਬਜ਼ੇ ਕਰਵਾਉਣ ਵਾਸਤੇ ਗਿਆ, ਉੱਥੇ ਇੱਕ ਪਾਰਟੀ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ, ਇਹ ਪ੍ਰੋਸੀਡਿੰਗ ਕਦੋਂ ਚੱਲ ਰਹੀਆਂ ਸੀਗੀਆਂ, ਕਿੱਥੇ ਚੱਲ ਰਹੀਆਂ ਸੀਗੀਆਂ, ਸਾਨੂੰ ਤਾਂ ਕੋਈ ਨੌਲੇਜ ਨਹੀਂ ਹੈਗੀ। ਇੱਥੇ ਇੱਕ ਪੁਆਇੰਟ ਨਾਲ ਇਹ ਦਿੱਤਾ ਵੀ ਜੇਕਰ 118 ਦੇ ਵਿੱਚ ਉਸ ਬੰਦੇ ਨੇ ਅਪੀਲ ਪਾਈ ਹੈ ਕਿਤੇ ਜਾਂ ਪਾਰਟੀ ਉਹ ਬਣਿਆ ਹੋਇਆ ਹੈਗਾ, ਤਾਂ ਉਹ ਇੱਥੇ ਆ ਕੇ ਆਪਦਾ ਕੋਈ ਨਵਾਂ ਕੁਐਸਚਨ ਅਰੇਜ਼ ਨਹੀਂ ਕਰ ਸਕਦਾ। ਪਰ ਜੇ ਉਹ ਕਿਤੇ ਵੀ ਪਾਰਟੀ ਨਹੀਂ ਬਣਿਆ ਹੋਇਆ ਜਾਂ ਉਹ ਪਾਰਟੀ ਬਣਿਆ ਹੋਇਆ ਸੀ 18 ਦੇ ਵਿੱਚ 118 ਚ ਉਸਨੇ ਕੋਈ ਅਪੀਲ ਫਾਈਲ ਨਹੀਂ ਕੀਤੀ,
ਤੇ ਉਹਨੂੰ ਨਹੀਂ ਪਤਾ ਲੱਗਿਆ ਪ੍ਰੋਸੀਡਿੰਗ ਕਦੋਂ ਚੱਲ ਪਈਆਂ ਕਦੋਂ ਖਤਮ ਹੋ ਗਈਆਂ। ਜਦੋਂ ਕਾਨੂੰਗੋ ਹਲਕਾ ਕਬਜ਼ਾ ਕਰਵਾਉਣ ਦੇ ਲਈ ਮੌਕੇ ਤੇ ਗਏ ਵੀ ਆਹ ਕਬਜ਼ੇ ਤੱਕ ਇਦਾਂ ਦਾ ਬਣੇ ਨੇ, ਉਹ ਬੰਦਾ ਦੇਖ ਕੇ ਕਈ ਵਾਰੀ ਹੈਰਾਨ ਹੁੰਦਾ ਵੀ ਹਾਂ ਇਹ ਕਿਵੇਂ ਹੋ ਗਿਆ, ਕਿਸ ਤਰ੍ਹਾਂ ਹੋ ਗਿਆ, ਮੈਨੂੰ ਤਾਂ ਪਤਾ ਨਹੀਂ ਚੱਲਿਆ। ਤਾਂ ਇੱਥੇ ਆ ਕੇ ਇਹ ਦੱਸਿਆ ਗਿਆ ਵੀ 121 ਦੀ ਜਿਹੜੀ ਸਨਅਤ ਆਫ ਆਪਣੀ ਸਨਅਤ ਤਕਸੀਮ ਹੈਗੀ ਹੈ, ਇਹਦੇ ਖਿਲਾਫ ਉਹ ਰਿਵੀਜ਼ਨ 'ਚ ਜਾ ਸਕਦਾ ਹੈ। ਐਕਸਪਲੇਨੇਸ਼ਨ ਦਿੱਤੀ ਹੈ, ਨਵੀਂ ਪ੍ਰੋਵੀਜ਼ਨ ਦਿੱਤੀ ਹੈ ਫਿਰ in order to provide a safeguard it has been provided by way of an explanation to proviso section 16 ਜਿਹੜੀ ਰਿਵੀਜ਼ਨ ਦੀ ਪਟੀਸ਼ਨ ਸੀਗੀ of the act if a revision petition has been filed against an order under section 118 passed in appeal no such petition shall be live। ਫਿਰ 100 ਜੇ ਤਾਂ ਉਹਨੇ ਪਹਿਲਾਂ 118 ਚ ਫਾਈਲ ਕਰ ਦਿੱਤੀ ਫਿਰ 121 ਦੇ ਖਿਲਾਫ ਉਹ ਰਿਵੀਜ਼ਨ 'ਚ ਨਹੀਂ ਜਾ ਸਕਦਾ, ਪਰ ਜੇ ਉਹਨੇ ਨਹੀਂ ਕੀਤੀ ਤਾਂ 121 ਦੇ ਖਿਲਾਫ ਵੀ ਉਹ ਰਿਵੀਜ਼ਨ 'ਚ ਜਾ ਸਕਦਾ ਹੈ ਜਦੋਂ ਉਹਨੂੰ ਪਤਾ ਲੱਗ ਜਾਵੇ ਵੀ ਇਹ ਕਬਜ਼ੇ ਕਰ ਰਹੀਆਂ, ਜਦੋਂ ਪਤਾ ਲੱਗੇ ਕਾਨੂੰਗੋ ਹਲਕਾ ਦੇ ਮੌਕੇ ਤੇ ਜਾਣ ਦੇ ਨਾਲ। ਫਿਰ 121 ਦੇ ਤਹਿਤ ਵੀ 121 ਦੇ ਖਿਲਾਫ ਵੀ ਸਨਅਤ ਤਕਸੀਮ ਦੇ ਖਿਲਾਫ ਵੀ ਉਹ ਰਿਵੀਜ਼ਨ ਫਾਈਲ ਕਰ ਸਕਦਾ ਹੈ। ਇਹਦੇ ਵਿੱਚ ਇਹ ਨਵੀਂ ਪ੍ਰੋਵੀਜ਼ਨ ਦਿੱਤੀ ਗਈ ਹੈ। ਫਿਰ ਸਰ ਕਬਜ਼ੇ ਤੋਂ ਦਵਾਉਣਾ ਹੀ ਹੈ ਪਰ ਆਪਾਂ ਨੂੰ ਹੈ ਜੀ ਕਬਜ਼ੇ ਦੀ ਕਾਰਵਾਈ ਤਾਂ ਕਰਨੀ ਹੈ ਜੀ, ਕਬਜ਼ੇ ਦੀ ਕਾਰਵਾਈ ਕਰਨੀ ਹੈ ਪਰ ਰਿਵੀਜ਼ਨ ਜਾ ਸਕਦਾ ਹੈ। ਇਹ ਰਿਵੀਜ਼ਨ ਪਰ ਕਲੈਕਟਰ ਦੇ ਹੋਏਗੀ। ਰਿਵੀਜ਼ਨ ਤਾਂ ਆਪਾਂ ਜਿਹੜਾ ਅਪੀਲ ਰਿਵਿਊ ਤੇ ਰਿਵੀਜ਼ਨ ਦੇਖੋ ਸੈਕਸ਼ਨ 13 ਅਪੀਲ ਦਾ ਸੀਗਾ, ਠੀਕ ਹੈ। ਅਪੀਲ ਕੌਣ ਫਾਈਲ ਕਰ ਸਕਦਾ ਹੈ, ਕਦੋਂ ਕਰ ਸਕਦਾ ਹੈ। ਸੈਕਸ਼ਨ 14 ਸੀਗਾ ਲਿਮਿਟੇਸ਼ਨ ਆਫ ਅਪੀਲਸ। ਇਹਨਾਂ ਸਾਰੀਆਂ ਚੀਜ਼ਾਂ ਅਮੈਂਡਮੈਂਟਾਂ ਹੋਈਆਂ, ਮੈਂ ਨਾਲ ਨਾਲ ਲਿਖਾਈਆਂ ਨੇ ਤੁਹਾਨੂੰ। ਸੈਕਸ਼ਨ 14 ਸੀ ਲਿਮਿਟੇਸ਼ਨ ਆਫ ਅਪੀਲ ਲਿਮਿਟੇਸ਼ਨ ਆਫ ਅਪੀਲ। ਦੈਨ ਅਗਾ ਸੀ ਸੈਕਸ਼ਨ 15 ਰਿਵਿਊ ਦਾ। ਤੁਹਾਨੂੰ ਇਹ ਦੇਖੋ ਜਵਾਨੀ ਯਾਦ ਹੋਣੀ ਚਾਹੀਦੀ ਸਾਰੇ ਸੈਕਸ਼ਨ। ਮੈਂ ਬੜੇ ਮਤਲਬ ਕਿ ਬੜੇ ਤਾਂ ਹੀ ਸਲੋ ਕਰਕੇ ਪੜ੍ਹਾਉਣਾ ਤੁਹਾਨੂੰ ਤਾਂ ਕਿ ਯਾਦ ਰਹੇ। ਜਦੋਂ ਸਾਡੇ ਕੋਲ ਕੋਈ ਕੁਐਸਚਨ ਆਉਂਦਾ ਹੈ ਅਸੀਂ ਉਸੇ ਚੈਪਟਰ 'ਚ ਪਹੁੰਚੀਏ, ਅੱਗੇ ਪਿੱਛੇ ਬੁੱਕ ਨੂੰ ਅਸੀਂ ਨਾ ਕਨਫਿਊਜ਼ ਹੋਈ ਵੀ ਕਿੱਥੇ ਜਾਣਾ ਹੈ। ਸਾਡੇ ਕੋਲੇ ਅਪੀਲ ਦਾ, ਰਿਵਿਊ ਦਾ, ਰਿਵੀਜ਼ਨ ਦਾ, ਲਿਮਿਟੇਸ਼ਨ ਆਫ ਅਪੀਲ ਦਾ ਜੇ ਕੋਈ ਕੁਐਸਚਨ ਆਉਂਦਾ ਹੈ ਤੇ ਅਸੀਂ ਸਿੱਧੇ ਜਾ ਕੇ ਸੈਕਸ਼ਨ 13 'ਚ ਪਹੁੰਚੀਏ। ਸੈਕਸ਼ਨ 13 ਅਪੀਲ, ਸੈਕਸ਼ਨ 14 ਲਿਮਿਟੇਸ਼ਨ ਆਫ ਅਪੀਲ, ਸੈਕਸ਼ਨ 15 ਰਿਵਿਊ, ਸੈਕਸ਼ਨ 16 ਰਿਵੀਜ਼ਨ, ਠੀਕ ਹੈ। ਉੱਥੇ ਆਪਾਂ ਪੜ੍ਹਿਆ ਸਾਰਾ ਕੁਝ, ਦੁਬਾਰਾ ਫੇਰ ਇੱਕ ਵਾਰੀ ਰਿਵਿਊ ਕਰ ਲਿਓ। ਰਿਵੀਜ਼ਨ ਕਿਹੜੀ ਕਿਹੜੀ ਕੋਰਟ 'ਚ ਹੁੰਦੀ ਹੈ, ਠੀਕ ਹੈ ਜੀ। FCR ਦੇ, ਕਮਿਸ਼ਨਰ ਦੇ, ਯਾਨੀ ਕਿ ਜਿਹੜੀ ਵੀ ਹਾਇਰ ਕੋਰਟ ਹੁੰਦੀ ਹੈ ਆਪਣੇ ਤੋਂ ਉੱਥੇ ਰਿਵੀਜ਼ਨ ਜ਼ਿਆਦਾ ਜਾ ਸਕਦਾ। ਜਿਹੜੀ ਕੋਰਟ 'ਚ ਕੇਸ ਚੱਲਦਾ ਉਸ ਤੋਂ ਵੀ ਉੱਪਰਲੀ ਜਿਹੜੀ ਕੋਰਟ ਹੈਗੀ ਉਹ 'ਚ ਰਿਵੀਜ਼ਨ ਅਪੀਲ ਵੀ ਕਰ ਸਕਦਾ ਬੰਦਾ, ਰਿਵੀਜ਼ਨ ਵੀ ਕਰ ਸਕਦਾ, ਠੀਕ ਹੈ। ਅਪੀਲ ਹੁੰਦੀ ਹੈ ਫਾਈਨਲ। ਇੱਕ ਮਿੰਟ, ਹਾਂ ਤੁਸੀਂ ਰਿਪੋਰਟ ਲਿਖ ਸਕਦੇ ਹੋ ਵੀ ਮੌਕੇ ਤੇ ਜਿਹੜੇ ਕਬਜ਼ੇ ਨੇ ਇਹ ਕਰਵਾਉਣ ਲਈ ਅਸੀਂ ਗਏ, ਉੱਥੇ ਪਾਰਟੀਆਂ ਨੂੰ ਤਕਸੀਮ ਤੋਂ ਜਾਣੂ ਕਰਵਾਇਆ ਗਿਆ। ਧਿਰਾਂ ਦੇ ਆਲਰੇਡੀ ਪਹਿਲਾਂ ਦੀ ਇਹਨਾਂ ਜਿਹੜੇ ਨੰਬਰ ਅਲਾਟ ਕੀਤੇ ਗਏ ਨੇ ਇਹਨਾਂ ਦੇ ਉੱਪਰ ਹੀ ਕਬਜ਼ੇ ਨੇ, ਠੀਕ ਹੈ। ਆਪਦੀ ਰਿਪੋਰਟ ਕਰ ਦਿਓ, ਗੱਲ ਖਤਮ। ਕਬਜ਼ਾ ਕਾਰਵਾਈ ਦੀ ਫਿਰ ਫਾਈਨਲ ਅਸੀਂ ਫਾਲਤੂ ਥੋੜ੍ਹਾ ਕਰਨੀ ਹੈ। ਜੇ ਕਬਜ਼ਾ ਆਲਰੇਡੀ ਹੈਗੇ ਨੇ ਫਿਰ ਕਬਜ਼ਾ ਕਾਰਵਾਈ ਦਾ ਮਤਲਬ ਇਹੀ ਹੈ ਵੀ ਇਹ ਜਿਹੜੀ ਪ੍ਰੋਸੀਡਿੰਗ ਹੈ ਇਹ ਇੱਕ ਤਰ੍ਹਾਂ ਦੀ ਤੁਹਾਡੇ ਵੱਲੋਂ ਹੋਗੀ ਵੀ ਕਬਜ਼ਾ ਕਾਰਵਾਈ ਤੁਸੀਂ ਕਰਵਾ ਦਿੱਤੀ, ਤੁਸੀਂ ਲਿਖ ਦਿੱਤਾ ਵੀ ਕਬਜ਼ੇ ਆਲਰੇਡੀ ਹੈਗੇ ਨੇ ਧਿਰਾਂ ਦੇ, ਪਰ ਤੁਸੀਂ ਉੱਤੇ ਉਹਦੀ ਸਟੇਟਮੈਂਟ ਲੈ ਲਓ ਨਾਲ। ਸਟੇਟਮੈਂਟ ਲੈ ਕੇ ਤੁਸੀਂ ਆਪਦੀ ਰਿਪੋਰਟ ਕਰ ਦਿਓ, ਉਹ ਤੁਹਾਡੀ ਰਿਪੋਰਟ ਦੇ ਮੁਤਾਬਕ ਹੀ ਜਿਹੜਾ ਇੰਤਕਾਲ ਹੈ ਫਿਰ ਦਰਜ ਹੋਏਗਾ। ਜੇ ਅਸੀਂ ਜਾ ਕੇ ਏਦਾਂ ਮੁੜ ਕੇ ਆ ਗਏ ਵੀ ਕਬਜ਼ੇ ਤਾਂ ਆਲਰੇਡੀ ਹੈਗੇ ਆ ਜੀ, ਕੋਈ ਕਬਜ਼ੇ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ, ਪਰ ਨਹੀਂ ਲਿਖਣਾ ਪਏਗਾ ਤੁਹਾਨੂੰ ਉੱਥੇ ਵੀ ਅਸੀਂ ਇੰਨੀ ਤਰੀਕ ਨੂੰ ਗਏ, ਧਿਰਾਂ ਨੂੰ ਉੱਥੇ ਬੁਲਾਇਆ ਗਿਆ ਤੇ ਜਿਹੜੇ ਕਬਜ਼ੇ ਆਲਰੇਡੀ ਧਿਰਾਂ ਦੇ ਮੌਕੇ ਤੇ ਹੈਗੇ ਨੇ, ਇਸ ਕਰਕੇ ਕੋਈ ਹੋਰ ਕਬਜ਼ਾ ਕੋਈ ਤਬਦੀਲ ਕਰਨ ਦੀ ਲੋੜ ਨਹੀਂ। ਜੋ ਵੀ ਅਲਾਟਮੈਂਟ ਕੀਤੀ ਗਈ ਹੈ ਨਕਸ਼ਿਆੜੇ ਦੇ ਵਿੱਚ ਇਸ ਤਰੀਕ ਮੌਕੇ ਦੇ ਧਿਰਾਂ ਦੇ ਕਬਜ਼ੇ ਹੈਗੇ ਆ, ਉਹ ਤੁਹਾਡਾ ਆਰਡਰ ਹੈ, ਠੀਕ ਹੈ, ਫਾਈਨਲ ਹੈ। ਇਹਦੇ ਵਿੱਚ ਅੱਗੇ ਹਾਂ ਨਹੀਂ ਹੈ ਜੀ, ਹਾਂ ਜਾ ਚਲਾ ਜਾਵੇ, ਜਾ ਸਕਦਾ। ਹੁਣ ਨਵੀਂ ਪ੍ਰੋਵੀਜ਼ਨ ਦੇ ਵਿੱਚ ਆਇਆ ਅਪੀਲ ਤਾਂ ਦੇਖੋ, ਅਪੀਲ ਤਾਂ ਹੁਣ ਤੁਹਾਡੇ ਕਲੈਕਟਰ ਦੇ ਜਾਏਗਾ ਨਾ ਜੀ। ਅਪੀਲ ਤੁਹਾਡੀ ਹਾਇਰ ਅਥਾਰਟੀ ਕੋਰਟ ਵੱਲੋਂ ਹੋਣੀ ਹੈ। ਹੁਣ ਆਪਾਂ ਉਹੀ ਉਹਨੂੰ ਦੁਬਾਰਾ ਪੜ੍ਹੋ ਤੁਸੀਂ, ਅਪੀਲ ਕਿੱਥੇ ਕਿੱਥੇ ਹੋ ਸਕਦੀ ਹੈ, ਠੀਕ ਹੈ। ਸੈਕਸ਼ਨ 13, 14, 15, 16 ਉਹਨਾਂ ਦੇਖੋ ਉਹ ਸੈਕਸ਼ਨਾਂ ਦੇ ਕੁਐਸਚਨ ਆਣਾ ਹੀ ਆਣਾ। ਸਰ ਪਹਿਲਾਂ ਇਹ
ਸੀਗਾ ਜਿੱਥੇ ਨਕਸ਼ਾ ਇੰਡੀ ਪਾਸ ਜਾਂ ਸੰਦ ਜਾਰੀ ਹੋ ਜਾਂਦੀ ਸੀ ਐਫਸੀਆਰ ਨੇ ਕੀ ਜਾਰੀ ਕਰਤੀ ਪਹਿਲਾਂ ਤਾਂ 2011 ਦੀ ਗੱਲ ਕਰਦੇ ਆ ਨਾ ਆਪਾਂ, 2011 ਦੀਆਂ ਅਮੈਂਡਮੈਂਟ ਸਾਰੀਆਂ ਚੇਂਜ ਕਰਤੀਆਂ ਇੱਥੇ ਆ ਕੇ ਨਵੇਂ 'ਚ ਠੀਕ ਹੈ ਸਾਰੀਆਂ ਬਦਲ ਦਿੱਤੀਆਂ। ਪਹਿਲਾਂ ਸਰਕਾਰ ਦੀ ਦੇਖੋ, ਪਹਿਲਾਂ ਆਫੀਸਰਸ ਨੇ ਜਿਨ੍ਹਾਂ ਨੇ ਵੀ ਅਮੈਂਡਮੈਂਟਸ ਕੀਤੀਆਂ ਉਹਨਾਂ ਦੀ ਦੇਖੋ ਟੈਂਡੈਂਸੀ ਇਹ ਸੀਗੀ ਵੀ ਤਕਸੀਮ ਦੇ ਕੇਸਾਂ ਨੂੰ ਐਕਸਪੀਡਾਈਟ ਕੀਤਾ ਜਾਵੇ ਤਾਂ ਕਿ ਬਿਲਾ ਵਜ੍ਹਾ ਜਿਹੜੇ ਕੇਸ ਨੇ ਉਹ ਲਟਕੇ ਨਾ ਰਹੇ 10-10 15-15 ਸਾਲਾਂ। ਆਪਣੇ ਡਿਪਾਰਟਮੈਂਟ ਤੇ ਥੋੜੀ ਗਾਜ ਗਿਰਦੀ ਹੈ, ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜੇ ਕਿਸੇ ਨੂੰ ਇਨਸਾਫ ਦੇ ਰਹੇ ਅਸੀਂ, ਜੇ ਇਨਸਾਫ ਲੇਟ ਦਿੱਤਾ ਜਾਂਦਾ ਤਾਂ ਉਹ ਇਨਸਾਫ ਨਹੀਂ ਮੰਨਿਆ ਜਾਂਦਾ, ਉਹਨੂੰ ਅਸੀਂ ਇਨਸਾਫ ਨਹੀਂ ਕਹਿ ਸਕਦੇ। ਜਸਟਿਸ ਲੇਟਰ ਜੋ ਹੈਗਾ ਉਹ ਜਸਟਿਸ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਕੋਸ਼ਿਸ਼ ਕੀਤੀ ਗਈ ਡਿਪਾਰਟਮੈਂਟ ਵੱਲੋਂ ਵੀ ਐਕਸਪੀਡੀਟ ਕਰਨ ਦੀ ਖਾਤਰ ਕੁਝ ਜਿਹੜੀਆਂ ਪ੍ਰੋਵੀਜ਼ਨ ਸੀਗੀਆਂ ਅਮੈਂਡਮੈਂਟ ਸੀਗੀਆਂ ਕੀਤੀਆਂ ਗਈਆਂ, ਪਰ ਜਦੋਂ ਫਿਰ ਪ੍ਰੈਕਟੀਕਲ ਦੇ ਵਿੱਚ ਉਹ ਯੂਜ਼ ਹੋਈਆਂ 10 ਸਾਲਾਂ ਦੇ ਵਿੱਚ ਦੇਖਿਆ ਗਿਆ ਫਿਰ ਕੁਝ ਨਵੀਆਂ ਚੀਜ਼ਾਂ ਲੋਡ ਕਰੀ, ਨਵੇਂ ਅਮੈਂਡਮੈਂਟਸ ਦੀ ਲੋੜ ਪਈ ਜਾਂ ਕੁਝ ਜਿਹੜੀਆਂ ਪਹਿਲਾਂ ਐਮਿਟ ਕੀਤੀਆਂ ਸੀਗੀਆਂ ਉਹਨੂੰ ਦੁਬਾਰਾ ਰੀਇਨਸਰਟ ਕਰਨ ਦੀ ਲੋੜ ਪਈ। ਇਸ ਕਰਕੇ ਇਹ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ ਇਹ ਰੈਵਨਿਊ ਕਮਿਸ਼ਨ ਜੋ ਆਪਣੇ ਹੈਗੇ ਸੀ ਬੈਠੇ ਸੀਗੇ, ਜਿਹਦੇ ਵਿੱਚ ਸਾਡੇ ਸੀਨੀਅਰ ਆਫੀਸਰ ਸੀਗੇ, ਜਿਹੜੇ ਪੁਰਾਣੇ ਆਫੀਸਰ ਸੀਗੇ ਰਿਟਾਇਰ ਹੋਏ, ਜਿਹਨਾਂ ਨੇ ਬਤੌਰ ਤਹਿਸੀਲਦਾਰ ਕੰਮ ਕੀਤੇ ਸੀਗੇ, ਹਾਂਜੀ ਬਤੌਰ ਡੀਆਰਓ ਕੰਮ ਕੀਤੇ ਗਏ ਸੀ, ਉਹਨਾਂ ਨੇ ਇਹ ਕੋਸ਼ਿਸ਼ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ। ਕੋਸ਼ਿਸ਼ ਤਾਂ ਇਹੀ ਹੈ ਵੀ ਜਿਹੜੇ ਪਾਰਟੀਸ਼ਨ ਦੇ ਕੇਸ ਨੇ ਇਹ 10-10 12-12 ਸਾਲ 15-15 ਸਾਲ ਨਾ ਚੱਲਣ ਤੇ ਜਲਦੀ ਡਿਸਾਈਡ ਕਰਨ, ਜਲਦੀ ਡਿਸਾਈਡ ਹੋਣ। ਦੇਖੋ ਕੋਈ ਸਟੇਜ ਇਹ ਵੀ ਆਈ ਸੀਗੀ, ਮੈਂ ਤੁਹਾਨੂੰ ਦੇਖੋ ਫਰੈਂਕਲੀ ਗੱਲ ਕਰਦਾ, ਕੋਈ ਸਟੇਜ ਇਹ ਵੀ ਆਈ ਸੀਗੀ ਸਾਡੇ ਰੈਵਨਿਊ ਆਫਿਸਰ ਤੇ ਇਹ ਗਾਜ ਵੀ ਕਰਨ ਲੱਗੀ ਸੀਗੀ ਵੀ ਜਿਹੜੇ ਇਹ ਪਾਰਟੀਸ਼ਨ ਦੇ ਕੇਸ ਵਗੈਰਾ ਨੇ ਇਸ ਅੱਗੇ ਸਿਵਲ ਕੋਰਟਾਂ ਹੁੰਦੇ ਹੋਏ ਕਿਹੜਾ ਫੈਸਲਾ ਕਰਦੇ ਨੇ, ਜਲਦੀ ਤਾਂ ਨਿਪਟਾਉਂਦੇ ਨਹੀਂ ਕੇਸ, 10-10 15-15 ਸਾਲ ਇੱਥੇ ਚੱਲੀ ਜਾਂਦੇ ਨੇ ਕੇਸ, 12 ਸਾਲ ਲਟਕੀ ਜਾਂਦੇ ਨੇ ਤੇ ਇਹ ਜਿਹੜੀਆਂ ਪਾਵਰਸ ਨੇ ਜਾ ਕੇ ਸਿਵਲ ਕੋਰਟ ਹੁੰਦੇ ਹੋ ਤਾਂ ਕਿ ਉੱਥੇ ਹੁਣ ਉੱਥੇ ਵੀ ਇਹੀ ਹਾਲ ਹੈ। ਤੇ ਇਸ ਕਰਕੇ ਫਿਰ ਸਾਡੇ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਹੈ ਵੀ ਇਸ ਗੱਲ ਨੂੰ ਮਤਲਬ ਕਿ ਥੋੜਾ ਸੁਧਾਰ ਕੀਤਾ ਜਾਣ ਇਹਦੇ ਵਿੱਚ ਤਾਂ ਕਿ ਜਿਹੜੇ ਪਾਰਟੀਸ਼ਨ ਦੇ ਕੇਸ ਨੇ ਜਲਦੀ ਡਿਸਾਈਡ ਹੋ ਪਾਉਣ। ਤੇ ਇਸੇ ਕਰਕੇ ਜਿਹੜਾ ਪਿਛਲਾ ਸਮਾਂ ਬੀਤਿਆ ਅੱਜ ਤੋਂ 3-4 ਸਾਲ ਪਹਿਲਾਂ ਰੈਵਨਿਊ ਆਫੀਸਰਸ ਦੇ ਉੱਪਰ ਬਾਈਂਡਿੰਗ ਕਰ ਦਿੱਤੀ ਸੀਗੀ ਵੀ ਤੁਸੀਂ ਪਾਰਟੀਸ਼ਨਸ ਕਰਵਾਉਣੀਆਂ ਨੇ, ਤੁਸੀਂ ਆਪਣੇ ਹਰ ਮਹੀਨੇ 2 ਜਾਂ 3 ਪਾਰਟੀਸ਼ਨਸ ਕਰਵਾਉਣੀਆਂ ਨੇ। ਜਦੋਂ ਮੰਥਲੀ ਮੀਟਿੰਗਸ ਹੁੰਦੀਆਂ ਸੀਗੀਆਂ ਤਾਂ ਇੱਕ ਨਕਸ਼ਾ ਬਣ ਕੇ ਜਾਂਦਾ ਸੀ ਨਾਲ ਨਾਲ ਵੀ ਇਹ ਤਾਂ ਜਿਹੜਾ ਪਾਰਟੀਸ਼ਨ ਦੇ ਕੇਸ ਨੇ ਤਾਂ ਵੱਖਰੇ ਨੇ, ਵੀ ਤੁਸੀਂ ਜਿਹੜੀਆਂ ਸਮਝੌਤੇ ਦੇ ਰਾਹੀਂ ਕਿੰਨੀਆਂ ਪਾਰਟੀਸ਼ਨਾਂ ਕਰਵਾਈਆਂ, ਕਿੰਨੇ ਇੰਤਕਾਲ ਕਰਵਾਏ ਤਕਸੀਮ ਦੇ ਸਮਝੌਤੇ ਦੇ ਰਾਹੀਂ, ਯਾਨੀ ਕਿ ਸਰਕਾਰ ਦੀ ਇਹੀ ਕੋਸ਼ਿਸ਼ ਸੀਗੀ ਤਾਂ ਕਿ ਪਬਲਿਕ ਨੂੰ, ਜਨਤਾ ਨੂੰ ਸਮੇਂ ਸਿਰ ਇਨਸਾਫ ਮਿਲੇ। ਇਹ ਕੋਸ਼ਿਸ਼ ਸੀ ਸਰਕਾਰ ਦੀ ਵੀ ਵੱਧ ਤੋਂ ਵੱਧ ਪਾਰਟੀਸ਼ਨ ਕਰਵਾਈਆਂ ਜਾਣ। ਇਹ ਜਿਹੜਾ ਕਬਜ਼ਾ ਕਾਰਵਾਈ ਹੈ ਜੀ, ਇਹਦੀ ਜਿਹੜੀ ਮਿਆਦ ਹੈਗੀ ਹੈ 3 ਸਾਲ ਦੇ ਅੰਦਰ ਅੰਦਰ ਕਬਜ਼ਾ ਕਾਰਵਾਈ ਕਰਵਾਈ ਜਾ ਸਕਦੀ ਹੈ। 3 ਸਾਲ ਤੋਂ ਬਾਅਦ ਜਿਹੜਾ ਹੈਗਾ ਇਹ ਆਰਡਰ ਹੈ ਇੰਪਲੀਮੈਂਟ ਨਹੀਂ ਫਿਰ ਹੁੰਦਾ। ਨੈਕਸਟ ਆ ਗਿਆ ਸੀ ਅਫਰਮੇਸ਼ਨ ਆਫ ਪਾਰਟੀਸ਼ਨ 123 ਸੈਕਸ਼ਨ। 123 ਕੁਛ ਨਹੀਂ ਹੈ ਜੀ, ਇਹ ਜੇ ਕੋਈ ਪ੍ਰਾਈਵੇਟ ਪਾਰਟੀਆਂ ਆਪਣੇ ਪੱਧਰ ਤੇ ਪਾਰਟੀਸ਼ਨ ਕਰਵਾ ਲੈਂਦੀਆਂ ਨੇ, ਆਪਣੇ ਪੱਧਰ ਤੇ ਪਾਰਟੀਸ਼ਨ ਕਰਵਾ ਲੈਂਦੀਆਂ ਨੇ, ਮੈਂ ਚਾਹੁੰਦਾ ਵੀ ਇਹ ਖਤਮ ਕਰ ਦਈਏ, 2-3 ਸੈਕਸ਼ਨਸ ਰਹਿ ਗਈਆਂ। ਪ੍ਰਾਈਵੇਟ ਪਾਰਟੀਆਂ ਆਪਣੇ ਪੱਧਰ ਤੇ ਪਾਰਟੀਸ਼ਨ ਕਰਵਾ ਲੈਂਦੀਆਂ ਨੇ ਤੇ ਉਸ ਇੱਕ ਉਹ ਐਪਲੀਕੇਸ਼ਨ ਲਿਖ ਕੇ ਤਹਿਸੀਲਦਾਰ ਦੇ ਦਿੰਦੀਆਂ ਨੇ ਤਾਂ ਉਹਨਾਂ ਪਾਰਟੀਸ਼ਨ ਉਸ ਪਾਰਟੀਸ਼ਨ ਦੇ ਆਧਾਰ ਤੇ ਹੀ ਜਿਹੜੀ ਸਨਅਤ ਤਕਸੀਮ ਹੈ ਸੈਕਸ਼ਨ 123 ਦੇ ਤਹਿਤ ਰੈਵਨਿਊ ਆਫਿਸਰ ਜਾਰੀ ਕਰ ਸਕਦਾ ਹੈ। ਠੀਕ ਹੈ ਜੀ। ਨੈਕਸਟ ਹੈਗਾ ਪਾਵਰ ਟੂ ਮੇਕ ਰੂਲਸ। ਇਹ ਐਫਸੀਆਰ ਕੋਲੇ ਹੁੰਦੇ ਆ ਜੀ, ਕਿਹੜੇ ਕਿਹੜੇ ਰੂਲਸ ਬਣਾਉਣੇ ਹੁੰਦੇ। ਸੈਕਸ਼ਨ 125 ਚ ਆ ਜਾਂਦਾ ਰੀਡਿਸਟ੍ਰੀਬਿਊਸ਼ਨ ਆਫ ਦਾ ਲੈਂਡ ਅਕੋਰਡਿੰਗ ਟੂ ਦਾ ਕਸਟਮਸ, ਇਹ ਤੇ ਕੋਈ ਇੰਪੋਰਟੈਂਸ ਨਹੀਂ ਹੈ। ਸੈਕਸ਼ਨ 126 ਹੈ, 126 ਚ ਕੀ ਹੈ, ਤੁਹਾਨੂੰ ਜਿਹੜਾ ਰੈਵਨਿਊ ਆਫਿਸਰ ਜਿਹੜਾ ਇੰਪਾਵਰਡ ਹੈਗਾ, ਇਹ ਜਿਹੜਾ ਚੈਪਟਰ ਹੈਗਾ ਅੰਡਰ ਸੈਕਸ਼ਨ ਜਿਹੜਾ ਇਹ ਚੈਪਟਰ ਹੈ ਪਾਰਟੀਸ਼ਨ ਦਾ, ਇਹ ਤੁਸੀਂ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਪਾਵਰ ਦੇ ਨਾਲ ਜਿਹੜਾ ਹੈਗਾ ਕਾਰਵਾਈ ਸਾਰੀ ਕਰਦੇ ਹੋ। ਇਹਦੇ ਨਾਲ ਜਿਹੜਾ ਹੈਗਾ ਚੈਪਟਰ ਦਾ ਇਹ ਪਾਰਟੀਸ਼ਨ ਦਾ ਜੀ ਖਤਮ ਹੁੰਦਾ ਹੈ। ਹੁਣ ਆਪਾਂ ਕਰਾਂਗੇ ਉਰਦੂ ਦੀ ਰਿਵੀਜ਼ਨ। ਹਾਂਜੀ ਹਾਂਜੀ ਤੁਹਾਡੇ ਮਾਈਕ 'ਚ ਕੋਈ ਪ੍ਰੋਬਲਮ ਲੱਗਦੀ ਹੈ, ਤੁਹਾਡੀ ਇਹਦੀ ਆਵਾਜ਼ ਹੈ ਨਹੀਂ ਉਹ ਉਰੇ ਤੱਕ ਪ੍ਰੋਪਰ ਨਹੀਂ ਆ ਰਹੀ, ਕੀ ਕਹਿੰਦੇ ਹੋ? ਮਤਰੇਸ਼ ਜੀ ਬੋਲੇ, ਮਤਰੇਸ਼ ਹਾਂਜੀ। ਤੁਸੀਂ ਮੈਂ ਤਾਂ ਟਾਈਮ ਕਿਹਦਾ ਟਾਈਮ ਕਲਾਸ ਦਾ, ਕਲਾਸ ਦੀ ਗੱਲ ਕਰ ਰਹੇ ਹੋ?
ਇਹ ਟਾਈਮ ਦੇਖੋ, ਕਈ ਸਾਡੇ ਸਾਥੀ ਨੇ ਜਿਹਨੇ ਸਮੇਂ ਸਿਰ 9 ਵਜੇ ਆਫਿਸ ਵੀ ਜਾਣਾ ਹੁੰਦਾ ਹੈ ਨਾ, ਇਸ ਕਰਕੇ ਤੁਸੀਂ ਡਿਸਕਸ ਕਰੋ, ਮੈਨੂੰ ਕੋਈ ਦਿੱਕਤ ਨਹੀਂ ਹੈ, ਤੁਸੀਂ ਆਪਣੇ ਪੱਧਰ ਤੇ। ਹਾਂ, ਇਹ ਪ੍ਰੋਬਲਮ ਹੈ, ਉਹਨੇ ਆਫਿਸ ਡਿਊਟੀ ਜਾਣਾ ਹੁੰਦਾ, ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰ ਦਿੱਤਾ ਕਿ ਹਰ ਬੰਦਾ ਆਪਣੇ ਆਪਣੇ ਸਮੇਂ ਸਿਰ ਆਪਣੇ ਜਿਹੜਾ ਆਫਿਸ ਹੈ ਉਹ ਜੁਆਇਨ ਕਰ ਪਾਏ। ਠੀਕ ਹੈ ਜੀ। ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਉਹ ਮੇਰੇ ਨਾਲ ਪਰਸਨਲ ਤੌਰ ਤੇ ਵੀ ਡਿਸਕਸ ਕਰ ਸਕਦਾ। ਕਿਸੇ ਨੂੰ ਕੋਈ ਦਿੱਕਤ ਹੈ ਨਾ, ਮੇਰੇ ਪਰਸਨਲ ਫੋਨ ਤੇ ਮੇਰਾ ਕਿਸੇ ਵੇਲੇ, ਮੈਂ ਵੈਸੇ ਕੋਰਟ 'ਚ ਹੁੰਦਾ ਦਿਨ ਦੇ ਵਿੱਚ, ਤੁਸੀਂ 4 ਵਜੇ ਤੋਂ ਬਾਅਦ ਮੇਰੇ ਨਾਲ ਜੇ ਕੋਈ ਪ੍ਰੋਬਲਮ ਕਿਸੇ ਦੀ ਹੈਗੀ ਹੈ ਤਾਂ ਮੈਨੂੰ 4 ਵਜੇ ਤੋਂ ਬਾਅਦ ਮੇਰੇ ਨਾਲ ਡਿਸਕਸ ਕਰ ਸਕਦਾ ਹੈ। ਠੀਕ ਹੈ ਜੀ। ਜੀ ਸਨਦ ਦੇ ਕਿਤੇ ਇਹਦੇ ਵਿੱਚ ਆਪਣੇ ਰਿਕਾਰਡ 'ਚ ਕਿਤੇ ਪ੍ਰੋਵਾਈਡਡ ਨਹੀਂ ਹੈਗਾ ਵੀ ਕਿੰਨੇ ਦਾ ਸਟਾਮ ਲੱਗਦਾ ਹੈ। ਜਨਰਲ ਪ੍ਰੈਕਟੀਕਲ 'ਚ ਅਸੀਂ ਯੂਜ਼ ਕਰਦੇ ਹਾਂ 100 ਰੁਪਏ ਦਾ, ਪਰ ਕਿਤੇ ਇਹਦੇ ਵਿੱਚ ਕਿਤੇ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਕਿੰਨੇ ਦਾ ਸਟਾਮ ਲੱਗਦਾ, ਆਪਣੇ ਕਿਤੇ ਪ੍ਰੋਵੀਜ਼ਨ ਨਹੀਂ ਹੈਗੀ। ਓਕੇ, ਨਵੀਆਂ ਅਮੈਂਡਮੈਂਟਸ ਦਾ ਕਿਤੇ ਮੈਂ ਦੇਖਿਆ ਨਹੀਂ ਹੈਗਾ। ਜਨਰਲ ਪ੍ਰੈਕਟਿਸ ਦੇ ਵਿੱਚ ਅਸੀਂ 100 ਰੁਪਏ ਦਾ ਸਟਾਮ ਲਗਵਾਉਂਦੇ ਆ। ਠੀਕ ਹੈ ਜੀ। ਨਵੀਂ ਅਮੈਂਡਮੈਂਟ ਵਿੱਚ ਇਹ ਵੀ ਲੋੜ ਹੈਗੀ ਹੈ, ਇਹ ਵੀ ਜਿਹੜੀ ਇੱਕ ਨਵੀਂ ਇਨਸਰਟ ਹੋਣੀ ਚਾਹੀਦੀ ਹੈ। ਇਹ ਚਲੋ ਅੱਗੇ ਨੂੰ ਦੇਖਾਂਗੇ, ਇਹਦੇ ਤੇ ਵੀ ਕਾਰਵਾਈ ਕਰਾਂਗੇ। ਜਿਹੜੀਆਂ ਹੁਣ ਮੀਟਿੰਗ ਸਰਕਾਰ ਦੀਆਂ ਹੁੰਦੀਆਂ ਨੇ ਨਾ, ਉਹਦੇ ਵਿੱਚ ਵੀ ਸਨਅਤ ਤਕਸੀਮ ਦਾ ਜਿਹੜਾ ਸਟਾਮ ਹੈ ਇਹ ਵੀ ਸਪੈਸੀਫਿਕ ਕਰਵਾਵਾਂਗੇ ਵੀ ਇਹ ਵੀ ਤੁਸੀਂ ਨੋਟ ਕਰੋ ਤਾਂ ਅੱਗੇ ਕਲੀਅਰ ਹੋਵੇ। ਆਪਾਂ ਕੱਲ ਪੜ੍ਹਿਆ ਸੀਗਾ ਜੀ, ਹੈ ਜੀ, ਸਟੈਂਡਿੰਗ ਆਰਡਰ ਦੀ ਬੁੱਕ ਮੇਰੇ ਪਾਸ ਤਾਂ ਨਹੀਂ, ਪਰ ਮੈਂ ਨੈਟ ਤੋਂ ਲਈ ਹੋਈ ਹੈ ਜੀ, ਸਾਰਾ ਕੁਝ ਹੈਗਾ ਮੇਰੇ ਪਾਸ। ਤੁਸੀਂ ਜੇਕਰ ਤੁਹਾਡੇ ਕੋਲ ਬੁੱਕ ਹੈਗੀ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਸੀਂ ਨੈਟ ਤੋਂ ਲੈ ਲਓ। ਠੀਕ ਹੈ ਜੀ। ਆਪਾਂ ਕੱਲ ਪੜ੍ਹਿਆ ਸੀਗਾ, ਮੈਂ 1 ਮਿੰਟ ਲਈ ਪਹਿਲਾਂ ਉਹ ਰਿਵਾਈਜ਼ ਕਰਵਾਵਾਂਗਾ। ਜਬਰ, ਦੇਖੋ ਜੀ ਸਕਰੀਨ ਆ ਰਹੀ ਹੈ ਤੁਹਾਡੇ ਪਾਸ? ਸਕਰੀਨ ਆ ਗਈ ਜੀ? ਕੱਲ ਆਪਾਂ ਜਬਰ ਪੜ੍ਹਿਆ ਸੀ। ਜਬਰ ਕੀ ਹੁੰਦੀ ਹੈ? ਜਬਰ ਅਕਸ਼ਰ ਦੇ ਉੱਪਰਲੇ ਪਾਸੇ ਲੱਗਦੀ ਹੈ। ਦੂਜਾ ਪੜ੍ਹਿਆ ਸੀ ਜੇਰ। ਮੈਂ ਜੋ ਕੱਲ ਪਹਿਲਾਂ ਪੜ੍ਹਿਆ ਸੀ ਉਹਨੂੰ 1 ਮਿੰਟ ਲਈ ਰਿਵਾਈਜ਼ ਕਰਾ ਰਿਹਾ। ਜੇਰ ਕੀ ਹੁੰਦੀ ਹੈ ਜੀ? ਜੇਰ ਅਕਸ਼ਰ ਦੇ ਪੈਰ ਦੇ ਵਿੱਚ ਲੱਗਦੀ ਹੈ। ਜਬਰ ਆੜੇ ਦੇ ਮੱਧਮ। ਹਾਂਜੀ, ਤੁਸੀਂ ਮਾਈਕ ਆਫ ਕਰ ਲਓ ਜੀ ਪਲੀਜ਼। ਕਿਹਦਾ ਹੈ? ਇਹ ਪੜ੍ਹਿਆ ਸੀ ਕੱਲ ਆਪਾਂ ਜਬਰ, ਇਹ ਆੜੇ ਦੀ ਮੱਧਮ ਦੀ ਆਵਾਜ਼ ਦਿੰਦੀ ਹੈ। ਜੇਰ ਦੀ ਇਹ ਦਿੰਦੀ ਹੈ ਸਿਹਾਰੀ ਦੀ ਆਵਾਜ਼। ਤੇ ਫਿਰ ਪੜ੍ਹਿਆ ਸੀ ਆਪਾਂ ਪੇਸ਼। ਇਹ ਔਂਕੜ ਦੀ ਆਵਾਜ਼ ਦਿੰਦੀ ਹੈ ਜੀ। ਪੇਸ਼ ਅੱਖਰ ਉੱਪਰ ਲਾ ਕੇ ਇਹ ਔਂਕੜ ਦੀ ਆਵਾਜ਼ ਦਿੰਦੀ ਹੈ ਜੀ। ਜੇ ਅਸੀਂ ਵੌ ਦੇ ਉੱਪਰ ਪੇਸ਼ ਲਗਾ ਦਈਏ, ਚਲੋ ਆਪਾਂ ਅੱਗੇ ਪੜਾਂਗੇ। ਪੇਸ਼ ਤੋਂ ਬਾਅਦ ਅਸੀਂ ਪੜ੍ਹਿਆ ਸੀ ਮੱਧ। ਇਹ ਮੱਧ ਅਲਫ ਦੇ ਉੱਪਰ ਲੱਗਦੀ ਹੈ ਜੀ। ਇਹ ਅਲਫ ਉੱਪਰ ਲੱਗ ਕੇ ਆ ਦੀ ਆਵਾਜ਼ ਦਿੰਦੀ ਹੈ। ਆ ਦੀ ਆਵਾਜ਼ ਦਿੰਦੀ ਹੈ। ਵੱਧ ਤੋਂ ਬਾਅਦ ਅਸੀਂ ਪੜ੍ਹਿਆ ਸੀ ਹਮਜ਼ਾ। ਹਮਜ਼ਾ ਹੁੰਦਾ ਜੀ, ਇਹ ਛੋਟੀ ਜੇ ਤੇ ਵੀ ਲੱਗਦਾ, ਵੱਡੀ ਜੇ ਤੇ ਵੀ ਲੱਗਦਾ ਹੈ। ਛੋਟੀ ਜੇ ਤੇ ਈ ਦੀ ਆਵਾਜ਼ ਦਿੰਦਾ ਹੈ। ਜੇ ਛੋਟੀ ਜੇ ਤੇ ਲਗਾਈਏ ਅਸੀਂ ਤਾਂ ਇਹ ਦਿੰਦਾ ਈ ਦੀ ਆਵਾਜ਼। ਜੇ ਵੱਡੀ ਜੇ ਦੇ ਉੱਪਰ ਲਗਾ ਦਈਏ ਅਸੀਂ ਤਾਂ ਇਹ ਦਿੰਦਾ ਏ ਦੀ ਆਵਾਜ਼। ਏ। ਅੱਗੇ ਪੜ੍ਹੀ ਸੀ ਤਸ਼ਦੀਦ। ਇਹ ਜੋ ਕੱਲ ਪੜ੍ਹਿਆ ਸੀ ਮੈਂ ਰਿਵਾਈਜ਼ ਕਰਾ ਰਿਹਾ ਜੀ। ਇਹ ਤਸ਼ਦੀਦ ਹੈ, ਇਹ ਅਦਕ ਦੀ ਆਵਾਜ਼ ਦਿੰਦੀ ਹੈ ਜੀ। ਅਦਕ ਅਕਸ਼ਰ ਦੇ ਉੱਪਰ ਲਾ ਕੇ ਅਦਕ ਦੀ ਆਵਾਜ਼ ਦਿੰਦੀ ਹੈ। ਇੱਕ ਹੈਗਾ ਸੀ ਤਨਵੀਨ। ਤਨਵੀਨ ਕਿਵੇਂ ਪੈਂਦੀ ਹੈ? ਤਨਵੀਨ ਏਦਾਂ ਪੈਂਦੀ ਹੈ ਜੀ।
ਇਦਾਂ। ਇਹ ਕੀ ਹੁੰਦੀ ਹੈ, ਅਲਫ ਜਾਂ ਹੇ ਦੇ ਉੱਤੇ ਲੱਗ ਕੇ ਨੰਨੇ ਦੀ ਆਵਾਜ਼ ਆਉਂਦੀ ਹੈ। ਇਹ ਨੰਨੇ ਦੀ ਆਵਾਜ਼ ਆਉਂਦੀ ਹੈ ਜੀ, ਨੰਨਾ। ਇਹ ਸੁਰ ਮਾਤਰਾ ਅੱਜ ਅਸੀਂ ਅੱਗੇ ਪੜਾਂਗੇ। ਅੱਜ ਅਸੀਂ ਪੜਾਂਗੇ ਜੀ ਕੰਨਾ ਕਿਵੇਂ, ਕੰਨੇ ਲਈ ਕੀ ਵਰਤਦੇ ਹਾਂ ਅਸੀਂ। ਜਿਵੇਂ ਦੇਖੋ ਪੰਜਾਬੀ 'ਚ ਅਸੀਂ ਕੰਨਾ ਲਿਖਦੇ ਹਾਂ, ਆ ਕੰਨਾ ਪਾਉਂਦੇ ਜੀ ਪੰਜਾਬੀ 'ਚ ਅਸੀਂ, ਠੀਕ ਹੈ। ਕੰਨੇ ਦੀ ਥਾਂ ਕੀ ਵਰਤਾਂਗੇ ਜੀ, ਇਹ ਸਾਰਿਆਂ ਨੂੰ ਪਤਾ ਹੀ ਹੋਏਗਾ ਤੁਹਾਨੂੰ, ਕਈ ਬੰਦੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ। ਕੰਨੇ ਦੀ ਥਾਂ ਯੂਜ਼ ਕਰਦੇ ਹਾਂ ਜੀ ਅਸੀਂ ਅਲਫ। ਅਲਫ ਯੂਜ਼ ਕਰਦੇ ਹਾਂ ਜੀ ਕੰਨੇ ਦੀ ਥਾਂ ਤੇ, ਠੀਕ ਹੈ। ਅੱਗੇ ਪਾਣੇ ਅਸੀਂ ਯੂਜ਼ ਕਰਦੇ ਹਾਂ ਸਿਹਾਰੀ। ਉਹ ਸਿਹਾਰੀ ਹੈ, ਕਿਤੇ ਕਿਸੇ ਅਕਸ਼ਰ ਨੂੰ ਅਸੀਂ ਸਿਹਾਰੀ ਲਗਾਉਣੀ ਹੋਵੇ ਤਾਂ ਸਿਹਾਰੀ ਥਾਂ, ਇਹ ਸਿਹਾਰੀ ਹੈ, ਇਹ ਧਿਆਨ ਰੱਖੋ, ਇਹ ਪੈਰ ਦੇ ਵਿੱਚ ਲੱਗਦੀ ਹੈ ਜੀ ਅਕਸ਼ਰ ਦੇ। ਆਪਾਂ ਪਿੱਛੇ ਵੀ ਪੜ੍ਹ ਕੇ ਹਟੇ ਹਾਂ। ਸਿਹਾਰੀ ਦੀ ਥਾਂ ਲੱਗਦੀ ਹੈ ਜੀ ਜੇਰ। ਇੱਕ ਜ਼ਬਰ ਹੁੰਦੀ ਹੈ ਉੱਪਰ ਲੱਗਦੀ ਹੈ, ਇਹ ਜਿਹੜੀ ਜੇਰ ਹੈ ਇਹ ਲੱਗਦੀ ਹੈ ਥੱਲੇ। ਦੇਖੋ ਏਦਾਂ, ਪੈਰ ਜਦੋਂ ਸਿਹਾਰੀ ਪਾਣੀ ਹੋਵੇ ਤਾਂ ਅਸੀਂ ਜੇਰ ਯੂਜ਼ ਕਰਾਂਗੇ। ਜੇ ਅਸੀਂ ਬਿਹਾਰੀ ਪਾਣੀ ਹੋਵੇ ਜੀ, ਕਿਸੇ ਅਕਸ਼ਰ ਨੂੰ ਬਿਹਾਰੀ ਪਾਣੀ ਹੋਵੇ ਤਾਂ ਅਸੀਂ ਲਿਖਾਂਗੇ ਜੀ ਬਿਹਾਰੀ ਦੀ ਥਾਂ ਚੂਜ਼ ਕਰਾਂਗੇ ਅਸੀਂ ਛੋਟੀ ਜੇ। ਇਹ ਕਿਵੇਂ ਪਏਗੀ ਜੀ, ਦੇਖੋ ਇਹ ਏਦਾਂ ਪਏ ਛੋਟੀ ਜੀ, ਠੀਕ ਹੈ। ਜੇ ਅਸੀਂ ਔਂਕੜ ਯੂਜ਼ ਕਰਨਾ ਹੋਵੇ, ਔਂਕੜ, ਕਿਸੇ ਅੱਖਰ ਨੂੰ ਔਂਕੜ ਲਗਾਉਣਾ ਹੈ, ਆਪਾਂ ਹੁਣ ਪਹਿਲਾਂ ਪਿਛਲੇ ਪੈਰੇ 'ਚ, ਪਿਛਲੇ ਉਹ 'ਚ ਵੀ ਆਇਆ ਸੀਗਾ ਇਹ ਔਂਕੜ ਦੀ ਥਾਂ। ਕੱਲ੍ਹ ਦੇ ਲੈਕਚਰ 'ਚ ਵੀ ਸੀਗਾ, ਔਂਕੜ ਦੀ ਥਾਂ ਕੀ ਯੂਜ਼ ਕਰਦੇ ਹਾਂ ਅਸੀਂ। ਔਂਕੜ ਦੀ ਥਾਂ ਯੂਜ਼ ਕਰਦੇ ਹਾਂ ਪੇਸ਼। ਪੇਸ਼, ਪੇਸ਼ ਕਿਵੇਂ ਪੈਂਦੀ ਹੈ ਜੀ, ਪੇਸ਼ ਅਕਸ਼ਰ ਦੇ ਉੱਪਰਲੇ ਪਾਸੇ ਇਦਾਂ ਪੈ ਜਾਂਦੀ ਹੈ, ਠੀਕ ਹੈ। ਜੇ ਅਸੀਂ ਦਲੌਂਕੜ ਪਾਉਣਾ ਹੋਵੇ, ਦਲੌਂਕੜ ਦੀ ਥਾਂ ਕੀ ਹੁੰਦਾ ਜੀ, ਬੌ ਦੇ ਉੱਪਰ ਪੇਸ਼ ਲੱਗ ਜਾਂਦੀ ਹੈ ਜੀ। ਮਤਲਬ ਕਿ ਇਹ ਬੌ ਪਿਆ, ਇਹ ਉੱਪਰ ਪੇਸ਼ ਲੱਗੀ, ਇਹ ਦਲੌਂਕੜ ਦੀ ਥਾਂ ਯੂਜ਼ ਹੋ ਜਾਂਦਾ ਹੈ। ਮਤਲਬ ਜਿਹੜਾ ਅਕਸ਼ਰ ਪੈਂਦਾ ਨਾ, ਅਕਸ਼ਰ ਤੋਂ ਪਹਿਲਾਂ ਬੌ ਪੈ, ਅਕਸ਼ਰ ਦੇ ਪਹਿਲਾਂ ਪੇਸ਼ ਲਗਾ ਕੇ ਫਿਰ ਬੌ ਪੈ ਜਾਂਦਾ ਹੈ। ਅਕਸ਼ਰ ਜਿਹੜਾ ਵੀ ਕੋਈ ਲਗਾਵਾਂਗੇ ਉਹ ਅਕਸ਼ਰ ਦੇ ਉੱਪਰ ਪੇਸ਼ ਪਾ ਕੇ ਤੇ ਨਾਲ ਬੌ ਲੱਗ ਜਾਂਦਾ। ਮਤਲਬ ਕਿ ਆਪਾਂ ਯਾਦ ਰੱਖਣ ਦੇ ਲਈ ਇਹੀ ਕਿਹਾ ਗਿਆ ਵੀ ਬੌ ਦੇ ਉੱਪਰ ਪੇਸ਼ ਲੱਗ ਜਾਂਦੀ ਹੈ, ਇਹ ਦਲੌਂਕੜ ਦੀ ਥਾਂ ਯੂਜ਼ ਕਰ ਰਹੇ ਹਾਂ ਅਸੀਂ। ਨੈਕਸਟ ਆ ਜਾਂਦਾ ਲਾਵਾਂ। ਲਾਵਾਂ ਦੀ ਥਾਂ ਜੀ ਵੱਡੀ ਜੇ ਯੂਜ਼ ਹੁੰਦੀ ਹੈ ਜੀ।
ਵੱਡੀ ਜੇ ਕਿਵੇਂ ਪੈਂਦੀ ਹੈ ਜੀ? ਵੱਡੀ ਜੇ ਦੇਖੋ ਇਦਾਂ ਪੈਂਦੀ ਹੈ, ਵੱਡੀ ਜੀ। ਜੇ ਅਸੀਂ ਦਲਾਵਾਂ ਪਾਣੀਆਂ ਹੋਣ, ਜੇ ਅਸੀਂ ਦਲਾਵਾਂ ਪਾਣੀਆਂ ਹੋਣ ਜੀ, ਕਿ ਸੈਕਸ਼ਨ ਨੂੰ ਦਲਾਵਾਂ ਪਾਣੀ ਹੋਵੇ, ਤਾਂ ਵੱਡੀ ਜੇ ਵੱਡੀ ਜੇ ਉੱਤੇ ਜ਼ਬਰ ਲੱਗ ਜਾਏਗਾ ਜੀ। ਵੱਡੀ ਜੇ ਉੱਤੇ ਜ਼ਬਰ, मतलब कि देखो ये ਵੱਡੀ ਜੇ ਹੈ, ਇਹਦੇ ਉੱਪਰ ਆ ਜ਼ਬਰ ਲਾ ਦਾਂਗੇ, ਇਹ ਦਲਾਵਾਂ ਯੂਜ਼ ਹੋਏਗਾ। ਠੀਕ ਹੈ ਜੀ। ਇਸ ਤੋਂ ਬਾਅਦ ਜੇ ਅਸੀਂ ਹੋੜਾ ਲਾਣਾ ਹੋਵੇ, ਹੋੜੇ ਦੀ ਥਾਂ ਵੋ, ਹੋੜੀ ਥਾਂ ਵੋ ਯੂਜ਼ ਕਰਾਂਗੇ ਜੀ। ਹੁਣ ਦੇਖੋ ਜੇ ਘਨੌੜਾ ਲਾਣਾ ਹੋਵੇ ਤਾਂ ਜਿਵੇਂ ਲਾਵਾਂ ਦੇ ਉੱਪਰ ਅਸੀਂ ਯੂਜ਼ ਕੀਤੀ ਹੈ ਜ਼ਬਰ, ਤੇ ਇਸ ਤਰ੍ਹਾਂ ਹੀ ਜੇ ਘਨੌੜਾ ਲਗਾਉਣਾ ਹੋਵੇ ਵੋ ਦੇ ਉੱਪਰ ਜ਼ਬਰ। ਘਨੌੜੇ ਦੀ ਥਾਂ ਵੋ ਉੱਤੇ ਜ਼ਬਰ, ਇਹ ਘਨੌੜੇ ਦੀ ਥਾਂ ਯੂਜ਼ ਕਰਾਂਗੇ ਅਸੀਂ। ਨੈਕਸਟ ਆ ਗਿਆ ਜੀ ਟਿੱਪੀ। ਬਿੰਦੀ ਹੋਵੇ ਜਾਂ ਟਿੱਪੀ ਹੋਵੇ, ਬਿੰਦੀ ਹੋਵੇ ਚਾਹੇ ਜਾਂ ਟਿੱਪੀ, ਅਸੀਂ ਜੇ ਲਗਾਣੀ ਹੋਵੇ ਕਿਤੇ ਤਾਂ ਅਸੀਂ ਨੂਨ ਗੁੰਨਾ ਦਾ ਕੀ ਹੁੰਦਾ ਜੀ? ਜਿਹੜਾ ਨੂਨ ਹੁੰਦਾ, ਨੂਨ ਦੇ ਵਿੱਚ ਬਿੰਦੀ ਨਹੀਂ ਹੁੰਦੀ, ਨੁਕਤਾ ਨਹੀਂ ਹੁੰਦਾ। ਬਿੰਦੀ ਜਾਂ ਟਿੱਪੀ ਦੀ ਥਾਂ ਇਹਨੂੰ ਨੂਨ ਗੁੰਨਾ ਕਹਾਂਗੇ, ਨੂਨ ਗੁੰਨਾ। ਇਹ ਕਿਵੇਂ ਪੈਂਦਾ ਜੀ? ਦੇਖੋ ਇਹ ਇਦਾਂ ਪੈਂਦਾ, ਇਹ मतलब ਕਿ ਨੂਨ ਹੀ ਪੈ ਗਿਆ ਇੱਕ ਤਰ੍ਹਾਂ ਦਾ, ਨੂਨ ਦੇ ਵਿੱਚ ਆਪਾਂ ਅੱਗੇ ਨੁਕਤਾ ਲਾ ਦਿੰਦੇ ਆ, ਇਹ 'ਚ ਨੁਕਤਾ ਨਹੀਂ ਲਾਇਆ ਹੈਗਾ। ਇਹ ਦੁਬਾਰਾ ਪਾ ਕੇ ਦੇਣਾ ਤੁਹਾਨੂੰ, ਇਹ ਇਦਾਂ ਹੋ ਗਿਆ ਜੀ। ਇਹ ਦੇਖੋ ਇਹ ਮੈਂ ਨਹੀਂ ਲਾਵਾਂਗਾ, ਫਿਰ ਕਨਫਿਊਜ਼ ਹੋਏਗੀ। ਨੂਨ ਗੁਣੇ ਦੇ ਵਿੱਚ ਅੰਦਰ ਨੁਕਤਾ ਨਹੀਂ ਹੁੰਦਾ। ਠੀਕ ਹੈ ਜੀ। ਅੱਗੇ ਜਿਵੇਂ ਲਿਖਿਆ ਜੀ, ਕਿਸੇ ਸ਼ਬਦ ਦੇ ਅਖੀਰ ਨੂਨ ਦੇ ਅੰਦਰ, ਕਿਸੇ ਨੂਨ ਦੇ ਅੰਦਰ ਨੁਕਤਾ ਨਾ ਹੋਵੇ ਤਾਂ ਉਸ ਨੂੰ ਨੂਨ ਗੁੰਨਾ ਕਹਿੰਦੇ ਹਾਂ। ਜੇਕਰ ਵਿਚਕਾਰ ਆਵੇ ਜੀ ਕਿਤੇ, ਤਾਂ ਨੂਨ ਗੁੰਨਾ ਯੂਜ਼ ਨਹੀਂ ਹੁੰਦਾ।
ਤਾਂ ਨੁਕਤਾ ਲੱਗੇਗਾ। ਮਤਲਬ ਕਹਿਣ ਦਾ ਭਾਵ ਇਹ ਹੈ ਜੀ ਵੀ ਜਿਹੜਾ ਨੂਨ ਗੁੰਨਾ ਇਹ ਅਕਸਰ ਕੋਈ ਵੀ ਸ਼ਬਦ ਹੈ ਉਹਦੇ ਐਂਡ 'ਚ ਯੂਜ਼ ਹੁੰਦਾ ਹੈਗਾ, ਵਿਚਕਾਰ ਨਹੀਂ ਯੂਜ਼ ਹੁੰਦਾ ਹੈਗਾ। ਜਿਹੜਾ ਅੱਜ ਦਾ ਲੈਕਚਰ ਹੈ ਜੀ ਆਪਣਾ ਉਰਦੂ ਦਾ ਇੱਥੇ ਖਤਮ ਹੁੰਦਾ ਹੈ ਤੇ ਤੁਸੀਂ ਇਹਦੀ ਪ੍ਰੈਕਟਿਸ ਕਰਨੀ ਹੈ ਵਾਰ-ਵਾਰ ਦਿਨ ਦੇ ਵਿੱਚ। ਜਲਦੀ ਸਿੱਖਣ ਦੇ ਲਈ ਬੈਟਰ ਹੈਗਾ ਵੀ ਅਸੀਂ ਇਹਦੀ ਬਾਰ-ਬਾਰ ਪ੍ਰੈਕਟਿਸ ਕਰਾਂਗੇ। ਅੱਜ ਦਾ ਲੈਕਚਰ ਮੈਂ ਖਤਮ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? ਜੀ ਇਹ ਜ਼ਰੂਰ ਉਹਦੇ ਲੈਕਚਰ 'ਚ ਜਦੋਂ ਇਹ ਟਾਈਮ ਲੱਗਦਾ ਦੱਸ ਦਿਓ ਜਿਹਦਾ ਇਹ ਸਵਾਦ ਤੇ ਸਟੀਮ ਇਹ ਕਦੋਂ ਵੱਖਰੇ ਸਵਾਦ ਤੇ ਸੀਨ ਹਾਂ ਇੱਕ ਸਪੈਸਿਫਿਕ ਬਾਕੀਆਂ ਦਾ ਮਾਈਕ ਪਲੀਜ਼ ਬੰਦ ਕਰਾਓ, ਮੈਂ ਵਾਈਸ ਬਹੁਤ ਡਿਸਟਰਬ ਹੋ ਜਾਂਦਾ ਮੈਨੂੰ ਸੁਣਦਾ। ਹਾਂਜੀ ਮੈਂ ਇਹ ਪੁੱਛਣਾ ਇਹ ਮੇਰਾ ਸੀਗਾ ਬੇਨਤੀ ਕਿ ਸਵਾਦ ਤੇ ਸੀਨ ਵੱਖਰੇ ਕਦੋਂ ਯੂਜ਼ ਹੋਣੇ? ਇਹ ਜਦੋਂ ਨਾ ਇਹ ਆਵਾਜ਼ਾਂ ਦਾ ਫਰਕ ਹੈ, ਜਦੋਂ ਆਵਾਜ਼ਾਂ ਗੋਲ ਹੋ ਕੇ ਆਉਂਦੀਆਂ ਨੇ ਤਾਂ ਤੁਸੀਂ ਸਵਾਦ ਯੂਜ਼ ਕਰਦੇ ਆ। ਜਦੋਂ ਸੱਸੇ ਦੀ ਆਵਾਜ਼ ਸਿੱਧੀ ਆਉਂਦੀ ਹੈ, ਡਾਇਰੈਕਟ ਆਵਾਜ਼ ਆਉਂਦੀ ਹੈ ਤਾਂ ਅਸੀਂ ਸੀਨ ਯੂਜ਼ ਕਰਦੇ ਹਾਂ। ਇਹ ਥੋੜਾ ਆਵਾਜ਼ਾਂ ਦੀ ਫਰਕ ਪੈਂਦਾ ਹੈ। ਜੇ ਅਸੀਂ ਲਿਖ ਵੀ ਦਿੰਦੇ ਹਾਂ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ, ਤਾਂ ਵੀ ਅਸੀਂ ਗਲਤ ਨਹੀਂ ਕਹਿ ਸਕਦੇ। ਜੇ ਕਿਤੇ ਆਮ ਤੌਰ ਤੇ ਦੇਖੋ ਕਨਫਿਊਜ਼ਨ ਹੈ, ਕਈ ਜਗ੍ਹਾ ਤੇ ਅਸੀਂ ਸੀਨ ਦੀ ਜਗ੍ਹਾ ਸਵਾਦ ਯੂਜ਼ ਕਰ ਲੈਂਦੇ ਆ, ਕਿਤੇ ਸਵਾਦ ਦੀ ਜਗ੍ਹਾ ਸੀਨ ਯੂਜ਼ ਕਰ ਲੈਂਦੇ ਆ। ਜੇ ਕਿਤੇ ਯੂਜ਼ ਹੋ ਵੀ ਗਿਆ ਵੈਸੇ ਤਾਂ ਜਦੋਂ ਕਿਤੇ ਆਵਾਜ਼ ਗੋਲ ਹੋ ਕੇ ਆਉਂਦੀ ਹੈ ਗੋਲ, ਠੀਕ ਹੈ, ਉਦੋਂ ਅਸੀਂ ਸਵਾਦ ਯੂਜ਼ ਕਰਦੇ ਹਾਂ। ਜਦੋਂ ਕਿਤੇ ਆਵਾਜ਼ ਗੋਲ ਹੋ ਜਾਂਦੀ ਸੱਸੇ ਦੀ, ਇੱਥੇ ਸੱਸੇ ਦੀ ਸਿੱਧੀ ਆਵਾਜ਼ ਡਾਇਰੈਕਟ ਆਵਾਜ਼ ਆਉਂਦੀ ਹੈ, ਉੱਥੇ ਅਸੀਂ ਸੀਨ ਯੂਜ਼ ਕਰਦੇ ਹਾਂ। ਹੋੜਾ ਤੇ ਵਾਵ ਇਹ ਹੋੜਾ ਤੇ ਵਾਵਾ ਇਹ ਪਹਿਲੇ ਦੋਨਾਂ ਵਾਵ ਹਾਂ ਥੋੜਾ ਜਿਹਾ ਨਹੀਂ ਅੱਜ ਨਹੀਂ ਮੈਂ ਕਰਦਾ ਕੋਈ ਗੱਲ ਨਹੀਂ, ਜਵਾਬ ਤੇ ਜੀਮ ਇਹ ਚੀਜ਼ਾਂ ਦਾ ਥੋੜਾ ਜਿਹਾ ਫਰਕ ਕੋਈ ਗੱਲ ਨਹੀਂ, ਆਪਾਂ ਕਲੀਅਰ ਕਰ ਲਾਂਗੇ। ਪਹਿਲਾਂ ਤੁਸੀਂ ਅਜੇ ਜਦੋਂ ਬੇਸਿਕ ਪੜਾਂਗੇ ਨਾ ਜੀ, ਅੱਧੀਆਂ ਗੱਲਾਂ ਤਾਂ ਸਾਨੂੰ ਕਲੀਅਰ ਹੋ ਜਾਣਗੀਆਂ। ਜਦੋਂ ਵਾਰ-ਵਾਰ ਪ੍ਰੈਕਟਿਸ ਕਰੋਗੇ ਤੁਸੀਂ ਨਾਲ ਆਪਣਾ ਅਖਬਾਰ ਵੀ ਲਗਾਓ ਤੇ ਨਾਲ ਕਾਇਦਾ ਵੀ ਪੜ੍ਹੋ ਤੇ ਨਾਲ ਜਿਹੜੇ ਇਹ ਲੈਕਚਰ ਮੈਂ ਦੇ ਰਿਹਾ ਤੁਹਾਨੂੰ ਤੁਸੀਂ ਇਹਨਾਂ ਦੀ ਰਿਵੀਜ਼ਨ ਕਰਦੇ ਰਹੋ ਨਾਲ, ਠੀਕ ਹੈ। ਬੇਸਿਕ ਫੰਡੇ ਕਲੀਅਰ ਤੁਹਾਨੂੰ ਹੋ ਜਾਣਗੇ, ਜਿਹੜੇ ਕਿਤੇ ਰਹਿ ਜਾਣਗੇ ਫਿਰ ਆਪਾਂ ਉਹਨੂੰ ਕਲੀਅਰ ਕਰਾਂਗੇ, ਠੀਕ ਹੈ ਜੀ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਹਾਂਜੀ ਹੈ ਜੀ, ਇਹ ਵਾਲਾ ਲੈਕਚਰ ਸ਼ਾਮ ਤੱਕ ਪਏਗਾ ਜੀ, ਇਹ ਵਾਲਾ ਲੈਕਚਰ ਸ਼ਾਮ ਤੱਕ ਪਏਗਾ। ਇਹ ਵਾਲਾ ਅੱਜ ਵਾਲਾ ਸ਼ਾਮ ਤੱਕ ਪਏਗਾ ਜੀ, ਸ਼ਾਮ ਤੱਕ। ਕੱਲ ਵਾਲਾ ਤਾਂ ਪੈ ਗਿਆ ਜੀ, ਕੱਲ ਵਾਲਾ ਪੈ ਗਿਆ ਜੀ, ਕੱਲ ਵਾਲਾ ਪੈ ਗਿਆ ਜੀ। ਇਸੇ ਤੇ YouTube ਤੇ ਪਿਆ ਹੈਗਾ, ਇਹਦੇ ਦੀ ਪਿਆ ਹੈਗਾ ਆਨਲਾਈਨ ਤੇ। ਈਮੇਲ ਆਈਡੀ ਦਿੱਤੀ ਹੈ ਤੁਸੀਂ ਆਪਣੀ, ਈਮੇਲ ਆਈਡੀ ਦੇ ਨਾਲ ਇਹ ਲਿੰਕ ਦੇਖੋ। ਇਹ ਪਤਾ ਕੀ ਹੈ ਜੀ, ਤੁਸੀਂ ਨੋਟਸ ਪੜਿਆ ਹੋਊਗਾ, ਇਹ ਈਮੇਲ ਆਈਡੀ ਇਹ ਸਾਰਾ YouTube ਦੇ ਨਾਲ ਲਿੰਕ ਕੀਤਾ ਹੋਇਆ, ਸਾਰਾ ਸੌਫਟਵੇਅਰ ਦੇ ਵਿੱਚ ਸਿਸਟਮ ਹੈਗਾ। ਜੋ ਹੀ ਕਿਸੇ ਦਾ ਜਿਹੜਾ ਸਿਸਟਮ ਹੈ ਆਪਦਾ ਕਲੀਅਰ ਬੈਲੈਂਸ ਵੀ ਕਲੀਅਰ ਹੋ ਜਾਂਦਾ ਹੈ, ਇਹ ਆਟੋਮੈਟਿਕਲੀ ਚੱਲ ਪੈਂਦਾ ਤੁਹਾਡਾ। ਹਾਂ ਇਹ ਸਾਰਾ ਸਿਸਟਮ ਦੇ ਵਿੱਚ ਇਨਕਲੂਡਡ ਹੈ, ਸਾਨੂੰ ਵਾਰ-ਵਾਰ ਛੇੜਖਾਨੀ ਨਹੀਂ ਕਰਨੀ ਪੈਂਦੀ, ਇਹ ਇਨਕਲੂਡਡ ਹੈ। ਜਿਹੜੀ ਈਮੇਲ ਆਈਡੀ ਕਿਸੇ ਦੀ YouTube ਦੇ ਨਾਲ ਲਿੰਕ ਹੋ ਜਾਂਦੀ ਹੈ, ਜਿਹਨੂੰ ਸਿਰਫ ਪਰਸਨਲ ਤੁਸੀਂ ਦੇਖ ਸਕਦੇ ਹੋ, ਹੋਰ ਬੰਦਾ ਨਹੀਂ ਕੋਈ ਦੇਖ ਸਕਦਾ, ਠੀਕ ਹੈ ਜੀ। ਥੈਂਕ ਯੂ ਵੈਰੀ ਮਚ। ਹਾਂ ਹੋਰ ਕੁਐਸਚਨ ਕੋਈ ਹੈਗਾ ਜੀ ਕਿਸੇ ਦਾ? ਉਰਦੂ ਦਾ ਕਹਿੰਦਾ ਤੁਸੀਂ ਬਾਜ਼ਾਰ ਤੋਂ ਕਿਸੇ ਵੀ ਬੁੱਕਸ ਮਾਰਕੀਟ ਤੋਂ ਲੈ ਸਕਦੇ ਹੋ। ਬੁੱਕਸ ਮਾਰਕੀਟ ਤੁਹਾਡੇ ਸ਼ਹਿਰ ਦੇ ਵਿੱਚ ਬੁੱਕ ਮਾਰਕੀਟ ਹੋਏਗੀ, ਉੱਥੋਂ ਲੈ ਲਓ। ਹਾਂ ਹਾਂਜੀ ਨਹੀਂ, ਸਟੈਂਡਿੰਗ ਆਰਡਰ ਤੁਸੀਂ ਨੈਟ ਤੋਂ ਲਓ ਜੀ, ਗਰੁੱਪ 'ਚ ਪੈਣ ਵਾਲੇ ਨਹੀਂ ਹੈਗੇ, ਉਹ ਤਾਂ ਬਹੁਤ ਲੰਮੇ ਚੌੜੇ ਨੇ, 400-500 ਪੇਜ ਹੈਗਾ ਸਟੈਂਡਿੰਗ ਆਰਡਰ ਦਾ। ਤੇ ਜਿੰਨੇ ਕੁ ਮੈਂ ਅਜੇ ਕੁਝ ਲੈਣੇ ਨੇ ਸਟੈਂਡਿੰਗ ਆਰਡਰਸ, ਜਿੰਨੇ ਕਿ ਮੇਰੇ ਕੋਲ ਅਵੇਲੇਬਲ ਹੈ ਉਹ ਮੈਂ ਪਾ ਦਾਂਗਾ ਗਰੁੱਪ ਦੇ ਵਿੱਚ, ਠੀਕ ਹੈ ਜੀ। ਜਿੰਨੇ ਮੇਰੇ ਕੋਲ ਅਵੇਲੇਬਲ ਹੈਗੇ ਨੇ ਉਹ ਮੈਂ ਗਰੁੱਪ 'ਚ ਪਵਾ ਦਾਂਗਾ। ਬਾਕੀ ਜੇ ਕਿਸੇ ਕੋਲ ਬੁੱਕ ਹੈਗੀ ਉਹ ਜ਼ਿਆਦਾ ਬੈਟਰ ਹੈਗਾ ਸਟੈਂਡਿੰਗ ਆਰਡਰ ਦੀਆਂ। ਸਟੈਂਡਿੰਗ ਆਰਡਰ ਦੇ ਵਿੱਚੋਂ ਮੇਰੇ ਖਿਆਲ 20 ਨੰਬਰ ਦਾ ਕੁਐਸਚਨ ਆਉਣਾ ਹੈਗਾ, ਇਹ ਵੀ ਆਪਾਂ ਨੂੰ ਡਿਟੇਲ 'ਚ ਪੜ੍ਹਨਾ ਪਏਗਾ। ਸਟੈਂਡਿੰਗ ਆਰਡਰਸ
ਮੇਰੇ ਪਾਸ ਸਟੈਂਡਿੰਗ ਆਰਡਰ ਦੀ ਬੁੱਕ ਨਹੀਂ ਹੈ, ਮੇਰੇ ਪਾਸ ਤਾਂ ਪੁਰਾਣੇ ਲੈਕਚਰ ਹੈਗੇ ਆ, ਇਹੀ ਜਿਹੜੇ ਨੈਟ ਤੋਂ ਲਏ ਹੋਏ ਨੇ ਮੈਨੇ, ਤੁਸੀਂ ਵੀ ਨੈਟ ਤੋਂ ਲੈ ਸਕਦੇ ਹੋ। ਸਟੈਂਡਿੰਗ ਆਰਡਰ ਦੀ ਇੰਨੀ ਮੋਟੀ ਬੁੱਕ ਆਂਦੀ ਹੈਗੀ ਹੈ, ਸਟੈਂਡਿੰਗ ਆਰਡਰ ਦੀ ਇੰਨੀ ਬੁੱਕ ਮੋਟੀ ਆਂਦੀ ਹੈ, ਮੇਰੇ ਕੋਲ ਹੈ ਸੀ ਪਹਿਲਾਂ, ਪਤਾ ਨਹੀਂ ਹੁਣ ਮੈਂ ਕਿੱਥੇ ਰੱਖ ਬੈਠਾ ਜਾਂ ਮੇਰੇ ਤੋਂ ਕਿਸੇ ਨੇ ਲੈ ਲਈ, ਮੁੜ ਕੇ ਵਾਪਸ ਮੈਨੂੰ ਨਹੀਂ ਮਿਲੀ ਹੈਗੀ ਬੁੱਕ। ਇੰਨੀ ਮੋਟੀ ਬੁੱਕ ਹੈਗੀ ਸਟੈਂਡਿੰਗ ਆਰਡਰਸ ਦੀ, ਜੇ ਕਿਸੇ ਨੂੰ ਮਾਰਕੀਟ ਚੋਂ ਮਿਲਦੀ ਹੈ ਤੁਸੀਂ ਲੈ ਸਕਦੇ ਹੋ, ਠੀਕ ਹੈ। ਜੇ ਨਹੀਂ ਮਿਲਦੀ, ਕਿਤੇ ਅਵੇਲੇਬਲ ਨਹੀਂ ਹੈਗੀ, ਤਾਂ ਤੁਸੀਂ ਫਿਰ ਨੈਟ ਤੋਂ ਲੈ ਸਕਦੇ ਹੋ। ਚੈਪਟਰ ਵਾਈਜ਼ ਜਿਹੜੇ ਚੈਪਟਰ ਆਪਾਂ ਨੂੰ ਹੈਗੇ ਨੇ, ਉਸ ਉਹੀ ਚੈਪਟਰ ਤੁਸੀਂ ਲੈ ਲਓ ਨੈਟ ਤੋਂ। ਹਾਂ, ਉਹ ਅਸੀਂ ਪਾ ਦਿੰਦੇ ਹਾਂ, ਤੁਸੀਂ ਜਿਹੜੀ ਵੈਬਸਾਈਟ ਤੋਂ ਲੈਣੇ ਨੇ। ਵੈਬਸਾਈਟ ਮੈਂ ਕਹਿ ਦਿੰਦਾ ਮੁੰਡਿਆਂ ਨੂੰ, ਉਹ ਆਨਲਾਈਨ ਤੇ ਪਾ ਦਾਂਗੇ ਵੀ ਕਿਹੜੀ ਵੈਬਸਾਈਟ ਤੁਸੀਂ ਲੈਣੇ ਹੈਗੇ। ਵੈਸੇ ਤਾਂ ਪਤਾ ਹੀ ਹੈ ਤੁਹਾਨੂੰ, ਆਪਣੀ ਜਿਹੜੀ ਰੈਵਨਿਊ ਦੀ ਵੈਬਸਾਈਟ ਹੈਗੀ ਹੈ, ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ। ਹਾਂਜੀ, ਠੀਕ ਹੈ ਜੀ। ਕੋਈ ਹੋਰ ਕੁਐਸਚਨ? ਕੋਈ ਹੋਰ ਕੁਐਸਚਨ ਕਿਸੇ ਦਾ ਜੀ? ਕਲਾਸ ਓਵਰ। ਥੈਂਕ ਯੂ ਵੈਰੀ ਮਚ।